ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇਸੋ ਪ੍ਰਦੇਸ ਅੱਜ ਸੋਮਵਾਰ ਆ। ਸੋਮਵਾਰ ਵਾਲੇ ਦਿਨ ਆਪਾਂ ਇੱਥੇ ਆ ਕੇ ਬੱਸ ਗਏ ਆ। ਜਿਹੜਾ ਹੁਣ ਸਾਡਾ ਦੇਸ਼ ਆ ਉੱਥੇ ਗੱਲਾਂ ਕਰਦੇ ਆ, ਉੱਥੇ ਆਲੇ ਦੁਆਲੇ ਕੀ ਵਾਪਰ ਰਿਹਾ ਆ ਉਸ ਦੀਆਂ ਗੱਲਾਂ ਹੁੰਦੀਆਂ ਆ, ਜਾਂ ਕਿਸੇ ਪੋਲੀਟਿਕਸ ਦੇ ਵਿਚਾਲ ਆ ਗਿਆ ਹੋਵੇ, ਜਾਂ ਇਲੈਕਸ਼ਨਾਂ ਹੋਣ, ਜਾਂ ਹੋਰ ਕੋਈ ਸਾਡੀ ਲੋਕਲ ਗੱਲਬਾਤ ਹੋ। ਅਸੀਂ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਵੀ ਗੱਲ ਕਰਾਂਗੇ ਕਿ ਸਾਡਾ ਪ੍ਰਵਾਸ ਹੋਵੇ। ਪ੍ਰਵਾਸ ਤੋਂ ਬਾਅਦ ਅਸੀਂ ਕੀ ਕੁਛ ਕੀਤਾ, ਕਿੱਥੇ ਤੱਕ ਕੀ ਮੱਲਾਂ ਹਜੇ ਮਾਰਨੀਆਂ ਤੇ ਕਿੱਥੇ ਤੱਕ ਮੱਲਾਂ ਅਸੀਂ ਮਾਰ ਲਈਆਂ, ਉਸ ਦੀ ਗੱਲਬਾਤ ਕਰਾਂਗੇ। ਉਸੇ ਦੇ ਨਾਲ ਨਾਲ ਜਿਹੜੀ ਸਰਕਾਰ ਦੀ ਨੁਕਤਾਚੀਨੀ ਉਹ ਵੀ ਨਾਲ ਦੀ ਨਾਲ ਚੱਲਦੀ ਰਹਿੰਦੀ ਆ ਕਿ ਕੀ ਇੱਥੇ ਲੋਕਾਂ ਦੇ ਪੱਖ ਵਿੱਚ ਜਾਂਦਾ ਆ, ਕੀ ਲੋਕਾਂ ਦੇ ਅਗੇਂਸਟ ਜਾਂਦਾ ਆ, ਕਿੱਥੇ ਲੋਕ ਆਵਾਜ਼ ਉਠਾਉਂਦੇ ਆ, ਕਿੱਥੇ ਲੋਕਾਂ ਨੂੰ ਬੁੱਧੂ ਬਣਾ ਦਿੱਤਾ ਜਾਂਦਾ ਆ, ਚੁੱਪ-ਚਾਪ ਲੋਕ ਸਹਿੰਦੇ ਜਾਂਦੇ ਆ। ਤੇ ਜਦੋਂ ਫਿਰ ਐਨ ਸਿਰੋਂ ਪਾਣੀ ਲੰਘ ਜਾਂਦਾ ਤੇ ਫਿਰ ਕਈ ਵਾਰ ਸਾਨੂੰ ਵੀ ਜਾਗ ਆਉਂਦਾ, ਤਾਂ ਉਦੋਂ ਵੀ ਅਸੀਂ ਉੱਠਦੇ ਹਾਂ ਤੇ ਫਿਰ ਬਹੁਤ ਲੇਟ ਹੋ ਚੁੱਕੇ ਹੁੰਦੇ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਆਪਾਂ ਬਿੱਲ ਕਿਸ ਤਰ੍ਹਾਂ ਦੇ ਆਏ ਆ, ਉਹਨਾਂ ਤੇ ਗੱਲਬਾਤ ਕੀਤੀ, ਕਿਉਂਕਿ ਮੀਡੀਆ ਦਾ ਕੰਮ ਆ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣਾ। ਸੋ ਜਿਹਦੇ ਪੱਖ ਵਿੱਚ ਹੁੰਦੀ ਆ, ਜਿਹੜੇ ਉਸ ਚੀਜ਼ ਦੇ ਹਾਮੀ ਹੁੰਦੇ ਆ, ਉਹਨਾਂ ਨੂੰ ਬਹੁਤ ਚੰਗਾ ਲੱਗਦਾ ਆ ਵੀ ਹਾਂ ਇਹ ਸਾਡੇ ਪੱਖ ਵਿੱਚ ਗੱਲ ਹੋ ਰਹੀ ਆ। ਜਿਸ ਤੇ ਲੋਕ ਵਿਰੋਧ ਵਿੱਚ ਆ ਜਾਂਦੇ, ਵਿਰੋਧ ਵਿੱਚ ਗੱਲ ਕਰਦੇ ਆ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਤਾਂ ਫਿਰ ਉਹ ਜਿਹੜੇ ਉਸ ਤਰ੍ਹਾਂ ਦੇ ਲੋਕ ਹੁੰਦੇ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਰੇਡੀਓ ਹੀ ਸਾਡੇ ਵਿਰੁੱਧ ਹੋ ਰਿਹਾ। ਨਹੀਂ, ਮੀਡੀਆ ਦਾ ਕੰਮ ਆ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ। ਤੁਸੀਂ ਉਹਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਆ ਤੁਹਾਡੀ ਮਰਜ਼ੀ ਹੁੰਦੀ ਆ। ਬਾਕੀ ਜੇ ਤੁਸੀਂ ਚਾਹੁੰਦੇ ਆ ਕਿ ਆਪਾਂ ਗੀਤ ਸੁਣਾ ਕੇ ਚਲੇ ਜਾਈਏ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਤਾਂ ਉਹ ਵੀ ਫਿਰ ਦੱਸ ਦਿਓ, ਖੁੱਲ੍ਹ ਕੇ ਦੱਸਿਆ ਕਰੋ ਕਿ ਹਾਂ ਤੁਸੀਂ ਕੋਈ ਖਬਰ ਨਹੀਂ ਦੇਣੀ, ਤੁਸੀਂ ਕੋਈ ਗੱਲ ਨਹੀਂ ਦੱਸਣੀ, ਉਹ ਗੱਲਾਂ ਬਾਤਾਂ ਕਰਕੇ ਚਲੇ ਜਾਇਆ ਕਰੋ। ਸੋ ਆਪਣੇ ਪਤਾ ਹੀ ਆਪਾਂ ਕੋ ਮੀਡੀਆ ਹੁੰਦਾ ਸੀਗਾ ਪਹਿਲਾਂ ਤੋਂ, ਕਾਫੀ ਟਾਈਮ ਤੋਂ, 92 ਤੋਂ। ਉਸ ਤੋਂ ਬਾਅਦ ਅਖਬਾਰਾਂ ਵੀ ਆਈਆਂ ਅਤੇ ਅਖਬਾਰਾਂ ਤੋਂ ਬਾਅਦ TV ਵੀ ਆਏ, ਸਾਰਾ ਕੁਛ ਹੀ ਆਇਆ। ਸੋ ਪਰ ਸਾਡਾ ਇੱਕ ਰਾਹ ਜਿਹੜਾ ਉਹ ਵੱਖਰਾ ਆ ਕਿ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਦੀ ਅਸੀਂ ਗੱਲ ਜ਼ਰੂਰ ਕਰਦੇ ਹਾਂ, ਉੱਥੇ ਕੀ ਹੋ ਰਿਹਾ ਆ ਤੁਹਾਨੂੰ ਪਲ ਪਲ ਦੀ ਖਬਰ ਦਿੰਦੇ ਆ ਜਦੋਂ ਸਾਨੂੰ ਖਬਰ ਮਿਲ ਜਾਂਦੀ ਆ। ਬੇਸ਼ੱਕ ਥੋੜ੍ਹੇ ਮਿੰਟ ਪਹਿਲਾਂ ਤੁਸੀਂ ਖਬਰ ਸੁਣੀ ਆ ਕੈਨੇਡਾ ਦੀ ਕਿ ਉੱਥੋਂ ਦੇ ਪ੍ਰਾਈਮ ਮਿਨਿਸਟਰ ਜੋ ਇੱਕ ਕਤਲ ਹੋਇਆ ਸੀ ਉਹ ਇੰਡੀਆ ਗੌਰਮੈਂਟ ਦਾ ਹੱਥ ਦਾ। ਸੋ ਇਸ ਤਰ੍ਹਾਂ ਦੀ ਕੋਈ ਵੀ ਖਬਰ ਆ ਤੁਹਾਡੇ ਤੱਕ ਪਹੁੰਚਾਉਂਦੇ ਆ। ਤੁਹਾਡੀ ਕੋਈ ਲਾਗਲੀ ਖਬਰ ਆ, ਸਾਡੀ ਦੂਰ ਦੀ ਖਬਰ ਆ, ਤਾਂ ਤੁਹਾਡੇ ਤੱਕ ਉਹ ਅਸੀਂ ਜ਼ਰੂਰ ਲੈ ਕੇ ਆਉਂਦੇ ਆ, ਪਹੁੰਚਾਈ ਜਾਂਦੀ ਆ ਤੁਹਾਡੇ ਤੱਕ। ਸੋ ਆਪਾਂ ਇੱਥੇ ਦੀਆਂ ਵੀ ਤੁਸੀਂ ਖਬਰਾਂ ਦੇ ਵਿੱਚ ਸੁਣਦੇ ਆ, ਉੱਥੇ ਉਹਦੇ ਵਿੱਚ ਵੀ ਆਪਾਂ ਗੱਲਾਂ ਬਾਤਾਂ ਕਰਦੇ ਹੈਗੇ ਆ ਕਿ ਦਵਾਈਆਂ ਕਿੱਦਾਂ ਦੀਆਂ ਆ ਰਹੀਆਂ ਆ, ਉਹ ਵੀ ਦੱਸਿਆ ਜਾਂਦਾ ਆ। ਕਦੀ ਕੋਈ ਕਰੋਨਾ ਵਰਗੀ ਪਰਲੋ ਆ ਜਾਂਦੀ ਆ, ਉਹਦੇ ਬਾਰੇ ਇਨਫੋਰਮੇਸ਼ਨਾਂ ਦਿੰਦੇ ਰਹੇ ਨੇ। ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੀ, ਪਹੁੰਚਾਈ ਜਾਂਦੀ ਆ। ਸੋ ਇਹ ਅੱਜ ਵੀ ਇਸ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਨੂੰ ਛੁਹਾਇਆ ਆ ਵੀ ਜਿਹੜੇ ਇੱਥੇ ਡਰੱਗ ਆ ਰਹੇ ਆ, ਡਰੱਗ ਦੀ ਗੱਲ ਕਰਦੇ ਆ। ਸੋ ਇਹ ਕਿਸੇ ਲਈ ਵੀ ਚੰਗੇ ਨਹੀਂ ਹੈਗੇ, ਕਿਸੇ ਲਈ ਵੀ ਇਹ ਚੰਗੀਆਂ ਚੀਜ਼ਾਂ ਨਹੀਂ ਹੈਗੀ। ਉਸ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਰਹਿੰਦੇ ਹਾਂ। ਡਰੱਗ ਦੇ ਵਿੱਚ ਕੀ ਕੁਛ ਮਿਲਾਇਆ ਜਾਂਦਾ ਆ, ਉਹ ਗੱਲਾਂ ਬਾਤਾਂ ਆਪਾਂ ਕਰਦੇ ਰਹਿੰਦੇ ਹਾਂ। ਦੇਖੋ ਇੱਥੇ ਲੀਕਰ ਸਟੋਰ ਹੈਗੇ ਆ, ਜਦੋਂ ਲੀਕਰ ਸਟੋਰ ਖੁੱਲ੍ਹਣਾ ਹੁੰਦਾ ਆਂਡੀਆਂ ਗੁਆਂਢੀਆਂ ਨੂੰ ਚਿੱਠੀਆਂ ਪਾ ਕੇ ਪੁੱਛਦੇ ਆ ਵੀ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੈਗੀ। ਸੋ ਹਰ ਇੱਕ ਤਰ੍ਹਾਂ ਦੀ ਜਿਹੜੀ ਦੁਕਾਨ ਵਗੈਰਾ ਖੁੱਲ੍ਹਣੀ ਹੁੰਦੀ ਨਾ, ਉਹਦੇ ਬਾਰੇ ਪੁੱਛਿਆ ਵੀ ਜਾਂਦਾ ਹੈਗਾ। ਸੋ ਅੱਜ ਗੱਲਬਾਤ ਆਪਾਂ ਕਰਾਂਗੇ ਜਿਹੜੀ ਕਹਿੰਦੇ ਹੁੰਦੇ ਨਾ ਵੀ ਕਿਸੇ ਨੂੰ ਗਾਲ ਕੱਢਣੀ ਹੋਵੇ, ਤੁਸੀਂ ਕੀ ਕੁੜੀ ਉੱਥੇ ਦੇਣੀ ਹੈ ਜਿੱਥੇ ਭੰਗੀ ਆ, ਹੈ ਨਾ। ਉਹ ਮੁੰਡਾ ਤਾਂ ਉਹਨਾਂ ਦਾ ਭੰਗੀ ਆ, ਉਹਨਾਂ ਦਾ ਮੁੰਡਾ ਤਾਂ ਨਸ਼ਈ ਆ। ਸੋ ਜੇ ਕੋਈ ਲੋਕ ਸਾਡੇ ਨਸ਼ਾ ਕਰਦੇ ਆ, ਲੋਕ ਸਾਡੇ ਇਸ ਤਰ੍ਹਾਂ ਦਾ ਨਸ਼ਾ ਲੈਂਦੇ ਤਾਂ ਉਹਨੂੰ ਗਾਲ ਸਮਝਿਆ ਜਾਂਦਾ। ਸੋ ਗੱਲਾਂ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਸੰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸੰਚਾਰ ਕਰ ਸੋਤਿਆਂ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਦੀਪ ਸਿੰਘ ਜੀ, ਤੁਸੀਂ ਕਈ ਵਾਰੀ ਗੱਲ ਨੂੰ ਛੁਹਾਇਆ ਆ ਕਿ ਜਿਹੜੇ ਲਾ ਅੱਗੇ ਪਿਛਲੇ 2 ਸਾਲ ਪਹਿਲਾਂ ਵੀ ਅਸੀਂ ਗੱਲ ਕੀਤੀ ਸੀਗੀ ਵੀ ਜਿਹੜੀਆਂ ਵੋਟਾਂ ਪੈਂਦੀਆਂ, ਵੋਟਾਂ ਦੇ ਨਾਲ ਜਿਹੜੀ ਭੰਗ ਦੇ ਲਈ ਜਿਹੜੇ ਆ ਨਾ, ਜਿਹਨੂੰ ਅੰਗਰੇਜ਼ੀ ਨਾਂ ਦੇ ਕੇ ਬਹੁਤ ਕੈਨਵਸ ਆ, ਇਹ ਮਰੀਜ਼ਾਂ ਲਈ ਆ, ਜੇ ਉਹ ਆ, ਉਦੋਂ ਜਦੋਂ ਪਾਸ ਹੁੰਦੇ ਸੀਗੇ ਤੁਸੀਂ ਉਦੋਂ ਵੀ ਗੱਲ ਚੱਕੀ ਰਹੇ ਵੀ ਇਹ ਨਹੀਂ ਹੋਣਾ ਚਾਹੀਦਾ, ਇਹ ਗੌਰਮੈਂਟਾਂ ਆਪਣੇ ਫਾਇਦੇ ਦੇ ਲਈ ਲਿਆ ਰਹੀਆਂ ਆ। ਆਪਾਂ ਕੈਨੇਡਾ ਦੀ ਵੀ ਗੱਲ ਕੀਤੀ ਸੀਗੀ, ਪਹਿਲੇ ਦਿਨ ਹੀ ਖੁੱਲ੍ਹਿਆ ਤਾਂ ਪਤਾ ਨਹੀਂ ਕਿੰਨੇ ਲੰਬੀ ਲਾਈਨ ਲੱਗ ਗਈ ਸੀਗੀ ਜਿਨ੍ਹਾਂ ਨੇ ਇੱਕ ਸੂਟਾ ਲੈਣਾ ਸੀ, ਜਿਨ੍ਹਾਂ ਨੇ ਉਹਦਾ ਸਵਾਦ ਚੱਖਣਾ ਸੀਗਾ। ਸੋ ਇਹਦੀਆਂ ਗੱਲਾਂ ਬਾਤਾਂ ਵੀ ਕਰਾਂਗੇ, ਇਹਦੇ ਫਾਇਦੇ ਕੀ ਆ, ਇਹਦੇ ਨੁਕਸਾਨ ਕੀ ਆ, ਉਹ ਵੀ ਗੱਲ ਕਰਾਂਗੇ। ਜਿਹੜੇ ਪੱਖ ਵਿੱਚ ਆ ਉਹ ਕਹਿੰਦੇ ਆ ਇੱਕ ਮੈਡੀਸਨ ਆ। ਸੋ ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਸੁਣਦੇ ਆ, ਪਰ ਨੁਕਸਾਨ ਦੀ ਗੱਲ ਕੋਈ ਨਹੀਂ ਕਰਦਾ, ਇਹਦਾ ਨੁਕਸਾਨ ਵੀ ਬਹੁਤ ਹੁੰਦਾ ਆ। ਸੋ ਅੱਜ ਹਾਂਜੀ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਪਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪਰਮਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪਰਮਿੰਦਰ ਸਾਹਿਬ ਬੋਲ ਰਿਹਾ ਜੀ, ਪਰਮਿੰਦਰ ਸਾਹਿਬ ਮੰਡੀਕਾ
ਜੀ ਹਾਂਜੀ, ਮੰਟੀਕਾ ਸ਼ਹਿਰ ਤੋਂ। ਹਾਂਜੀ ਤੇ ਭੈਣ ਜੀ, ਤੁਹਾਡਾ ਰੇਡੀਓ ਪੰਜਾਬੀ USA ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਲੋਕਾਂ ਨੂੰ ਚੇਤਨਤਾ ਦੇਣ ਵਾਸਤੇ ਆਪਾਂ ਹੋਕਾ ਦਿੰਦੇ ਰਹਿੰਦੇ ਆ। ਜੀ ਤੇ ਉਸੇ ਲੜੀ ਦੇ ਤਹਿਤ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਵੇਂ ਪੰਜਾਬ ਦੇ ਵਿੱਚ ਅਸੀਂ ਚੌਥਾ ਦਰਿਆ, ਜਿਹੜਾ 6ਵਾਂ ਦਰਿਆ ਗੱਲ ਕਰਦੇ ਆ, ਚੌਥਾ ਦਰਿਆ ਗੱਲ ਕਰਦੇ ਆ ਵੀ ਨਸ਼ਿਆਂ ਦਾ ਚੱਲਦਾ, ਉਸੇ ਤਰ੍ਹਾਂ ਦਾ ਹੀ ਕੁਝ ਦਰਿਆ ਜਿਹੜੇ ਨੇ ਉਹ ਨਸ਼ਿਆਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਚੱਲ ਰਹੇ ਨੇ, ਔਰ ਪੂਰੇ ਜ਼ੋਰਾਂ ਸ਼ੋਰਾਂ ਨਾਲ, ਖਾਸ ਤੌਰ ਤੇ ਕੈਲੀਫੋਰਨੀਆ ਜਾਂ ਹੋਰ ਕਈ ਜਿਹੜੀਆਂ ਸਟੇਟਾਂ ਨੇ ਉਹਨਾਂ 'ਚ ਨਸ਼ੇ ਦਾ ਰੁਝਾਨ ਜਿਹੜਾ ਬਹੁਤ ਵੱਧਦਾ ਜਾ ਰਿਹਾ। ਪਰਮਿੰਦਰ ਸਿੰਘ ਜੀ, ਸੌਰੀ ਮੈਂ ਤੈਨੂੰ ਕੱਟਦੀ ਆ, ਨਸ਼ਾ ਉੱਥੇ ਨਹੀਂ ਜਾ ਰਿਹਾ ਜਿੱਥੇ ਜਿੱਥੇ ਪੰਜਾਬੀ ਜ਼ਿਆਦਾ ਆ? ਸੋ ਇਹ ਤੁਹਾਡੀ ਗੱਲ, ਇਹ ਬੜਾ ਚਿੰਤਾ ਦਾ ਵਿਸ਼ਾ ਜੀ। ਜੇ ਇਸ ਗੱਲ ਨੂੰ, ਤੁਹਾਡੀ ਗੱਲ ਨੂੰ ਅਸੀਂ ਸੱਚ ਮੰਨ ਲਈਏ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਇਹ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਗਰਕ ਗਈਆਂ ਪੰਜਾਬ ਦੇ ਵਿੱਚ। ਅਸੀਂ ਰੋਜ਼ ਸਵੇਰੇ ਸ਼ਾਮ ਖਬਰਾਂ ਪੜ੍ਹਦੇ ਹਾਂ ਆਪਣੇ ਪਰਿਵਾਰਾਂ ਦਾ। ਮੇਰਾ ਖਿਆਲ ਕੋਈ ਉਹੋ ਜਿਹਾ ਜੀ ਨਹੀਂ, ਕੋਈ ਪਰਿਵਾਰ ਇਹੋ ਜਿਹਾ ਨਹੀਂ ਰਿਹਾ ਜਿਹਦੇ ਵਿੱਚ ਕੋਈ ਨਸ਼ਿਆਂ ਦੀ ਚਪੇਟ 'ਚ ਨਾ ਆਇਆ ਹੋਵੇ, ਜਿਹਦੇ ਘਰ ਕੋਈ ਮੌਤ ਨਾ ਹੋਈ ਹੋਵੇ, 70 ਨਾ ਪਿੱਛੇ ਹੋਣ ਮੌਤ ਦੇ। ਉਹ ਉੱਦਾਂ ਦਾ ਮੰਜ਼ਰ ਜਿਹੜਾ ਸਾਨੂੰ ਉਹ ਕੈਲੀਫੋਰਨੀਆ 'ਚ ਵੀ ਬਣਦਾ ਦਿਸ ਰਿਹਾ। ਔਰ ਮੈਂ ਇਸ ਗੱਲ ਦਾ ਮੈਂ ਗਵਾਹ, ਔਰ ਮੈਂ ਇਹ ਕਹਿਣਾ ਚਾਹਾਂਗਾ ਵੀ ਕੈਲੀਫੋਰਨੀਆ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ ਸਿਟੀ ਆਫ ਮੰਟੀਕਾ, ਉਹਦੇ ਵਿੱਚ ਆਪਣੀ ਜਿਹੜੀ ਪੰਜਾਬੀ ਕੌਮ ਹੈ ਉਹਨਾਂ ਨੇ ਇਸ ਗੱਲ ਦਾ ਹੁੰਗਾਰਾ ਦਿੱਤਾ ਵੀ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਲਾਮਬੰਦ ਹੋ ਕੇ, ਅਸੀਂ ਜੇ ਸਰਕਾਰ ਨਸ਼ਿਆਂ ਦੀ ਗੱਲ ਕਰੇਗੀ ਸਾਡੇ ਸ਼ਹਿਰ ਦੇ ਵਿੱਚ ਨਸ਼ੇ ਲਿਆਉਣ ਦੀ, ਤੇ ਅਸੀਂ ਉਹਦੀ ਖੁੱਲ੍ਹ ਕੇ ਡਟ ਕੇ ਮੁਖਾਲਫਤ ਕਰਾਂਗੇ ਔਰ ਇਸ ਗੱਲ ਦਾ ਪਹਿਰਾ ਦੇਵਾਂਗੇ ਕਿ ਸਾਡੇ ਸ਼ਹਿਰ ਦੇ ਵਿੱਚ ਨਸ਼ਿਆਂ ਦੀ ਜਿਹੜੀ ਆ ਉਹ ਰੋਕਥਾਮ ਹੋ ਸਕੇ, ਨਸ਼ੇ ਜਿਹੜੇ ਆ ਉਹ ਨਾ ਵਧਣ। ਬਿਲਕੁਲ। ਮੈਂ ਕਹਿੰਦੀ ਜਿਹੜੀ ਤੁਸੀਂ ਇਹ ਬੀੜਾ ਚੱਕਿਆ, ਕਈ ਵਾਰੀ ਮੈਨੂੰ ਐਂ ਲੱਗਦਾ ਹੁੰਦਾ ਕਿ ਸਾਡੀ ਦੂਰ ਦੀ ਨਜ਼ਰ ਬਹੁਤ ਠੀਕ ਆ, ਜਿੱਦਾਂ ਸਾਨੂੰ ਪੰਜਾਬ ਦੇ ਵਿੱਚ ਤਾਂ ਸਾਰਾ ਕੁਛ ਦਿਖਦਾ ਆ, ਪਰ ਆਪਣੀ ਗਲੀ 'ਚ ਨਹੀਂ ਦਿਖਦਾ ਵੀ ਸਾਡੀ ਗਲੀ ਦੇ ਵਿੱਚ ਕੀ ਹੋ ਰਿਹਾ ਜਿੱਥੇ ਅਸੀਂ ਰਹਿੰਦੇ ਹਾਂ। ਸੋ ਨਸ਼ਾ, ਕਈ ਲੋਕ ਦੇਖੋ ਪਰਮਿੰਦਰ ਜੀ ਤੁਸੀਂ ਗੱਲ ਕੀਤੀ ਆ, ਕਈ ਲੋਕ ਕਹਿੰਦੇ ਨਹੀਂ ਆਹ ਨਸ਼ਾ ਨਹੀਂ, ਆਹ ਦਵਾਈ ਆ, ਆਹ ਨਹੀਂ ਇੱਦਾਂ। ਪਰ ਦੇਖੋ ਹੁਣ ਨੁਕਸਾਨ ਤੇ ਚੀਜ਼ਾਂ ਦੇ ਹੁੰਦੇ ਹੀ ਆ ਨਾ। ਜਿਹੜੀ ਚੀਜ਼ ਦੀ ਤੁਸੀਂ ਗੱਲ ਕਰ ਰਹੇ, ਨਸ਼ੇ ਨਹੀਂ ਆਉਣੇ ਚਾਹੀਦੇ, ਇਹ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਆ ਇਸ ਵੇਲੇ। ਬਿਲਕੁਲ ਬਿਲਕੁਲ। ਮੈਂ ਇੱਥੇ ਦੱਸਣਾ ਚਾਹਾਂਗਾ ਭੈਣ ਜੀ ਵੀ ਕੈਲੀਫੋਰਨੀਆ ਦੇ ਨਾ ਵਿੱਚ, ਵੈਸੇ ਤਾਂ ਫੈਡਰਲੀ 'ਚ ਦੇਖਿਆ ਜਾਵੇ ਤਾਂ ਕੌਮੀ ਪੱਧਰ ਤੇ ਤਾਂ ਜਿਹੜਾ ਇਹ ਮਰਵਾਨਾ ਦੀ ਕੈਨਬਸ ਦੀ ਤੁਸੀਂ ਗੱਲ ਕੀਤੀ ਆ, ਇਹ ਅਜੇ ਵੀ ਬੈਨ ਹੈ। ਬੈਨ ਆ ਫੈਡਰਲ ਤੇ ਤਾਂ ਬੈਨ ਆ। ਹਾਂ, ਫੈਡਰਲ ਅਜੇ ਵੀ ਬੈਨ ਹੈ। ਕੈਲੀਫੋਰਨੀਆ ਦੇ ਵਿੱਚ ਲਿਬਰਲ ਸਟੇਟ ਹੋਣ ਕਰਕੇ ਇਹਨਾਂ ਨੇ ਕੁਝ ਚਿਰ ਪਹਿਲਾਂ ਜਿਹੜਾ ਹੈ ਇਹਨੂੰ ਲੀਗਲ ਕਰਤਾ ਵੀ ਇਹ ਕੈਲੀਫੋਰਨੀਆ ਦੇ ਵਿੱਚ ਕੈਨਬਸ ਜਿਹੜਾ ਉਹ ਲੀਗਲ ਹੈ। ਲੀਗਲ ਦਾ ਮਤਲਬ ਇਹ ਨਹੀਂ ਹੈ, ਲੀਗਲ ਦਾ ਮਤਲਬ ਇਹ ਹੈ ਕਿ ਜੇ ਸਿਟੀ ਕੋਈ ਚਾਹੁੰਦਾ ਹੈ, ਜਿੱਥੇ ਕਿਤੇ ਲੋਕ ਚਾਹਣ ਉਹ ਲੋਕ ਇਹਨੂੰ ਲੈ ਕੇ ਆ ਸਕਦੇ ਨੇ। ਜਿਹੜੀ ਕਮਿਊਨਿਟੀ ਚਾਹੇ ਵੀ ਇਹ ਸਾਡੇ ਹੱਕ 'ਚ ਨਹੀਂ, ਉਹ ਇਹਨੂੰ ਨਾ ਵੀ ਕਰ ਸਕਦੀ ਆ। ਸੋ ਇਹ ਵੇਚਣਾ ਔਰ ਇਹਦੀ ਖੇਤੀ ਕਰਨਾ ਕੈਲੀਫੋਰਨੀਆ ਦੇ ਵਿੱਚ ਦੋਵੇਂ ਹੀ ਤਰੀਕੇ ਨਾਲ ਇਹ ਕਾਨੂੰਨੀ ਹੈ। ਇਹ ਜੇ ਤੁਸੀਂ ਆਪਣੇ ਘਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਚਾਹੁੰਦੇ ਆ ਤਾਂ ਤੁਸੀਂ ਆਪਣੇ ਯੂਜ਼ ਵਾਸਤੇ 6 ਬੂਟੇ ਜਿਹੜੇ ਆ ਤੁਸੀਂ ਕੈਨਬਸ ਦੇ ਉਹ ਲਾ ਸਕਦੇ ਆ। ਸਿਨੇਮਾ ਕੀ ਸਾਡੀ ਜਿਹੜੀ ਆ ਉਹਦੀ ਕਾਉਂਟੀ ਦੇ ਹਿਸਾਬ ਦੇ ਨਾਲ। ਪਰ ਇਹ ਦੁੱਖ ਉਦੋਂ ਹੁੰਦਾ ਦੁੱਖ ਜਦੋਂ ਕਹਿੰਦੇ ਦੂਜੇ ਦੇ ਘਰ ਲੱਗਦੀ ਆ ਤਾਂ ਉਹ ਬਸੰਤਰ ਦੇਵਤਾ, ਜਦੋਂ ਸਾਡੇ ਘਰ ਲੱਗਦੀ ਆ ਤਾਂ ਉਦੋਂ ਇਹ ਅੱਗ ਹੈ। ਸਾਨੂੰ ਵੀ ਇਸ ਚੀਜ਼ ਦਾ ਉਹਨਾਂ ਚਿਰ ਇਲਮ ਨਹੀਂ ਸੀ, ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ। ਹੁਣ ਦਿਨੋਂ ਦਿਨ ਜਿਵੇਂ ਜਿਵੇਂ ਕਾਨੂੰਨ ਅੱਗੇ ਬਣਦੇ ਗਏ ਉਵੇਂ ਸਾਨੂੰ ਪਤਾ ਲੱਗਾ ਵੀ ਇਹ ਜਿਹੜਾ ਕੈਨਬਸ ਦੀ ਆੜ ਦੇ ਵਿੱਚ ਇਹ ਆਪਣੀ ਜਿਹੜੀ ਪੰਜਾਬੀ ਕੌਮ ਹੈ ਜਾਂ ਹੋਰ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਸ ਕਗਾਰ ਤੇ ਲਿਆ ਕੇ ਖੜਾ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਸਭ ਤੋਂ ਪਹਿਲੀ ਜਿਹੜੀ ਗੱਲ ਹੈ ਜੀ, ਇਹ ਭੰਗ ਦਾ ਨਸ਼ਾ ਜਿਹੜਾ ਹੈ ਇਹ ਤੁਹਾਡੇ ਬ੍ਰੇਨ ਨੂੰ ਆਕਸੀਜਨ ਦੀ ਘਾਟ ਹੋ ਜਾਂਦੀ ਹੈ, ਜਿਹਦੇ ਨਾਲ ਬਾਡੀ ਜਿਹੜੀ ਆ ਡਾਊਨ ਹੋ ਜਾਂਦੀ ਆ। ਰਮਿੰਦਰ ਜੀ, ਇਹਦਾ ਬਹੁਤ ਨੁਕਸਾਨ ਆ, ਬਹੁਤ ਜ਼ਿਆਦਾ। ਮੈਂ ਇੱਕ ਡਾਕਟਰ ਦੀ ਇੰਟਰਵਿਊ ਸੁਣਦੀ ਸੀ, ਬਹੁਤ ਜ਼ਿਆਦਾ ਨੁਕਸਾਨ ਆ, ਸਪੈਸ਼ਲੀ ਯੰਗ ਮੁੰਡੇ ਕੁੜੀਆਂ ਨੂੰ। ਇਹਦੇ ਜੀ ਅੱਜ ਦੀ ਤਰੀਕ 'ਚ ਸਾਡੇ ਕੈਲੀਫੋਰਨੀਆ ਦੇ ਵਿੱਚ ਜੇ ਆਪਾਂ ਪਤਾ ਕਰੀਏ ਨਾ ਤਾਂ ਪਤਾ ਲੱਗਦਾ ਵੀ ਬਹੁਤ ਸਕੂਲਾਂ ਦੇ ਵਿੱਚ, ਈਵਨ ਹਾਈ ਸਕੂਲਾਂ ਤੋਂ ਵੀ ਅੱਗੇ, ਇਹ ਸਕੂਲਾਂ ਦੇ ਵਿੱਚ ਇਹ ਚੀਜ਼ ਮਿਲਦੀ ਆ ਇਲੀਗਲ ਤੌਰ ਤੇ। ਦੇਖੋ ਜੀ, ਤੇ ਹੁਣ ਜਿਵੇਂ ਜਿਵੇਂ ਇਹ ਚੀਜ਼ ਲੀਗਲ ਲਿਆਂਦੀ ਜਾਏਗੀ ਉਵੇਂ ਉਵੇਂ ਇਹ ਚੀਜ਼ ਦੀ ਮਾਰਕੀਟ ਨਾਲ ਉਵੇਂ ਉਵੇਂ ਲੋਕਾਂ ਦਾ ਰੁਝਾਨ ਹੋਰ ਬਣੇਗਾ। ਸਾਨੂੰ ਤੇ ਇਹ ਵੀ ਦਿਸ ਰਿਹਾ ਕਿ ਜੇ ਇਸੇ ਤਰੀਕੇ ਨਾਲ ਇਹਦਾ ਵਹਾਅ ਕੈਨਬਸ ਦਾ ਇੱਦਾਂ ਰਿਹਾ, ਉਹ ਦਿਨ ਦੂਰ ਨਹੀਂ ਜਦੋਂ ਵਿਆਹਾਂ ਸ਼ਾਦੀਆਂ ਦੇ ਵਿੱਚ ਇਹਨਾਂ ਦੇ ਸਟਾਲ ਲੱਗਿਆ ਕਰਨਗੇ, ਇਹਨਾਂ ਦੇ ਬਾਰ ਲੱਗਿਆ ਕਰਨਗੇ, ਉੱਥੇ ਲੋਕੀ ਜਾ ਕੇ ਕੈਂਡੀਆਂ ਦੇ ਰੂਪ ਦੇ ਵਿੱਚ, ਕੁੱਕੀਆਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਖਾਇਆ ਕਰਨਗੇ। ਬਿਲਕੁਲ ਸੁਣਦੇ ਆ ਵੀ ਇਲੀਗਲੀ, ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਵੇਚੀਆਂ ਜਾਂਦੀਆਂ, ਲੋਕਾਂ ਨੂੰ ਬਚਣ ਲਈ ਕਿਹਾ ਜਾਂਦਾ ਬੱਚਿਆਂ ਨੂੰ। ਦੇਖੋ ਜੀ, ਸਾਡੇ ਸ਼ਹਿਰ ਦੇ ਵਿੱਚ ਭੈਣ ਜੀ, ਸਾਡੇ ਅੱਜ ਤੋਂ ਜਿਹੜੀ ਪਹਿਲਾ ਕੌਂਸਲ ਸੀ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਉਸ ਕੌਂਸਲ ਦੇ ਵਿੱਚ ਵੀ ਕੈਨਬਸ ਦੀ ਰੀਟੇਲ ਲਿਆਉਣ ਦੀ ਗੱਲ ਕੀਤੀ ਗਈ। ਹਾਲਾਂਕਿ ਨੋ ਡਾਊਟ ਕੈਲੀਫੋਰਨੀਆ ਦੇ ਵਿੱਚ ਇਹ ਗੱਲ ਬਿਲਕੁਲ ਲੀਗਲ ਹੈ। ਸਾਡੇ ਸ਼ਹਿਰ ਦੇ ਵਿੱਚ ਜਦੋਂ ਪਿਛਲੀ ਕੌਂਸਲ ਸੀ, ਉਸ ਕੌਂਸਲ ਪੁਲਿਸ ਦੇ ਹਿਸਾਬ ਦੇ ਨਾਲ ਪੁਲਿਸ ਨੇ ਜਦੋਂ ਉਹਦਾ ਵੇਰਵਾ ਦਿੱਤਾ
ਵੀ ਇਹਦੇ ਬਹੁਤ ਨੁਕਸਾਨ ਨੇ, ਇਹਦਾ ਕ੍ਰਾਈਮ ਵੀ ਵਧੇਗਾ, ਇਹ ਤੁਹਾਡੇ ਤੋਂ ਠੱਲ ਨਹੀਂ ਪੈਣੀ ਇਸ ਚੀਜ਼ ਨੂੰ। ਤੇ ਪਿਛਲੀ ਕੌਂਸਲ ਨੇ ਇਸ ਮਤੇ ਨੂੰ ਕੌਂਸਲ ਦੇ ਵਿੱਚ ਲਿਆਣਾ ਹੀ ਵਾਜਬ ਨਹੀਂ ਸਮਝਿਆ। ਔਰ ਸਾਡੀ ਜਿਹੜੀ ਹੁਣ ਦੀ ਮੌਜੂਦਾ ਲੀਡਰਸ਼ਿਪ ਹੈ, ਉਹਨਾਂ ਨੇ ਲੋਕਾਂ ਤੋਂ ਬਾਹਰ ਜਾ ਕੇ, ਲੋਕ ਰਾਏ ਦੇ ਉਲਟ ਜਾ ਕੇ, ਮੈਂ ਕਹਾਂਗਾ ਵੀ ਸਾਡੇ ਸ਼ਹਿਰ ਦੇ ਵਿੱਚ 3 ਸਟੋਰ ਲਿਆ, ਉਹ ਫੈਸਲਾ ਲਿਆ। ਔਰ ਉਸ ਫੈਸਲੇ ਦੇ ਤਹਿਤ ਸ਼ਹਿਰ ਦਾ ਪੂਰਾ ਜ਼ੋਰ ਕਿ ਇਹਨੂੰ 3 ਸਟੋਰ ਕਿੱਥੇ ਕਿੱਥੇ ਖੋਲ੍ਹੇ ਜਾਣ, ਕਿਵੇਂ ਖੋਲ੍ਹੇ ਜਾਣ, ਕਿਹਨੂੰ ਦਿੱਤੇ ਜਾਣ। ਸੋ ਜਦੋਂ ਇਹ ਲੀਗਲ ਚੀਜ਼ ਹੋ ਗਈ, ਉਦੋਂ ਤਾਂ ਇਸ ਚੀਜ਼ ਨੇ ਰੁਕਣਾ ਨਹੀਂ। ਅਸੀਂ ਇਸ ਚੀਜ਼ ਨੂੰ ਖੁੱਲਣ ਤੋਂ ਪਹਿਲਾਂ ਹੀ ਰੋਕ ਸਕਦੇ ਹਾਂ। ਇਸ ਕਰਕੇ ਸਾਡੀ ਕਮਿਊਨਿਟੀ ਜਿਹੜੀ ਆ ਮੰਡੀਕੇ ਸ਼ਹਿਰ ਦੀ, ਉਹ ਲਾਮਬੰਦ ਹੈ, ਤਾਂ ਕਿ ਅਸੀਂ ਇਸ ਚੀਜ਼ ਨੂੰ ਹੈਡ ਡਾਊਨ, ਅਸੀਂ ਇਸ ਫੈਸਲੇ ਦੇ ਵਿਰੁੱਧ ਡਟ ਚੁੱਕੇ ਹਾਂ। ਔਰ ਅਸੀਂ ਪਹਿਰਾ ਦੇਣਾ ਚਾਹੁੰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਠੀਕਰੀ ਪਹਿਰਾ ਪਿੰਡਾਂ ਦੇ ਵਿੱਚ ਦਿੱਤਾ ਜਾ ਰਿਹਾ, ਵੀ ਸਾਡੇ ਸ਼ਹਿਰ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ, ਨਾ ਵਿਕਣ ਦਿੱਤਾ ਜਾਵੇ। ਸਾਡਾ ਵੀ ਪੂਰਾ ਜ਼ੋਰ ਲੱਗਿਆ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਭੰਗ ਦੇ ਸਟੋਰ ਜਿਹੜੇ ਆ ਉਹ ਨਾ ਖੁੱਲਣ ਦਈਏ। ਬਿਲਕੁਲ ਜੀ, ਤੁਸੀਂ ਕਹਿੰਦੇ ਹੁੰਦੇ ਵੀ ਜਿਹੜੀ ਮਾੜੀ ਚੀਜ਼ ਆ ਰਹੀ ਆ ਉਸ ਦੇ ਖਿਲਾਫ ਡਟਣਾ, ਉਸ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਬੇਸ਼ੱਕ ਲੀਗਲ ਆ, ਬਹੁਤੇ ਪਖੰਡ ਕੀਤੇ ਜਾਂਦੇ ਕਿ ਦਵਾਈ ਦੇ ਤੌਰ 'ਤੇ ਆ, ਦਵਾਈ ਉਦੋਂ ਦਿੱਤੀ ਜਾਂਦੀ ਬੰਦਾ ਜਦੋਂ ਮਰਨ ਕਿਨਾਰੇ ਹੁੰਦਾ ਆ। ਜੇ ਤੁਸੀਂ ਪਹਿਲਾਂ ਹੀ ਮਾਰ ਲੈਣਾ ਲੋਕਾਂ ਨੂੰ, ਪਹਿਲਾਂ ਹੀ ਤੁਸੀਂ ਉਧਰ ਨੂੰ ਤੋਰ ਲੈਣਾ ਆ, ਤੇ ਇਹਦਾ ਫਾਇਦਾ ਕੀ ਹੈ? ਤੁਹਾਨੂੰ ਸਾਰਿਆਂ ਨੂੰ, ਸਾਨੂੰ ਪਤਾ ਵੀ ਜਦੋਂ ਕਿਸੇ ਨੂੰ ਕੈਂਸਰ ਹੋ ਜਾਂਦਾ ਆ, ਕੈਂਸਰ ਜਦੋਂ ਆਖਰੀ ਸਟੇਜਾਂ 'ਤੇ ਹੁੰਦਾ ਆ ਨਾ, ਸਪੈਸ਼ਲੀ ਬਜ਼ੁਰਗਾਂ ਨੂੰ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਕਿ ਉਹਨਾਂ ਨੂੰ ਬਹੁਤੀ ਤਕਲੀਫ ਨਾ ਹੋਵੇ। ਤੇ ਇਹ ਜਿਹੜਾ ਤੁਸੀਂ ਹੁਣ ਲਿਆ, ਬਿਲਕੁਲ ਕਰੋ, ਕੰਟੀਨਿਊ ਕਰੋ। ਜਿੱਥੋਂ ਤੱਕ ਇਹ ਦਵਾਈ ਦੇ ਤੌਰ ਤੇ ਵਰਤਣ ਦੀ ਗੱਲ ਹੈ, ਉਹ ਸਾਡੇ ਸ਼ਹਿਰ ਦੇ ਵਿੱਚ ਆਲਰੇਡੀ ਜਿਹੜਾ ਉਹ ਮਿਲਦਾ ਹੈ ਜੀ। ਇੱਥੇ ਬਹੁਤ ਐਪਾਂ ਨੇ, ਤੁਸੀਂ ਕਿਤੇ ਵੀ ਜਾ ਕੇ ਐਪ ਤੋਂ ਆਰਡਰ ਕਰ ਸਕਦੇ ਹੋ। ਤੁਹਾਡੇ ਘਰ ਬੈਠੇ ਉਹ ਨਸ਼ਾ ਜਿਹੜਾ ਹੈ ਉਹ ਖੁੱਲ ਕੇ ਆ ਕੇ ਮਿਲ ਜਾਂਦਾ ਤੁਹਾਨੂੰ। ਔਰ ਸਾਡੇ ਜਿਹੜੇ ਲਾਗਲੇ ਸ਼ਹਿਰ ਨੇ, ਉਹਨਾਂ ਸ਼ਹਿਰਾਂ ਦੇ ਵਿੱਚ ਕ੍ਰਾਈਮ ਇੰਨਾ ਹੈ, ਹੋਮਲੈਸਨੈਸ ਇੰਨੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਖਾਸ ਤੌਰ ਤੇ ਮੋਡੈਸਟੋ ਸਾਡੇ ਨਾਲ ਸ਼ਹਿਰ ਹੈ, ਸਟਾਕਟਨ ਸਾਡੇ ਨਾਲ ਸ਼ਹਿਰ ਹੈ, ਤੇ ਅਸੀਂ ਮੰਜ਼ਰ ਦੇਖਦੇ ਹਾਂ ਜੀ ਓਕਲੈਂਡ, ਸੈਨ ਫਰਾਂਸਿਸਕੋ ਦਾ ਕੀ ਹਾਲਤ ਹੈ ਉਹਨਾਂ ਦੀ ਕੈਨੇਬਿਸ ਕਰਕੇ ਜਾਂ ਹੋਮਲੈਸਨੈਸ ਕਰਕੇ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸ਼ਹਿਰ ਦੇ ਹਾਲਤ ਜਿਹੜੇ ਆ ਉਹ ਵੀ ਇਸ ਵੱਧਦਾਰ ਹੋ ਜਾਣ ਕਿ ਸਾਡਾ ਰਹਿਣਾ ਦੂਭਰ ਹੋ ਜਾਏ ਇੱਥੇ। ਕੀ ਪਰਮਿੰਦਰ ਜੀ, ਕਮਿਊਨਿਟੀ ਹੋਰ ਵੀ ਇਸ ਚੀਜ਼ ਲਈ ਜਾਗਰੂਕ ਹੋਈ ਆ ਜਾਂ ਹੋਰ ਵੀ ਕਮਿਊਨਿਟੀਆਂ ਰਹਿੰਦੀਆਂ ਆ, ਉਹਨਾਂ ਦੀ ਕੀ ਪੋਜੀਸ਼ਨ ਆ? ਇਹ ਬਹੁਤ ਵਧੀਆ ਸਵਾਲ ਹੈ ਭੈਣ ਜੀ। ਇਸ ਚੀਜ਼ ਦੀ ਵਿਰੋਧਤਾ ਜੀ ਸਾਡੇ ਲੋਕਲ ਕਈ ਚਰਚਾ ਨੇ ਕੀਤੀ ਇੱਥੇ, ਜਦੋਂ ਇਹ ਮੁੱਦਾ ਸਿਟੀ ਕੌਂਸਲ ਦੇ ਵਿੱਚ ਲਿਆਂਦਾ ਗਿਆ ਜੀ। ਸਾਡੀ ਪੰਜਾਬੀ ਕਮਿਊਨਿਟੀ ਦੀ ਜੇ ਮੈਂ ਗੱਲ ਕਰਾਂ ਤੇ ਅਸੀਂ ਥੋੜੇ ਜਿਹੇ ਇਸ ਪੱਖੋਂ ਨਾਲ ਅਸੀਂ ਉਦੋਂ ਜਾਗਦੇ ਹਾਂ ਜਦੋਂ ਸਾਡੇ ਗਿੱਟੇ ਜਾ ਕੇ ਸੱਟ ਵੱਜਦੀ ਆ। ਹੁਣ ਜਦੋਂ ਬਿਲਕੁਲ ਜਾ ਕੇ ਖੁੱਲਣ ਦੇ ਕਿਨਾਰੇ ਕੰਮ ਆ ਗਿਆ, ਸਾਡੀਆਂ ਅੱਖਾਂ ਕਮਿਊਨਿਟੀ ਦੀਆਂ ਉਦੋਂ ਖੁੱਲੀਆਂ। ਪਰ ਇਹਨਾਂ ਲੋਕਾਂ ਨਾਲ ਅਸੀਂ ਸਾਥ ਉਦੋਂ ਜੇ ਦਿੱਤਾ ਹੁੰਦਾ ਤਾਂ ਸ਼ਾਇਦ ਸਾਨੂੰ ਆਹ ਦਿਨ ਦੇਖਣਾ ਨਾ ਪੈਂਦਾ। ਇੱਥੋਂ ਦੇ ਗੋਰਿਆਂ ਨੇ, ਇੱਥੋਂ ਦੇ ਜਿਹੜੇ ਚਰਚ ਦੇ ਲੋਕ ਜਾਣ ਵਾਲੇ ਨੇ, ਉਹਨਾਂ ਨੇ ਬਹੁਤ ਵਿਰੋਧਤਾ ਕੀਤੀ। ਪਰ ਕੁਝ ਜਾਤੀ ਮਫਾਦ ਕਰਕੇ, ਪਰਸਨਲ ਹੋਣ ਕਰਕੇ ਇਹ ਸਿਟੀ ਕੌਂਸਲ ਨੇ ਇਹ ਫੈਸਲਾ ਲੈ ਲਿਆ। ਤੇ ਜਦੋਂ ਅਸੀਂ ਇਸ ਫੈਸਲੇ ਤੋਂ ਬਾਅਦ ਹੁਣ ਜਾ ਕੇ ਕਮਿਊਨਿਟੀ ਦੇ ਤੌਰ ਤੇ ਸਾਰੇ ਲੀਡਰਾਂ ਨੂੰ ਮਿਲੇ ਆ ਜੀ, ਜਾ ਕੇ ਸਾਰੇ ਕੌਂਸਲ ਮੈਂਬਰਾਂ ਨੂੰ। ਸਿਰਫ ਇੱਕ ਕੌਂਸਲ ਮੈਂਬਰ ਅਜੇ ਮਿਲਣ ਕੋਲੋਂ ਰਹਿੰਦਾ, ਬਾਕੀ ਅਸੀਂ ਇੱਥੋਂ ਦੇ ਮੇਅਰ, ਇੱਥੋਂ ਦੇ 3 ਕੌਂਸਲ ਮੈਂਬਰ ਹੋਰਾਂ ਨੂੰ ਜਾ ਕੇ ਮਿਲ ਚੁੱਕੇ ਆ। ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਜਾ ਕੇ, ਤਾਂ ਸਾਨੂੰ ਇੱਕੋ ਗੱਲ ਉਹਨਾਂ ਨੇ ਦੱਸੀ ਆ ਕਿ ਇਹ ਸਿਰਫ ਰੈਵਨਿਊ ਪੱਖੋਂ ਜਿਹੜਾ ਹੈ ਉਹ ਅਸੀਂ ਲਿਆਉਣਾ ਚਾਹੁੰਦੇ ਆ ਇਸ ਸ਼ਹਿਰ ਦੇ ਵਿੱਚ। ਫਿਰ ਜਦੋਂ ਅਸੀਂ ਹੋਰ ਡੇਟਾ ਖੰਗਾਲਿਆ ਵੀ ਇਹ ਤਾਂ ਰੈਵਨਿਊ ਦੇਖੀਏ ਤਾਂ ਸਹੀ, ਰੈਵਨਿਊ ਪੁੱਛੀਏ ਤਾਂ ਸਹੀ ਵੀ ਇਹਦੀ ਪ੍ਰੋਜੈਕਸ਼ਨ ਕੀ ਆ, ਸਾਨੂੰ ਸਿਟੀ ਦਾ ਕੋਈ ਵੀ। ਤੁਹਾਡੀ ਆਵਾਜ਼ ਟੁੱਟ ਜਾਂਦੀ ਆ ਜੀ ਪਰਮਿੰਦਰ ਜੀ। ਸ਼ਹਿਰ ਦਾ ਹਾਂਜੀ, ਤੁਸੀਂ ਰੈਵਨਿਊ ਦੱਸਿਓ, ਤੁਹਾਡੀ ਆਵਾਜ਼ ਟੁੱਟ ਗਈ। ਹਾਂਜੀ, ਜਦੋਂ ਅਸੀਂ ਜਾ ਕੇ ਇਹਦਾ ਡੇਟਾ ਖੰਗਾਲਿਆ ਕਿ ਰੈਵਨਿਊ ਕਿੰਨਾ ਕੁ ਹੈ, ਅਸੀਂ ਫ੍ਰਿਜਨੋ ਸ਼ਹਿਰ ਦੀਆਂ ਸਟੋਰੀਆਂ ਦੇਖੀਆਂ ਜਿਨ੍ਹਾਂ 'ਚ ਅੱਜ ਤੋਂ ਕਈ ਸਾਲ ਪਹਿਲਾਂ ਇਹ ਭੰਗ ਦੇ ਜਿਹੜੇ ਸਟੋਰ ਖੁੱਲੇ ਤੇ ਵਿਕਣੇ ਸ਼ੁਰੂ ਹੋਏ। ਇੱਕ ਕਲੋਰਾਡੋ ਸਟੇਟ ਹੈ ਜੀ, ਉੱਥੇ ਬਹੁਤ ਸਟੋਰ ਖੁੱਲੇ ਤੇ ਵਿਕੇ। ਉਹਨਾਂ ਸਟੇਟਾਂ ਦੀ ਹਾਲਤ ਇਹ ਹੈ ਕਿ ਜਿਹੜੇ ਸਟੋਰ ਖੁੱਲੇ ਸੀ ਉਹ ਬੰਦ ਹੋ ਰਹੇ ਨੇ, ਮੰਦਹਾਲੀ ਦੇ ਵਿੱਚ ਨੇ ਸਟੋਰ। ਔਰ ਜਿੰਨਾ ਉਹਨਾਂ ਨੇ ਪ੍ਰੋਜੈਕਸ਼ਨ ਕੀਤੀ ਸੀ ਫ੍ਰਿਜਨੋ ਦੇ ਵਿੱਚ, ਉਹਦਾ 10% ਤੋਂ ਲੈ ਕੇ 20% ਰੈਵਨਿਊ ਜਿਹੜਾ ਜੀ ਉਹ ਸਿਟੀ ਨੂੰ ਮਿਲਿਆ। ਅਦਰਵਾਈਜ਼ ਜਿੰਨਾ ਅੱਜ ਤੱਕ ਉਹ ਰੀਅਲਾਈਜ਼ ਨਹੀਂ ਕਰ ਸਕੇ ਜਿੰਨਾ ਪ੍ਰੋਜੈਕਸ਼ਨ ਕੀਤੀ ਗਈ ਸੀ ਰੈਵਨਿਊ ਦੀ। ਸੋ ਰੈਵਨਿਊ ਪੱਖੋਂ ਤਾਂ ਤੁਸੀਂ ਰੈਵਨਿਊ ਕਮਾ ਨਹੀਂ ਸਕੇ, ਪਰ ਉਹਦਾ ਨਤੀਜਾ ਇਹ ਨਿਕਲਿਆ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੋਮਲੈਸਨੈਸ ਵੱਧ ਗਈ, ਤੁਹਾਡੇ ਸ਼ਹਿਰ ਦੇ ਵਿੱਚ ਇਲੀਗਲ ਕ੍ਰਾਈਮ ਵੱਧ ਗਿਆ। ਕੱਲਾ ਇਲੀਗਲ ਨਹੀਂ ਜੀ, ਜਦੋਂ ਇਹ ਕੈਨੇਬਸ ਆ ਕੇ ਲੀਗਲ ਵਿਕਦੀ ਹੈ, ਇਹਦੇ ਨਾਲ ਨਾਲ ਇਲੀਗਲ ਕੈਨੇਬਸ ਵਿਕਣ ਦਾ ਵਪਾਰ ਜਿਹੜਾ ਉਹ ਵੀ ਕਈ ਗੁਣਾ ਵੱਧ ਜਾਂਦਾ, ਜ਼ਿਆਦਾ ਵੱਧਦਾ। ਇਹਦੇ ਵਿੱਚ ਪੈਸਾ ਬਹੁਤ ਇਨਵੋਲਵ ਹੈ। ਜਿੱਥੇ ਜਿੱਥੇ ਕੈਨੇਬਸ ਲੀਗਲ ਹੋਈ ਹੈ, ਉੱਥੇ ਉੱਥੇ ਇਲੀਗਲ ਕੈਨੇਬਸ ਕਰਕੇ ਲੀਗਲ ਕੈਨੇਬਸ ਬਿਜ਼ਨਸ ਜਿਹੜਾ ਹੈ ਉਹ ਥੱਲੇ ਜਾ ਰਿਹਾ ਉਹਨਾਂ ਥਾਵਾਂ ਤੇ। ਸੋ ਸਾਨੂੰ ਇਹ ਫਿਊਚਰ ਦਿਸਦਾ ਕਿ ਸਾਡਾ ਸ਼ਹਿਰ ਜਿਹੜਾ, ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈ, ਜਿਹਨੂੰ ਅਸੀਂ ਮਿਨੀ ਪੰਜਾਬ ਹੁਣ ਅਸੀਂ ਮੰਡੀਕਾ ਸ਼ਹਿਰ ਨੂੰ ਦੇ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਜਿਹੜਾ ਸਾਡੇ ਸ਼ਹਿਰ 'ਚ ਆਏ
ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਨਿਸ ਤੋਂ ਨਾਬੂਦ ਹੋਵੇ ਇਸ ਨਸ਼ੇ ਦੇ ਨਾਲ। ਮਤਲਬ ਤੁਸੀਂ ਦੇਖ ਲਓ, ਤੁਸੀਂ ਫ੍ਰਿਜ਼ਨੋ ਦੀ ਗੱਲ ਕੀਤੀ ਆ, ਹੁਣ ਜਦੋਂ ਲਿਖਿਆ ਪੜ੍ਹਦੇ ਆ, ਇੱਧਰ ਉੱਧਰ ਉਹਦੀ ਖੋਜ ਕਰਦੇ ਆ, ਉਹ ਹੁਣ ਜੇ ਪੰਜਾਬੀ 'ਚ ਕਹੀਏ ਤਾਂ ਉਹਨੂੰ ਸ਼ਰਾਬੀਆਂ ਦਾ ਸ਼ਹਿਰ ਕਹਿੰਦੇ ਵੀ ਇੱਥੇ ਸ਼ਰਾਬ ਬਹੁਤ ਹੁੰਦੀ ਆ ਨਾ, ਇੱਥੇ ਐਕਸੀਡੈਂਟ ਹੁੰਦੇ, ਉਹ ਹੁੰਦੀ, ਫਿਰ ਸ਼ਹਿਰਾਂ ਦੇ ਨਾਂ ਪੈ ਜਾਂਦੇ ਆ, ਹੈ ਨਾ। ਤੁਹਾਨੂੰ ਵੀ ਡਰ ਲੱਗਦਾ ਹੋ ਕਿਤੇ ਭੰਗੀਆਂ ਦਾ ਸ਼ਹਿਰ ਨਾ ਪੈ ਜਾਵੇ, ਹੈ ਨਾ, ਜੇ ਇੰਨੇ 3 ਸਟੋਰ ਖੁੱਲ੍ਹ ਰਹੇ ਆ। ਦੇਖੋ ਜਿੱਥੇ ਚੀਜ਼ ਆਮ ਮਿਲਦੀ ਆ, ਆਪਾਂ ਪੰਜਾਬ ਦੀ ਪਰਮਿੰਦਰ ਜੀ ਜੇ ਗੱਲ ਕਰੀਏ ਤਾਂ ਕਿਤੇ ਕਿਤੇ ਕੋਈ ਬੰਦਾ ਨਾ ਡੋਡੇ ਪੀਂਦਾ ਹੁੰਦਾ ਸੀਗਾ, ਉਹਨੂੰ ਕਹਿਣਾ ਇਹ ਨਸ਼ੇੜੀ ਆ, ਹੈ ਨਾ। ਫਿਰ ਜਿਉਂ ਚੀਜ਼ਾਂ ਹੁਣ ਕਿਸ ਤਰ੍ਹਾਂ ਦੇ ਉੱਥੇ ਨਸ਼ੇ ਆ ਗਏ, ਖੁੱਲ੍ਹੇ ਮਿਲਦੇ ਕਰਕੇ ਲੋਕੀ ਖਾਂਦੇ ਆ ਨਾ, ਖੁੱਲ੍ਹੇ ਮਿਲਦੇ ਆ ਤਾਂ ਹੀ ਲੋਕੀ ਲਾ ਲੈਂਦੇ ਆ। ਸੋ ਉੱਥੇ ਤਾਂ ਸਾਡੀ ਨਿਗਾਹ ਹੈਗੀ ਆ ਸਾਰਿਆਂ ਦੀ, ਪਰ ਇੱਥੇ ਵੀ ਸਾਰਿਆਂ ਨੂੰ ਕੰਨ ਹੋਣੇ ਚਾਹੀਦੇ ਆ, ਸਾਰਿਆਂ ਨੂੰ ਉੱਠਣਾ ਚਾਹੀਦਾ। ਇਹ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਲਈ ਚੰਗੀ ਚੀਜ਼ ਨਹੀਂ ਹੈਗੀ, ਆਉਣ ਵਾਲੀਆਂ ਜਨਰੇਸ਼ਨਾਂ ਲਈ ਬਹੁਤ ਮਾੜੀ ਚੀਜ਼ ਆ ਇਹ। ਬਿਲਕੁਲ ਜੀ ਬਿਲਕੁਲ। ਇਹਦਾ ਜਿਹੜਾ ਮੁੱਢ ਬਣ ਜਾਂਦਾ ਜੀ ਉਹ ਬਚਪਨ ਤੋਂ ਬਣ ਜਾਂਦਾ। ਜਦੋਂ ਸਾਡੀ ਆਉਣ ਵਾਲੀ ਪੀੜ੍ਹੀ, ਨੌਜਵਾਨ ਪੀੜ੍ਹੀ ਜਦੋਂ ਇਹ ਭੰਗ ਦੇ ਨਸ਼ੇ ਦੇ ਮਾਰ ਹੇਠ ਆ ਗਏ ਜੀ, ਅਸੀਂ ਹੱਥਾਂ ਦੀਆਂ ਦੰਦਾਂ ਦਿੱਤੀਆਂ ਨਾ, ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ। ਤੇ ਸਾਨੂੰ ਇਹ ਦਿਸਦਾ ਹੈ ਕਿ ਸਾਡਾ ਫਿਊਚਰ ਜਿਹੜਾ ਹੈ, ਜੇ ਭੰਗ ਦੇ ਸਟੋਰ ਸਾਡੇ ਸ਼ਹਿਰ 'ਚ ਆ ਜਾਣ ਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਅਸੀਂ ਕਿੰਨਾ ਕੁ ਬਚਾ ਪਾਵਾਂਗੇ, ਇਹ ਸਾਡੀ ਸੋਚ ਤੋਂ ਬਾਹਰ ਹੈ ਜੀ। ਜੀ ਬਿਲਕੁਲ ਬਿਲਕੁਲ, ਸਾਰਿਆਂ ਨੂੰ ਉੱਠਣਾ ਚਾਹੀਦਾ ਇਹਦੇ ਵਿੱਚ ਕਿ ਇਹਦੇ ਕਹਿੰਦੇ ਹੁੰਦੇ ਆ ਵੀ ਰੈਵਨਿਊ ਹੋਰ ਲੈ ਆਓ, ਕੋਈ ਕੰਪਨੀ ਲੈ ਆਓ ਇੱਥੇ। ਜੇ ਤੁਸੀਂ ਸਿਟੀ ਨੂੰ ਗੁੱਡ ਕਰਨਾ, ਤੁਹਾਡੀਆਂ ਹੋਰ ਆਂਢ ਗੁਆਂਢ ਦੀਆਂ ਸਿਟੀਆਂ ਦੇ ਵਿੱਚ ਦੇਖਿਆ ਬਿਜ਼ਨਸ ਆਏ ਆ, ਅਤੇ ਉੱਥੇ ਵੀ ਤੁਸੀਂ ਕੋਈ ਬਿਜ਼ਨਸ ਲਿਆ ਸਕਦੇ ਆ, ਕੋਈ ਵੱਡੇ ਹੋਰ ਸਟੋਰ ਲਿਆ ਸਕਦੇ ਆ ਲੋਕਾਂ ਦੀ ਸਹੂਲਤ ਲਈ। ਜੇ ਤੁਸੀਂ ਮਿੰਨੀ ਪੰਜਾਬ ਕਹਿੰਦੇ, ਅਸੀਂ ਤਾਂ ਸਰੀ ਕਹਿੰਦੇ ਆ ਵੀ ਸਰੀ ਵਰਗਾ ਬਣ ਰਿਹਾ ਆ, ਪਰ ਇਹ ਫਿਰ ਗੱਲ ਮਾੜੀ ਹੈਗੀ ਆ ਜੇ ਇੱਦਾਂ ਦੀਆਂ ਚੀਜ਼ਾਂ ਤੋਂ ਤੁਸੀਂ ਰੈਵਨਿਊ ਲੈਣਾ ਆ। ਅਤੇ ਥੈਂਕ ਯੂ ਪਰਮਿੰਦਰ ਜੀ, ਆਪਾਂ ਕੋਈ ਹੋਰ ਵੀ ਕਾਲਰਸ ਜਾਂ ਗੱਲ ਕਰਾਂਗੇ ਜੀ। ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ ਪਰਮਿੰਦਰ ਜੀ। ਦੇਖੋ ਕਿਸੇ ਨੂੰ ਮੋਹਰੀ ਹੋਣਾ ਪੈਂਦਾ ਹੈ ਜੀ। ਸੰਦੀਪ ਸਿੰਘ ਜੀ। ਜੀ ਬਿਲਕੁਲ ਜੀ, ਹਾਂਜੀ, ਜਿੱਦਾਂ ਆਪਣਾ ਦੱਸ ਕੇ ਗਏ ਕਿ ਇਹਦੇ ਜਿਹੜੇ ਹੈਗੇ ਆ ਮੈਰੀਜੁਆਨਾ ਵਾ, ਕੈਨਬਸ, ਮੈਰੀਜੁਆਨਾ, ਭੰਗ, ਜੋ ਮਰਜ਼ੀ ਇਹਨੂੰ ਕਹਿ ਲਓ, ਇਹਦੇ ਜਿਹੜੇ ਸਾਈਡ ਇਫੈਕਟ ਨੇ ਜਿਹੜੇ, ਇਹ ਬਹੁਤ ਮਾੜੇ ਸਾਈਡ ਇਫੈਕਟ ਨੇ। ਇਹ ਜਿਹੜੀ ਹੁਣ ਮੈਂ ਤੁਹਾਨੂੰ ਸੁਣਾਊਂਗਾ ਡਾਟਾ, ਲੇਟਰ ਔਨ ਸੁਣਾਵਾਂਗੇ, ਕਰਾਂਗੇ ਗੱਲਬਾਤ ਇਹਦੇ ਬਾਰੇ ਵੀ। ਉਹ ਇਹ ਹੈ NIH.gov ਤੇ ਉਹ ਤੋਂ ਡਾਟਾ ਹੈਗਾ ਜੀ ਉਹਦਾ, ਤੇ ਉਹ ਕਿੱਦਾਂ IQ ਨੂੰ ਕਿੱਦਾਂ ਘਟਾ ਦਿੰਦਾ ਵਾ, ਬਰਥ ਡਿਫੈਕਟ ਕਿੱਦਾਂ ਹੁੰਦਾ ਵਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ। ਆਪਾਂ ਸਿੱਧਾ ਕਹਿਣਾ ਚਾਹੁੰਦੇ ਆ ਸੰਦੀਪ ਸਿੰਘ ਜੀ ਕਿ ਤੁਸੀਂ ਪੋਤੇ ਪੋਤੀਆਂ, ਦੋਤੇ ਦੋਤੀਆਂ ਦਾ ਮੂੰਹ ਨਹੀਂ ਵੇਖਣਾ ਜੇ ਤੁਹਾਡੇ ਸ਼ਹਿਰਾਂ ਦੇ ਵਿੱਚ ਆ ਗਈ, ਤੁਹਾਡੇ ਨਿਆਣੇ ਲੱਗ ਗਏ। ਇਹ ਬਹੁਤ ਜ਼ਿਆਦਾ ਨੁਕਸਾਨਦੇਹ ਆ ਜੀ, ਬਹੁਤ ਜ਼ਿਆਦਾ ਨੁਕਸਾਨਦੇਹ। ਜੇ ਪੰਜਾਬੀ 'ਚ ਸਿੱਧਾ ਕਹੀਏ ਨਾ ਵੀ ਗਾਹਾਂ ਅੱਗੇ ਬੱਚੇ ਨਹੀਂ ਪੈਦਾ ਹੋਣੇ। ਹਾਂਜੀ, ਬਾਕੀ ਇੱਕ ਜਿਹੜਾ ਹੁੰਦਾ ਨਾ ਕਿ ਸਿੱਧਾ ਹੀ ਆ ਜੀ, ਉਹ ਕਹਿੰਦੇ 8 ਪੁਆਇੰਟ ਜਿਹੜਾ IQ ਆ ਜਿਹੜਾ ਤੁਹਾਡਾ, ਮਤਲਬ ਜਿਹੜਾ ਅਸੀਂ ਕਹਿੰਦੇ ਆ ਕਿ ਆ ਜਿਹੜਾ ਹੈਗਾ ਵਾ ਇਹ ਬਹੁਤ ਸਮਾਰਟ ਆ, ਦੂਜਾ ਬਹੁਤ ਸਮਾਰਟ ਆ। ਉਹ ਜਿਹੜਾ ਸਮਾਰਟ ਆ ਜੀ, ਉਹਦਾ ਲੈਵਲ ਹੀ ਉਹਨਾਂ ਨੇ ਘਟਾ ਦੇਣਾ ਵਾ, ਬਹੁਤ ਸਲੋ ਕਰ ਦੇਣਾ ਕੰਮ ਨੂੰ। ਹਾਂਜੀ 8 ਪੁਆਇੰਟ IQ ਜਿਹੜਾ ਵਾ ਉਹ ਘਟਾ ਦੇਣਾ ਵਾ, ਤੇ ਉਹ ਘਟਾ ਦਿੰਦੀ ਹੈ ਮੈਰੀਜੁਆਨਾ। ਤੇ ਇਸ ਕਰਕੇ ਆਪਾਂ ਨੂੰ ਦੇਖਣਾ ਪੈਣਾ ਕਿ ਗਾਂ ਅਸੀਂ ਜਨਰੇਸ਼ਨ ਆ, ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਨੂੰ ਬਚਾਉਣਾ ਇਹ ਚੀਜ਼ਾਂ ਤੋਂ। ਬਹੁਤ ਚਿਰ ਦੀਆਂ ਗੱਲਾਂ ਕਰਦੇ ਆਏ ਆ, ਤੇ ਇਹ ਜਿਹੜੇ ਨਸ਼ੇ ਨੇ, ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਨੇ ਕਿ ਇਹ ਕਈ ਸ਼ੇਪ ਵਿੱਚ ਆਉਂਦੇ ਨੇ, ਇਹ ਕੁੱਕੀਆਂ ਵਿੱਚ, ਕੈਂਡੀਆਂ 'ਚ, ਇਹ ਬਹੁਤ ਚਿਰ ਦਾ ਮੈਂ ਕਹਿ ਰਿਹਾ ਕਿ ਸਕੂਲਾਂ ਵਿੱਚ ਆਪਣੇ ਨਿਆਣਿਆਂ ਨੂੰ ਕਦੀ ਵੀ ਕਹੋ ਕਿਸੇ ਤੋਂ ਚੀਜ਼ ਲੈ ਕੇ ਨਹੀਂ ਖਾਣੀ, ਕਿਉਂਕਿ ਅੱਜ ਕੱਲ੍ਹ ਇਹ ਨਹੀਂ ਪਤਾ ਕਿ ਕਿਹਦੇ ਘਰ ਕਿਹੋ ਜਿਹਾ ਉਹਨਾਂ ਦਾ ਮਾਹੌਲ ਆ ਤੇ ਉਹ ਕੀ ਕੁਛ ਵਰਤਾ ਰਹੇ ਆ। ਆਪਾਂ ਹੋਰ ਵੀ ਕਾਲਰ ਆ, ਗੱਲ ਕਰਦੇ ਆ ਭਾਈ। ਜਿੱਥੇ ਤੁਹਾਨੂੰ ਲੱਗਦਾ ਇਹ ਨੁਕਸਾਨ ਦੇ ਆਉਣ ਵਾਲੀਆਂ ਜਨਰੇਸ਼ਨਾਂ ਲਈ ਆ ਨਾ, ਇਹ ਇਸ ਕਰਕੇ ਕੋਈ ਬਹੁਤਾ ਜ਼ਰੂਰੀ ਨਹੀਂ ਕਿ ਸਾਡਾ ਰੈਵਨਿਊ ਆ, ਇੱਥੋਂ ਸਾਨੂੰ ਪੈਸੇ ਆਉਣੇ, ਸ਼ਹਿਰ ਨੂੰ ਹੋਰ ਜੋਬਾਂ ਕ੍ਰੀਏਟ ਕਰੋ, ਜੋਬਾਂ ਲਿਆਓ, ਜੋਬਾਂ ਲੋਕੀ ਕਰਨ, ਚੁਸਤ ਰਹਿਣ, ਆਪਣਾ ਉਹ ਅੱਗੇ ਵਧਣ ਦੀ ਸੋਚਣ। ਇਹ ਨਹੀਂ ਕਿ ਭੰਗ ਲਿਆ ਕੇ, ਭੰਗ ਪੀ ਕੇ ਪੈ ਰਹਿਣ ਕਿ ਸਾਰਿਆਂ ਨੂੰ ਕੈਂਸਰ ਹੋ ਗਿਆ ਜਾਂ TB ਹੋ ਗਈ ਆ। ਇਹਨਾਂ ਚੀਜ਼ਾਂ ਤੋਂ ਇਹ ਸੁਣਿਆ ਕਿ ਇਹਨਾਂ ਚੀਜ਼ਾਂ ਤੋਂ ਉਹ ਨਾ ਦਿੰਦੇ ਹੁੰਦੇ ਸੀਗੇ ਲੋਕਾਂ ਨੂੰ, ਜਿਹੜੀਆਂ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਹੁੰਦੀਆਂ। ਹੁਣ ਤਾਂ ਦਵਾਈਆਂ ਹੀ ਬਹੁਤ ਆ ਗਈਆਂ ਹਰੇਕ ਚੀਜ਼ ਲਈ, ਹੁਣ ਤੇ ਬਹੁਤ ਜ਼ਿਆਦਾ ਜਿਹੜੀ ਆ ਮੈਡੀਸਨ ਨੇ ਤਰੱਕੀ ਕੀਤੀ ਆ। ਇੰਨੇ ਸਾਡੇ ਡਾਕਟਰ ਆ। ਹਰਜਿੰਦਰ ਸਿੰਘ ਜੀ। ਹਰਜਿੰਦਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦਾ ਧੰਨਵਾਦ ਅਸੀਂ ਕਰਦੇ ਹਾਂ ਵੀ ਤੁਸੀਂ ਗੱਲ ਤਾਂ ਕੀਤੀ ਐਟਲੀਸਟ ਇਹ ਤਾਂ ਗੱਲ ਕਰਨ ਨੂੰ ਕੋਈ ਤਿਆਰ ਨਹੀਂ। ਜਦੋਂ ਅਸੀਂ ਜਦੋਂ ਹੁਣ ਕੋਈ ਸਟੇਟ ਚੀਜ਼ ਨੂੰ ਲੀਗਲ ਕਰ ਦਿੰਦੀ ਹੈ ਨਾ, ਉਹਦਾ ਮਤਲਬ ਭੈਣ ਜੀ ਇਹ ਨਹੀਂ ਹੁੰਦਾ ਬਈ
ਸੰਦੀਪ ਭਾਜੀ, ਉਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਆਪਣੀ ਸਿਟੀ ਦੇ ਵਿੱਚ ਵੀ ਉਹਨੂੰ ਲੈ ਆਓ। ਸਿਟੀ ਦੇ ਲਈ ਕੋਈ ਮੈਂਡੇਟੋਰੀ ਨਹੀਂਗਾ ਸਟੇਟ ਵੱਲੋਂ। ਹੁਣ ਸਟੇਟ ਦੇ ਨਾਲ ਹਾਂ ਕੋਈ ਮੈਂਡੇਟੋਰੀ ਨਹੀਂਗਾ, ਇਹ ਸਿਟੀ ਨੇ ਅਡਾਪਟ ਕਰਨੀਆਂ ਹੁੰਦੀਆਂ ਚੀਜ਼ਾਂ ਵੀ ਉਹਦਾ ਉਹ ਕਿਹੜੀ ਚੀਜ਼ ਅਡਾਪਟ ਕਰਦੇ ਆ, ਰਾਈਟ। ਸੋ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਸਿਟੀ ਫੈਮਿਲੀ ਸਿਟੀ ਦਾ ਸਲੋਗਨ ਹੈਗਾ, ਸਾਡੀ ਸਿਟੀ ਦਾ। ਅਸੀਂ ਰਹਿਣ ਲਈ ਇਹ ਸਿਟੀ ਚੁਣਿਆ। ਸਾਨੂੰ ਬਹੁਤ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਇੱਥੋਂ ਤੱਕ ਵੀ ਮੈਨੂੰ ਸੁਣਨਾ ਪਿਆ ਕਿ ਜੇ ਤੁਸੀਂ ਨਹੀਂ ਸਟੇਟ ਦੇ ਜਿਹੜੇ ਲਾ ਨੂੰ ਨਹੀਂ ਤੁਹਾਨੂੰ ਚੰਗੇ ਲੱਗਦੇ ਤਾਂ ਆਪਣੀ ਇਹ ਸਟੇਟ ਛੱਡ ਕੇ ਕਿਤੇ ਹੋਰ ਮੂਵ ਹੋ ਜਾਓ। ਹੁਣ ਮੈਨੂੰ 20 ਸਾਲ ਹੋ ਗਏ ਜੀ, 20 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਨੂੰ, ਤੇ ਹੁਣ 20 ਸਾਲ ਬਾਅਦ ਅਸੀਂ ਇਹ ਸੁਣ ਰਹੇ ਹਾਂ ਵੀ ਸਾਡੇ ਸ਼ਹਿਰ ਦੇ ਵਿੱਚ 3 ਮਤਲਬ ਚਲੋ ਤੁਸੀਂ ਇਸ ਸਟੋਰਾਂ ਦੀ ਗੱਲ ਨਾ ਕਰੋ ਵੀ ਅਸੀਂ ਇੱਕ ਪ੍ਰੋਬਲਮ ਹੋਰ ਖਰੀਦ ਰਹੇ ਹਾਂ। 2 ਪ੍ਰੋਬਲਮਾਂ ਸਾਡੇ ਕੋਲ ਪਹਿਲਾਂ ਹੈਗੀਆਂ ਨੇ, ਇੱਕ ਸ਼ਰਾਬ ਹੈ, ਇੱਕ ਸਿਗਰਟ ਹੈ, ਰਾਈਟ ਜੀ ਜੀ, ਤੇ ਨਸ਼ਿਆਂ ਦੇ ਵਜੋਂ। ਤੇ ਅਸੀਂ ਉਹਨਾਂ ਨੂੰ ਤਾਂ ਰੋਕ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਏਦਾਂ ਦੇ ਆਰਗੂਮੈਂਟ ਵੀ ਆਏ ਵੀ ਤੁਸੀਂ ਸ਼ਰਾਬ ਕਿਉਂ ਨਹੀਂ ਰੋਕਦੇ, ਤੁਸੀਂ ਸਿਗਰਟ ਕਿਉਂ ਨਹੀਂ ਰੋਕਦੇ। ਦੇਖੋ ਜਦੋਂ ਸ਼ਰਾਬ ਲੀਗਲ ਹੋਈ ਹੈ ਉਦੋਂ ਤਾਂ ਅਸੀਂ ਹੈ ਹੀ ਨਹੀਂ ਸੀ ਦੁਨੀਆ ਤੇ। ਸ਼ਰਾਬ ਲੀਗਲ 1933 ਦੇ ਵਿੱਚ ਹੋਈ ਹੈ ਕੈਲੀਫੋਰਨੀਆ ਦੇ ਵਿੱਚ। ਅਸੀਂ ਤਾਂ ਜਦੋਂ ਅਸੀਂ ਜਨਮ ਲਿਆ ਤਾਂ ਸ਼ਰਾਬ ਸਾਡੇ ਆਮ ਘਰਾਂ ਦੇ ਵਿੱਚ ਸੀ, ਤੇ ਸ਼ਰਾਬ ਨੇ ਇਸ ਤਰ੍ਹਾਂ ਦਾ ਘਰ ਬਣਾ ਲਿਆ ਸਾਡੇ ਘਰਾਂ ਦੇ ਵਿੱਚ, ਤੇ ਉੱਥੋਂ ਹੀ ਸਾਰੀਆਂ ਪ੍ਰੋਬਲਮਾਂ ਸ਼ੁਰੂ ਹੁੰਦੀਆਂ। ਤੇ ਕਿੰਨੇ ਘਰ ਟੁੱਟੇ ਨੇ ਸ਼ਰਾਬ ਦੇ ਕਰਕੇ। ਤੇ ਅਸੀਂ ਉਹਨੂੰ ਬੰਦ ਕਰਨ ਦੀ ਬਜਾਏ ਅਸੀਂ ਇੱਕ ਤੀਜੀ ਪ੍ਰੋਬਲਮ ਹੋਰ ਖਰੀਦ ਰਹੇ ਹਾਂ ਤੇ ਉਹਦੇ ਵਿੱਚ 3 ਸਟੋਰ ਅਸੀਂ ਖੋਲਣ ਜਾ ਰਹੇ ਹਾਂ। ਹਾਂਜੀ, ਤੁਸੀਂ 3 ਦੱਸਿਆ ਨਾ ਸਟੋਰ। ਸਾਡਾ ਬੈਟਲ ਕ੍ਰੀਕ ਜਿੱਥੇ ਰਹਿੰਦੇ ਆ ਮਿਸ਼ੀਗਨ ਵਿੱਚ, ਕਿਉਂਕਿ ਇਹ ਵੀ ਇੱਕ ਲਿਬਰਲ ਸਟੇਟ ਹੀ ਆ, ਉੱਥੇ 50,000 ਪਾਪੂਲੇਸ਼ਨ ਵਿੱਚ ਸਾਡੇ 25 ਸਟੋਰ ਨੇ। ਦੇਖੋ ਇਹ ਸਾਡੇ ਵੀ 50,000 ਪਾਪੂਲੇਸ਼ਨ ਚ ਸੰਦੀਪ ਭਾਜੀ 3 ਤੋਂ 30 ਹੋਣ ਲੱਗਿਆ ਟਾਈਮ ਨਹੀਂ ਲੱਗਣਾ। ਇਹ ਤਾਂ ਇੱਕ ਐਗਜ਼ਾਮਪਲ ਹੁੰਦੀ ਹੈ ਕਿ ਐਗਜ਼ਾਮਪਲ ਕੋਈ ਉਸ ਤੋਂ ਬਾਅਦ। ਹਾਂਜੀ ਦੇਖੋ ਤੁਸੀਂ ਭੈਣ ਜੀ ਇੱਕ ਗੱਲ ਕੀਤੀ ਸੀ ਕਿ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ ਦੇ ਵੀ ਜਿੱਥੇ ਜਿੱਥੇ ਪੰਜਾਬੀ ਜਾਂਦੇ ਨੇ ਉੱਥੇ ਨਸ਼ੇ ਜਾਂਦੇ ਨੇ। ਦੇਖੋ ਇਹ ਬਹੁਤ ਵੱਡੀ ਇਹ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਇਹਦੇ ਬੜੇ ਮਹਿਨੇ ਨੇ। ਇਹਦੇ ਤੋਂ ਅਸੀਂ ਇਸ ਕਲੰਕ ਤੋਂ ਅਸੀਂ ਬਚ ਸਕਦੇ ਹਾਂ। ਅਸੀਂ ਬਚ ਜਾਈਏ ਜੇ ਬਚ ਸਕਦੇ ਹਾਂ। ਆਉਣ ਵਾਲੀਆਂ ਪੀੜ੍ਹੀਆਂ, ਪਿਛਲੇ ਦਿਨੀ ਇੱਕ ਨਾ ਵੀਡੀਓ ਬਹੁਤ ਵਾਇਰਲ ਹੋਈ ਕਿ ਟੈਕਸਸ ਦੇ ਵਿੱਚ ਹਰੀ ਸਿੰਘ ਨਲੂਆ ਦੀ ਗੱਲ ਚੱਲੀ, ਰਾਈਟ ਜੀ। ਬਹੁਤ ਗਰੁੱਪਾਂ ਦੇ ਵਿੱਚ ਉਹ ਸ਼ੇਅਰ ਕੀਤੀ ਗਈ, ਪ੍ਰਾਊਡਲੀ ਸ਼ੇਅਰ ਕੀਤੀ ਗਈ ਫੇਸਬੁੱਕਾਂ ਤੇ ਸਾਰੇ ਕਿਤੇ। ਤੇ ਅੱਜ ਤੋਂ ਉਸ ਗੱਲ ਨੂੰ 200 ਸਾਲ ਹੋ ਗਿਆ। 200 ਸਾਲ ਬਾਅਦ ਅਸੀਂ ਉਹਦੇ ਤੇ ਪ੍ਰਾਊਡ ਕਰ ਰਹੇ ਹਾਂ। ਆਪਣੇ ਬਜ਼ੁਰਗਾਂ ਦੇ ਵੀ ਕਿਸੇ ਹੋਰ ਕੌਮ ਨੇ ਉਹਨਾਂ ਦੀ ਗੱਲ ਕੀਤੀ। ਅੱਜ ਤੋਂ 200 ਸਾਲ ਬਾਅਦ ਸਾਡੀ ਕੀ ਗੱਲ ਹੋਊਗੀ ਕਿ ਅਸੀਂ ਨਸ਼ਿਆਂ ਦੇ ਸਟੋਰ ਖੋਲਦੇ ਸੀ, ਭੰਗੀ ਸੀ, ਪੋਸਦੀ ਸੀ। ਇਹ ਗੱਲਾਂ ਹੋਣਗੀਆਂ ਨਾ। ਬਣਾਉਣੇ ਸੀ ਜੀ, ਅਸੀਂ ਨਸ਼ੇ ਵੇਚਦੇ ਸੀ, ਅਸੀਂ ਭੰਗੜਾ ਬਹੁਤ ਲੱਗ ਚੁੱਕੇ ਪਾਉਂਦੇ ਸੀਗੇ। ਦੇਖੋ ਅਫਸੋਸ ਉਦੋਂ ਹੁੰਦਾ ਇੱਕ ਲੀਡਰ ਚੁਣਨ ਲਈ ਤੁਹਾਨੂੰ 10-12 ਸਾਲ ਲੱਗ ਜਾਂਦੇ ਆ। ਬਹੁਤ ਟਾਈਮ ਆ। ਅਸੀਂ ਤਾਂ ਆਪ ਕਹਿੰਦੇ ਆ ਸਾਨੂੰ ਅਫਸੋਸ ਹੁੰਦਾ ਕਿ ਸਾਡੇ ਸਿਟੀ ਦੇ ਵੀ ਮੈਨੂੰ ਕੋਈ ਇਹਦੇ ਵਿੱਚ ਹਿਚਕਿਚਾਹਟ ਨਹੀਂ ਹੈਗੀ ਲੈਣ ਦੇ ਵਿੱਚ ਕਿ ਸਾਡੇ ਸਿਟੀ ਦੇ ਵਿੱਚ ਵੀ ਸਾਡੇ ਮੇਅਰ ਮਿਸਟਰ ਸਿੰਘ ਨੇ। ਕੱਲ ਤਾਂ ਹਜੇ ਆਪਾਂ ਸਾਰੇ ਵੋਟਾਂ ਮੰਗਦੇ ਸੀ, ਜ਼ੋਰ ਲਾਉਂਦੇ ਸੀ। ਸਾਡੀ ਗੱਲ ਤੁਹਾਨੂੰ ਟੇਬਲ ਟਾਕ ਨਹੀਂ ਕੀਤੀ ਉਹਦੀ। ਹਾਂ, ਸਾਨੂੰ ਅਫਸੋਸ ਹੈ ਇਸ ਗੱਲ ਦਾ ਬਹੁਤ ਕਿ ਜਦੋਂ ਅਸੀਂ ਵਾਰੀ ਸਾਰਿਆਂ ਨੂੰ ਮਿਲਣਾ ਚਾਹਿਆ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਮਿਲੇ ਜੀ। ਉਹਨਾਂ ਨੇ ਮੈਨੂੰ 20 ਮਿੰਟ ਲਾਏ ਇਹਦੇ ਫਾਇਦੇ ਦੱਸਣ ਦੇ, ਜਿਹੜੇ ਕਿ ਮੈਨੂੰ 20 ਸੈਕਿੰਡ ਦੇ ਵਿੱਚ ਪਤਾ ਹੈਗਾ ਕਿ ਇਹਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ। ਸਾਡੇ ਉੱਥੇ ਖੇਤਾਂ ਦੇ ਵਿੱਚ ਇਹ ਖੜਾ ਹੁੰਦਾ ਸੀ, ਅਸੀਂ ਇਹਨੂੰ ਵਾਹੁੰਦੇ ਹੁੰਦੇ ਸੀ। ਜਦੋਂ ਸਾਡੀ ਮੋਟਰ ਤੇ ਆ ਕੇ ਕੋਈ ਹੱਥਾਂ ਨੂੰ ਮਲਦਾ ਹੁੰਦਾ ਸੀ ਤਾਂ ਸਾਨੂੰ ਸਾਡੇ ਮਾਤਾ ਨੇ ਜਾਂ ਸਾਡੇ ਚਾਚੀਆਂ ਤਾਈਆਂ ਨੇ ਆ ਕੇ ਕਹਿਣਾ ਵੀ ਅਸੀਂ ਉੱਥੇ ਕੱਪੜੇ ਧੋਣੇ ਆ, ਉੱਥੇ ਕੋਈ ਉਹਦੇ ਵਿੱਚ ਮਤਲਬ ਬੰਦਾ ਫਿਰਦਾ ਤਾਂ, ਤੇ ਅਸੀਂ ਉਹਨੂੰ ਵਾਹੁਣਾ, ਨਾਲੇ ਉਹਨੂੰ ਵੀ ਮਤਲਬ ਘੂਰਨਾ ਬੰਦੇ ਨੂੰ, ਹਨਾ। ਸਾਨੂੰ ਇਹਦੇ ਫਾਇਦੇ ਨੁਕਸਾਨ ਬਚਪਨ ਤੋਂ ਪਤਾ, ਸੋ ਸਾਨੂੰ ਦੱਸਣ ਦੀ ਲੋੜ ਨਹੀਂ। ਤੇ ਮੇਰਾ ਮਤਲਬ ਕੁਐਸਚਨ ਹੈ ਇਹ ਵੀ ਸਾਡੇ ਸ਼ਹਿਰ ਦੇ ਵਿੱਚ 90% ਜਿਹੜੇ ਨੇ ਟਰੱਕਿੰਗ ਨਾਲ ਰਿਲੇਟਡ ਜਿਹੜੇ ਲੋਕ ਰਹਿੰਦੇ ਨੇ। ਕੀ ਅਸੀਂ ਜਿਹੜਾ ਸਾਡਾ ਲਾਇਸੈਂਸ ਹੈ ਜੀ ਟਰੱਕਿੰਗ ਦਾ, ਸਾਨੂੰ 2 ਸਾਲ ਬਾਅਦ ਮੈਡੀਕਲ ਕਰਾਉਣਾ ਪੈਂਦਾ। ਜੇ ਅਸੀਂ ਇਹਨੂੰ ਖਾ ਕੇ ਮਤਲਬ ਸਾਡਾ ਮੈਡੀਕਲ ਕਲੀਅਰ ਹੋ ਸਕਦਾ, ਕੋਈ ਗੱਲ ਨਹੀਂ, ਫਿਰ ਅਸੀਂ ਵੀ ਖਾ ਲਿਆ ਕਰਾਂਗੇ ਜਿੰਨੇ ਇਹਦੇ ਫਾਇਦੇ ਨੇ ਜੀ। ਮੇਰੀ ਵੀ ਬਹੁਤ ਢੂਈ ਦੁਖਦੀ ਰਹਿੰਦੀ ਹੈ, ਸਾਨੂੰ ਵੀ ਖਾਣਾ ਚਾਹੀਦਾ ਫਿਰ ਇਹ ਰੋਜ਼ ਉੱਠ ਕੇ ਸਵੇਰੇ। ਜਿਹੜੀ ਚੀਜ਼ ਅਸੀਂ ਆਪਣੇ ਘਰੇ ਨਹੀਂ ਲਿਆ ਸਕਦੇ ਉਹ ਚੀਜ਼ ਦੀ ਅਸੀਂ ਪ੍ਰੋੜਤਾ ਕਿਉਂ ਕਰਦੇ ਹਾਂ ਜੀ। ਹੁਣ ਅਸੀਂ ਕਾਸਕੋ ਦੇ ਵਿੱਚ ਜਾਂਦੇ ਹਾਂ, ਸ਼ਰਾਬ ਪਈ ਆ, ਜਿਹੜਾ ਨਹੀਂ ਪੀਂਦਾ ਉਹ ਕੋਲੋਂ ਲੰਘ ਜਾਂਦਾ ਜੀ,
ਤੇ ਇਹ ਵੀ ਸਾਨੂੰ ਆਰਗੂਮੈਂਟ ਆਏ ਵੀ ਤੁਹਾਨੂੰ ਕੀ ਪ੍ਰੋਬਲਮ ਹੈ। ਇਹਨੂੰ ਮਤਲਬ ਅਸੀਂ ਉਹਨਾਂ ਨੂੰ ਇਹੀ ਅਸੀਂ ਦੱਸਦੇ ਹਾਂ ਕਿ ਜਿਹੜੀ ਚੀਜ਼ ਤੁਸੀਂ ਨਹੀਂ ਲੈਣੀ ਉਹਨੂੰ ਕਿਉਂ ਆਪਣੀ ਕਾਰਟ ਦੇ ਵਿੱਚ ਰੱਖਦੇ ਆ। ਇਹ ਨਹੀਂ ਹੈਗੀ ਤੁਹਾਡੇ, ਜੇ ਇਹਨੂੰ ਘਰੇ ਲਿਆਓਗੇ ਫਿਰ ਇਹ ਤੁਹਾਡੇ ਘਰੇ ਵੜ ਜੂਗੀ ਹੌਲੀ ਹੌਲੀ। ਜਿਵੇਂ ਪਰਵਿੰਦਰ ਭਾਜੀ ਦੱਸ ਕੇ ਗਏ ਨੇ, ਉਹ ਦਿਨ ਦੂਰ ਨੀਗਾ ਜਦੋਂ ਇਹਦੀਆਂ 12 ਸਾਡੇ ਵਿਆਹਾਂ ਦੇ ਵਿੱਚ ਲੱਗਿਆ ਕਰਨਗੀਆਂ। ਤੁਸੀਂ ਸੋਚ ਕੇ ਦੇਖੋ, ਓਪਨਲੀ ਲੱਗਣਗੀਆਂ ਜੀ। ਬਿਲਕੁਲ। ਮੈਂ ਤਿੰਨ ਪ੍ਰੋਗਰਾਮਾਂ ਦੇ ਵਿੱਚ ਗਿਆ ਜੀ। ਸਾਡੇ ਇੱਥੇ ਮੰਟੀਕੇ ਮਾਗੜ ਫੈਮਿਲੀ ਹੈ ਜੀ, ਸੁਖਵਿੰਦਰ ਸਿੰਘ ਜੀ, ਉਹਨਾਂ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਬਿਨਾਂ ਸ਼ਰਾਬ ਤੋਂ ਜੀ ਜੀ। ਪਰਮਿੰਦਰ ਸਿੰਘ ਜਿਹੜੇ ਹੁਣੇ ਤੁਹਾਡੇ ਨਾਲ ਗੱਲ ਕਰਕੇ ਗਏ, ਇਹਨਾਂ ਨੇ ਆਪਣੀ ਬੇਟੀ ਦੀ ਇੰਗੇਜਮੈਂਟ ਕੀਤੀ ਬਿਨਾਂ ਸ਼ਰਾਬ ਤੋਂ। ਮੈਂ ਸੈਟਰਡੇ ਪਾਰਟੀ ਤੇ ਜਾ ਕੇ ਆਇਆ ਜੀ, ਆਪਣੇ ਜਾਗੋ ਪਾਰਟੀ ਸੀ, ਤਾਰਾ ਸਿੰਘ ਬੱਲ ਫੈਮਿਲੀ ਆ, ਸਾਰੇ ਜਾਣਦੇ ਨੇ। ਬਿਨਾਂ ਸ਼ਰਾਬ ਤੋਂ ਉਹਨਾਂ ਨੇ ਆਪਣੇ ਬੇਟੇ ਦੀ ਇੰਗੇਜਮੈਂਟ ਕੀਤੀ ਆ, ਮਤਲਬ ਜਾਗੋ ਕੀਤੀ ਆ ਵਿਆਹ ਦੀ, ਤੇ ਕੋਈ ਉੱਥੇ ਸ਼ਰਾਬ ਨਹੀਂ ਸੀ, ਕੋਈ ਨਸ਼ਾ ਨਹੀਂ ਸੀ ਉੱਥੇ। ਸਭ ਕੁਝ ਹੋ ਜਾਂਦਾ ਜੀ, ਇਹਦੇ ਲਈ ਥੋੜਾ ਜਿਹਾ ਸਟੈਪ ਕਰਨਾ ਪੈਂਦਾ। ਬਿਲਕੁਲ। ਤੇ ਸ਼ੁਰੂਆਤ ਕੋਈ ਤਾਂ ਕਰੂਗਾ ਨਾ ਜੀ। ਤੇ ਸਾਨੂੰ ਇਹ ਚੀਜ਼ ਦਾ ਮਤਲਬ ਬਹੁਤ ਤੁਹਾਡਾ ਧੰਨਵਾਦ, ਤੇ ਸਾਨੂੰ ਆਸ ਹੈ ਕਿ ਸਾਰਿਆਂ ਨੂੰ ਇਹ ਤੇ ਗੱਲ ਕਰਨੀ ਚਾਹੀਦੀ ਹੈ। ਐਟਲੀਸਟ ਜੇ ਅਸੀਂ ਨਹੀਂ ਰੋਕ ਸਕਦੇ, ਚਲੋ ਕੋਈ ਗੱਲ ਨਹੀਂ, ਮਤਲਬ ਖੁੱਲ ਜਾਣ ਕਿ ਅਸੀਂ ਨਹੀਂ ਰੋਕ ਸਕਦੇ, ਜੋ ਸਾਨੂੰ ਬਾਹ ਤਾਂ ਲਾਉਣੀ ਚਾਹੀਦੀ, ਸਾਨੂੰ ਉੱਥੇ ਤੱਕ ਜਾਣਾ ਤਾਂ ਚਾਹੀਦਾ, ਕਰਨੀ ਚਾਹੀਦੀ ਆ, ਤੁਹਾਨੂੰ ਖੜੇ ਹੋਣਾ ਚਾਹੀਦਾ ਆਪੇ ਭਾਈ ਇਸ ਚੀਜ਼ ਨੂੰ ਅਸੀਂ ਪਸੰਦ ਨਹੀਂ ਕਰਦੇ। ਸੋ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਸ ਵਿਸ਼ੇ ਤੇ ਗੱਲ ਕੀਤੀ ਐਟਲੀਸਟ, ਤੇ ਕਰਦੇ ਰਹੋ ਤੇ ਜਗਾਉਂਦੇ ਰਹੋ ਲੋਕਾਂ ਨੂੰ। ਤੇ ਉਹ ਜਿਹੜੀ ਤੁਸੀਂ ਕਹੀ ਗੱਲ ਵੀ ਗਾਣੇ, ਅਸੀਂ ਚਲੋ ਗਾਣੇ ਵੀ ਸੁਣਾਇਆ ਕਰੋ, ਤੇ ਪਰ ਇਹਦੇ ਇਹੋ ਜਿਹੇ ਵਿਸ਼ਿਆਂ ਤੇ ਗੱਲ ਵੀ ਕਰਿਆ ਕਰੋ। ਓਕੇ ਜੀ ਭੈਣ ਜੀ, ਥੈਂਕ ਯੂ ਵੈਰੀ ਮਚ। ਤੇ ਸੰਦੀਪ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ। ਦੇਖੋ ਆ ਜਿਹੜੀ ਭੰਗ ਵਾਲੀ ਗੱਲ ਤਾਂ ਅਸੀਂ 2 ਸਾਲ ਤੋਂ ਵੈਸੇ ਨਾ ਮੰਡੇ ਵਾਲੇ ਸ਼ੋਅ 'ਚ ਗਾਹੇ ਬਗਾਹੇ ਕਰਦੇ ਰਹਿੰਦੇ ਹਾਂ। ਇਹਦੇ ਨੁਕਸਾਨ ਬਹੁਤ ਜ਼ਿਆਦਾ, ਲੋਕਾਂ ਨੂੰ ਫਾਇਦਾ ਪਤਾ ਨਹੀਂ ਕੀ ਦਾ। ਲੋਕੀ ਹਾਈ ਹੋਣ ਲੈ ਲੈਂਦੇ ਆ, ਉਹ ਜਦੋਂ ਹਾਈ ਹੋ ਜਾਂਦੇ ਆ, ਜਿਸਲੇ ਉਹ ਘਰ ਪੂਰਾ ਨਹੀਂ ਹੁੰਦਾ, ਫਿਰ ਦੂਜੇ ਨਸ਼ਿਆਂ ਵੱਲ ਜਾਂਦੇ ਆ। ਦੂਜੇ ਨਸ਼ੇ ਜਿਹੜੇ ਆ ਨਾ ਉਹ ਛੱਡਣੇ ਵੀ ਕਿੰਨੇ ਔਖੇ। ਮੈਨੂੰ ਤਾਂ ਪਤਾ ਨਹੀਂ ਲੱਗਦਾ, ਮੈਨੂੰ ਵੈਸੇ ਭੰਗ ਦਾ ਪਤਾ ਨਹੀਂ ਗਾ, ਪਰ ਜਿੱਥੇ ਸਾਡਾ ਰੇਡੀਓ ਸਟੇਸ਼ਨ ਹੈ ਨਾ ਥੱਲੇ, ਸਾਡਾ ਉੱਪਰ ਆ, ਥੱਲੇ ਆ ਨਾ ਜਿਹੜਾ ਥੱਲੇ, ਕਈ ਵਾਰੀ ਕੋਈ ਨਾ ਕੋਈ ਆਣ ਕੇ ਜਦੋਂ ਕੋਈ ਪੀਂਦਾ ਨਾ, ਸਾਨੂੰ ਕਹਿੰਦੇ ਡੋਰਾਂ ਬੰਦ ਦੇ ਵਿੱਚ ਵੀ ਮੁਸ਼ਕ ਆਉਂਦਾ, ਬਹੁਤ ਭੈੜਾ ਮੁਸ਼ਕ ਆਉਂਦਾ। ਸਾਨੂੰ ਆਉਂਦਾ, ਸ਼ਾਇਦ ਕਿਸੇ ਨੂੰ ਉਹਦਾ ਨਾ ਆਉਂਦਾ ਹੋਵੇ, ਮੈਨੂੰ ਇਹ ਨਹੀਂ ਪਤਾ ਵੀ ਉਹ ਕਿੱਦਾਂ ਦੀ ਹੁੰਦੀ ਆ। ਪਰ ਜਦੋਂ ਭੰਗ ਦੀ ਗੱਲ ਕਰਦੇ ਨਾ, ਸਾਡੇ ਛੱਪੜਾਂ ਦੇ ਦੁਆਲੇ ਉਹ ਬੂਟੇ ਹੁੰਦੇ ਸੀ ਭੰਗ ਦੇ, ਤੇ ਉਹ ਪਹਿਲਾਂ ਤਾਂ ਕੋਈ ਛੇੜਦਾ ਨਹੀਂ ਸੀ ਹੁੰਦਾ। ਜਦੋਂ ਭਈਏ ਆਉਣੇ ਸ਼ੁਰੂ ਹੋਏ ਪੰਜਾਬ ਦੇ ਵਿੱਚ ਨਾ, ਤੇ ਉਦੋਂ ਫਿਰ ਭੰਗ ਦੀ ਰੌਲੀ ਪੈ ਗਈ ਵੀ ਇਹ ਭੰਗ ਲੈਂਦੇ ਆ। ਫਿਰ ਮੈਂ ਆਪਣੇ ਬ੍ਰਦਰ ਨੂੰ ਪੁੱਛਿਆ ਕੀ ਆ, ਉਹ ਕਹਿੰਦਾ ਜਿਹੜੇ ਛੱਪੜ ਤੇ ਹੁੰਦੀ ਸੀ ਨਾ, ਫਿਰ ਅਸੀਂ ਤਾਂ ਆ ਗਏ ਨਾ ਜਦੋਂ ਗੱਲ ਕੀਤੀ, ਉਹ ਕਹਿੰਦਾ ਉਹਨੂੰ ਕਿਸੇ ਤਰ੍ਹਾਂ ਕੁਛ ਕਰਦੇ, ਮਲਦੇ ਮੁਲਦੇ ਆ, ਉਹਨੂੰ ਇਹ ਵਿੱਚੋਂ ਕੋਈ ਡੁੱਡੀਆਂ ਤੋੜਦੇ ਆ ਜਾਂ ਪੱਤੇ ਹੁੰਦੇ, ਪਤਾ ਨਹੀਂ, ਮੈਨੂੰ ਤਾਂ ਹੁਣ ਮੈਂ ਨਹੀਂ ਦੇਖੀ ਕਦੀ, ਮੈਂ ਵੀ ਕਹਿਦਾ, ਪਰ ਬੂਟੇ ਜ਼ਰੂਰ ਦੇਖੇ ਆ, ਹਰੇ ਹਰੇ ਬਹੁਤ ਹੁੰਦੇ ਸੀ, ਆਮ ਉੱਗੇ, ਪਰ ਪਿੰਡ ਦਾ ਕੋਈ ਹੱਥ ਨਹੀਂ, ਭੰਗੀ ਨਹੀਂ ਸੀਗਾ। ਹਰਜੀਤ ਸਿੰਘ ਜੀ। ਹਾਂ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੇ ਪਹਿਲਾਂ ਕਹਿ ਗਏ, ਮੈਂ ਕਿਹਾ ਸ਼ਾਹੀ ਸਾਹਿਬ ਉਹਨਾਂ ਦਾ ਨਾਂ ਆਇਆ ਹੈ, ਤੇ ਮੇਰੇ ਗੁਆਂਢੀ ਨੇ, ਸਿਟੀ ਦੇ ਗੁਆਂਢੀ ਨੇ, ਮੈਂ ਲੈਥਰੋਪੁਰੇ ਨੂੰ ਮੰਟਿੱਕੇ ਰਹਿੰਦੇ ਆ। ਉਹਨਾਂ ਨੇ ਇੱਕ ਗੱਲ ਕਹੀ ਹੈ ਨਾ, ਆਪਣੇ ਪੰਜਾਬੀਆਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਦਾ। ਤੁਹਾਨੂੰ ਵੀ ਪਤਾ, ਤੁਹਾਨੂੰ ਲੇਟ ਲੱਗ ਗਿਆ, ਸਾਨੂੰ ਤਾਂ ਪਤਾ ਲੱਗ ਹੀ ਗਿਆ। ਤੇ ਉਹੀ ਗੱਲ ਆ ਵੀ ਜਗਾਉਂਦੇ ਪੰਜਾਬੀ ਰੇਡੀਓ ਨੂੰ ਕਿਉਂ ਜਗਾਉਣਾ ਪੈਂਦਾ ਸਾਰਿਆਂ ਨੂੰ? ਇਹ ਤੁਸੀਂ ਆਪ ਜਾਗੋ, ਤੁਹਾਨੂੰ ਵੋਟ ਪਾਉਣ ਦਾ ਹੱਕ ਮਿਲਿਆ। ਪੰਜਾਬੀ ਕਮੇਟੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਹੱਕ ਮਿਲਿਆ ਵੋਟਾਂ ਪਾਉਣ ਦਾ, ਤੇ ਵੋਟ ਪਾਉਣ ਦੇ ਟਾਈਮ ਤੇ ਤੁਸੀਂ ਜਾਗਿਆ ਕਰੋ। ਇਹ ਨਾ ਵੀ ਵੋਟਾਂ ਚੱਕ ਕੇ ਫੜਿਆ ਲਿਆ ਕਰੋ, ਇਹ ਫਲਾਨਾ ਬੰਦਾ ਆਇਆ ਯਾਰ ਮੈਂ ਤਾਂ ਉਹਨੂੰ ਦੇਤੀਆਂ। ਉਹਨੂੰ ਪੜ੍ਹਿਆ ਕਰੋ, ਉਹਨੂੰ ਵਿਚਾਰਿਆ ਕਰੋ। ਤੁਸੀਂ ਹੁਣ ਦੇਖੋ ਕ੍ਰਾਈਮ ਨੂੰ, ਕਿੰਨਾ ਕ੍ਰਾਈਮ ਜਿਹੜਾ ਵੱਧ ਰਿਹਾ ਕੈਲੀਫੋਰਨੀਆ ਦੇ ਵਿੱਚ। ਕ੍ਰਾਈਮ ਇਹ ਜਿਹੜਾ ਨਸ਼ਾ ਆ, ਇਹ ਵੀ ਕ੍ਰਾਈਮ ਆ, ਇਹ ਕ੍ਰਾਈਮ ਨੂੰ ਸੱਦਾ ਦਿੰਦਾ ਜੀ। ਇਹ ਨਸ਼ਾ ਜਿਹੜਾ, ਇਹਨੂੰ ਰੋਕਣ ਲਈ, ਕ੍ਰਾਈਮ ਨੂੰ ਰੋਕਣ ਲਈ ਜਿਹੜੇ ਬਿੱਲ ਆਉਂਦੇ ਆ ਨਾ, ਉਹਨੂੰ ਪੜ੍ਹਨਾ ਤੇ ਵਿਚਾਰਨਾ ਪੈਂਦਾ। ਹੁਣ ਅਸੀਂ ਕਹਿੰਦੇ ਆ ਨਾ, ਰੋਜ਼ ਰੌਲਾ ਪਾਉਂਦੇ ਆ SB 553, ਉਹ ਵੀ ਕ੍ਰਾਈਮ ਨੂੰ ਸੱਦਾ ਦਿੰਦਾ। ਇਹ ਤੁਸੀਂ ਜੋ ਲੈ ਕੇ ਬਿੱਲ ਆਉਂਦੇ ਆ, ਉਹਨਾਂ ਬਾਰੇ ਤੁਸੀਂ ਉਹਨਾਂ ਨੂੰ ਪੜ੍ਹੋ, ਹੁਣ ਉਹਨਾਂ ਨੂੰ ਦੇਖੋ ਕਿਹੜੇ ਬੰਦੇ ਆ, ਉਹ ਵਿਚਾਰੋ। ਤੇ ਸਾਨੂੰ ਏਦਾਂ ਦੇ ਬੰਦੇ ਚਾਹੀਦੇ ਆ ਜਿਹੜਾ ਕੈਲੀਫੋਰਨੀਆ ਨੂੰ, ਜਿੱਦਾਂ ਭਾਜੀ ਕਰਨ ਸਿੰਘ ਕਹਿੰਦੇ ਹੁੰਦੇ ਆ, ਰਾਜ ਕਰਨ, ਵੀ ਕ੍ਰਾਈਮ ਫੋਰਨੀਆ ਬਣਾਉਣਾ। ਤੁਸੀਂ ਕ੍ਰਾਈਮ ਫੋਰਨੀਆ ਨਾ ਬਣਾਓ, ਉਹਨੂੰ ਕੈਲੀਫੋਰਨੀਆ ਰਹਿਣ ਦੇਈਏ। ਤੇ ਤੁਸੀਂ ਵੋਟ ਦਾ ਹੱਕ ਜ਼ਰੂਰ ਪਛਾਣੋ, ਤਾਂ ਕਿ ਜਿਹੜੇ ਸਾਡੇ ਬੱਚੇ ਆ ਨਾ, ਉਹ ਇਹ ਸੋਚਣ ਵੀ ਅਸੀਂ ਅਮਰੀਕਾ 'ਚ ਹੀ ਆ, ਇਹ ਨਾ ਸੋਚਣਾ ਅਸੀਂ ਇੰਡੀਆ 'ਚ ਬੈਠੇ ਆ, ਇਹਦਾ ਫਰਕ ਹੀ ਕੋਈ ਨਹੀਂ। ਤੁਸੀਂ ਦੇਖੋ, ਥਰਡ ਵਰਲਡ ਕੰਟਰੀ ਬਣ ਜਾਣਾ ਜੀ।
ਯਾਰ ਦੇਖੋ ਨਾ, ਆ ਪ੍ਰੋਪੋਜੀਸ਼ਨ 47 ਉਹਨਾਂ ਨੇ ਧੱਕੇ ਨਾਲ ਪਾਸ ਕਰਾ ਲਈ, ਚੋਰੀ ਛੁਪੀ ਕਰਾ ਕੇ। ਕਿੱਥੇ ਲਾਇਆ ਦੇਖੋ ਤਾਂ। ਅਸੀਂ ਆਪਣੇ ਬੱਚਿਆਂ ਦੇ ਨਾਲ ਅਗਰ ਵੱਡੇ ਸਟੋਰਾਂ 'ਚ ਜਾਂਦੇ ਆ, ਜਦੋਂ ਉਹ ਕ੍ਰਾਈਮ ਕਰਕੇ ਭੱਜਦੇ ਨੇ, ਉਹ ਤੁਹਾਡੇ 'ਚ ਵੱਜ ਵੀ ਸਕਦੇ ਆ, ਤੁਹਾਡੇ 'ਚ ਕਾਰ ਵੀ ਵੱਜ ਸਕਦੀ, ਤੁਹਾਡੇ 'ਚ ਗੱਡੀ ਜੋ ਦੜਾ ਕੇ ਲਿਜਾਂਦੀ ਉਹ ਵੀ ਵੱਜ ਸਕਦੀ ਆ। ਉਹ ਕ੍ਰਾਈਮ ਨੂੰ ਸੱਦਾ ਆ। ਉਹ ਕਿੰਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ? ਆਪਾਂ। ਹਰਜੀਤ ਸਿੰਘ ਜੀ, ਸੌਰੀ ਮੈਂ ਤਾਂ ਰੋਕਦੀ ਆ। ਮੈਂ ਤੇ ਇਹ ਕਹਿੰਦੀ ਆ ਕਿ ਜੇ ਹੁਣ ਗੌਰਮੈਂਟ ਧੱਕੇ ਨਾਲ ਇਹ ਪਾਸ ਕਰਦੀ ਆ, ਜੇ ਕਿਸੇ ਦੇ ਨਾਲ ਇਹ ਹੈਪਨ ਹੁੰਦਾ ਆ ਕਿ ਕਿਸੇ ਨੂੰ ਉਹਨੇ ਧੱਕਾ ਦਿੱਤਾ, ਸੱਟ ਲੱਗੀ ਆ, ਕਿਸੇ ਨੂੰ ਨੁਕਸਾਨ ਹੋਇਆ, ਗੌਰਮੈਂਟ ਦੇ ਉੱਤੇ ਸੂਹ ਕਰਨੀ ਚਾਹੀਦੀ ਹੈ। ਜਿਹੜੇ ਲਾਅ ਪਾਸ ਕੀਤੇ ਇਹਨਾਂ ਨੇ ਬਿਲਕੁਲ ਬਣਦੀ ਆ, ਪਰ ਉਹ ਸਾਡੇ ਤੇ ਮੜ ਰਹੇ ਆ। 553 ਆ ਦੇਖੋ, ਸਾਡੇ ਤੇ ਮੜ ਰਹੇ ਆ। ਅਗਰ ਚੋਰ ਆ ਗਿਆ, ਚੋਰ ਤੁਹਾਨੂੰ ਸੂਹ ਕਰ ਸਕਦਾ ਅਗਰ ਤੁਸੀਂ ਉਹਨੂੰ ਓਏ ਵੀ ਕਹਿਤਾ। ਤੇ ਜਿਹੜਾ ਚੋਰ ਨੇ ਨੁਕਸਾਨ ਪਹੁੰਚਾਉਣਾ ਉਹ ਤੁਸੀਂ ਫਿਰ ਗੌਰਮੈਂਟ ਨੂੰ ਕਰੋ। ਹਾਂ, ਚਾਹੀਦਾ ਇਦਾਂ ਹੀ ਆ। ਤੇ ਇਹ ਭਾਜੀ ਇਹ ਸਾਰੇ ਮੈਂ ਕਮੇਟੀ ਨੂੰ ਕਹਿਣਾ ਵੀ ਜਿੱਦਾਂ ਤੁਸੀਂ ਇਕੱਠੇ ਹੁੰਦੇ ਆ ਨਾ, ਇਕੱਠੇ ਹੋ ਕੇ ਹੁਣ ਅਗਲੇ ਵੀਕ, ਇਸ ਵੀਕ ਜਾਂ ਅਗਲੇ ਵੀਕ ਸੱਦਾ ਹੁੰਦਾ ਨਾ ਕੈਪੀਟਲ ਪਹੁੰਚਣ ਦਾ, ਉਹਨਾਂ ਨੂੰ ਇਕੱਠ ਕਰਕੇ ਦਿਖਾ ਦਿਓ ਵੀ ਅਸੀਂ ਜਾਗਦੇ ਆ, ਤੁਸੀਂ ਇਦਾਂ ਦੇ ਨਾ ਲਿਆਓ, ਨਾ ਕ੍ਰਾਈਮ ਨੂੰ ਰੋਕੋ, ਤੁਸੀਂ ਸਟਾਪ ਕਰੋ। ਜੇ ਤੁਸੀਂ ਪੰਜਾਬੀ ਰੇਡੀਓ ਨੇ ਦੱਸੋਗੇ ਤੁਹਾਨੂੰ, ਕਿਉਂਕਿ ਸਾਨੂੰ ਸੱਦਾ ਤੇ ਇਹੋ ਹੀ ਦਿੰਦੇ ਆ, ਸਾਡਾ ਕਮਿਊਨਿਟੀ ਦਾ ਰੇਡੀਓ ਹੈਗਾ, ਹਨਾ। ਸੁਨੇਹਾ ਪਹੁੰਚਾਉਂਦੇ ਆ। ਸਹੀ ਗੱਲ ਆ, ਸੁਨੇਹਾ ਹੀ ਆ। ਤੇ ਇਹ ਜਦੋਂ ਵੀ ਸੱਦਾ ਦਿੰਦੇ ਆ, ਇਹ ਨਾ ਸੋਚੋ ਕਿ ਸਾਡਾ ਕਿਹੜਾ ਕਾਰੋਬਾਰ ਆ, ਕਿੱਥੇ ਆ। ਇਹ ਇੱਕ ਬਿਜ਼ਨਸ ਚ ਉੱਠ ਕੇ ਉਹਨਾਂ ਨੇ ਘਰਾਂ ਚ ਵੀ ਆਉਣਾ ਤੁਹਾਡੇ। ਜਦੋਂ ਇੰਨਾ ਵੱਧ ਗਿਆ, ਨਸ਼ੇ ਪੀ ਕੇ ਘਰਾਂ ਚ ਹੀ ਆਉਣਾ, ਹੋਰ ਕਿੱਥੇ ਜਾਣਾ ਉਹਨਾਂ ਨੇ? ਨਸ਼ੇ ਪੀ ਕੇ ਡਿੱਗੇ ਰਹਿਣਾ। ਇਹ ਜਾਗੋ, ਆਪਣੇ ਵੋਟ ਦਾ ਹੱਕ ਪਛਾਣੋ। ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਇਹਦੇ ਨੁਕਸਾਨ ਬਹੁਤ ਆ, ਸ਼ਾਇਦ ਲੋਕਾਂ ਨੂੰ ਪਤਾ ਨਹੀਂ ਲੱਗਦਾ। ਕੋਈ ਜ਼ਰੂਰੀ ਨਹੀਂ ਹੁੰਦੀ ਕਿ ਆਪਾਂ ਲੜਨਾ ਆ। ਜੇ ਤੁਸੀਂ ਬਹੁਤੇ ਲੋਕਾਂ ਦਾ ਇਹ ਹੁੰਦਾ ਵੀ ਤੁਸੀਂ ਨਾ ਮਜ਼ਾਰਾ ਨਾ ਕਰੋ, ਟੇਬਲ ਟਾਕ। ਜੇ ਅਗਲਾ ਟੇਬਲ ਟਾਕ ਤੇ ਆਉਂਦਾ ਹੀ ਨਹੀਂਗਾ, ਜੇ ਅਗਲਾ ਤੁਹਾਨੂੰ ਮੋਰੇ ਟੇਬਲ ਟਾਕ ਕਰਨ ਨੂੰ ਤਿਆਰ ਹੀ ਨਹੀਂਗਾ, ਤੇ ਤੁਸੀਂ ਕੀ ਕਰੋਗੇ? ਤੁਹਾਡੇ ਕੋਲ ਹੋਰ ਰਾਹ ਹੈ। ਫਿਰ ਤੁਸੀਂ ਉੱਥੇ ਜਿੱਥੇ ਤੁਹਾਡਾ ਗੁੱਸਾ ਆ ਨਾ, ਉਹ ਤੁਸੀਂ ਇੱਕ ਪ੍ਰੋਟੈਸਟ ਦੇ ਕਰਕੇ ਦਿਖਾ ਸਕਦੇ। ਤੁਹਾਡਾ ਹੱਕ ਆ, ਤੁਸੀਂ ਵੋਟਾਂ ਪਾ ਕੇ ਅਗਲਿਆਂ ਨੂੰ ਬਿਠਾਉਂਦੇ ਆ। ਅਸੀਂ ਵੀ ਚਾਹੁੰਦੇ ਆ ਵੀ ਪਹਿਲਾਂ ਬੰਦਾ ਸਿਟੀ 'ਚ ਜਾਂਦਾ, ਪਹਿਲਾਂ ਸੰਦੀਪ ਸਿੰਘ ਜੀ ਬ੍ਰੇਕ ਵੀ ਲੈਣੀ ਆ। ਜਿਹੜਾ ਸ਼ੁਰੂਆਤ ਹੁੰਦੀ ਆ ਨਾ, ਬੱਚੇ ਆ ਜਿਹੜੇ ਸਟੂਡੈਂਟ ਆ, ਉਹਨਾਂ ਨੂੰ ਯੂਥ ਕਮਿਸ਼ਨ ਦੇ ਵਿੱਚ ਪਾਉਂਦੇ ਆ। ਯੂਥ ਕਮਿਸ਼ਨ ਤੋਂ ਅੱਗੇ ਫਿਰ ਇੱਥੇ ਹੋ ਗਿਆ, ਵੱਡੇ ਲੈਵਲ, ਫਿਰ ਵੱਡੇ ਲੈਵਲ ਤੇ ਪਹੁੰਚ ਕੇ ਦਿਮਾਗ ਖਰਾਬ ਹੋ ਜਾਂਦੇ ਆ, ਸੁਣਦੇ ਹੀ ਨਹੀਂ ਆਪਣੇ ਲੋਕਾਂ ਦੀ ਜਿਨ੍ਹਾਂ ਨੇ ਪਹੁੰਚਾਇਆ। ਪਰ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਉਂਦੇ ਵਾਪਸ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਦੇਸੋ ਪ੍ਰਦੇਸ਼ ਮਤਲਬ ਦਾ ਇਹੀ ਹੈਗਾ ਆ, ਇਹ ਹੁਣ ਸਾਡਾ ਦੇਸ਼ ਆ। ਇਸ ਦੇਸ਼ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਸਾਡੇ ਆਲੇ ਦੁਆਲੇ ਦੇਸ਼ ਲੈਵਲ 'ਤੇ ਕੀ ਕੁਛ ਹੋ ਰਿਹਾ ਆ, ਉਸ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਦੇਖੋ, ਗੱਲਾਂ ਬਾਤਾਂ ਇੱਕ ਮੀਡੀਆ ਦਾ ਕੰਮ ਹੈਗਾ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਹੋ ਕੀ ਰਿਹਾ, ਪਹਿਲਾਂ ਕੀ ਹੋਇਆ, ਕੀ ਫਾਇਦੇ ਆ, ਕੀ ਨੁਕਸਾਨ ਆ, ਉਸ ਦੀਆਂ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਸੰਦੀਪ ਸਿੰਘ ਜੀ, ਸਵਾਗਤ ਹੈ ਜੀ। ਦੁਬਾਰਾ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪਣਾ ਕੁਝ ਕਾਲਰ ਜੁੜੇ ਨੇ, ਗੱਲ ਕਰਦੇ ਹਾਂ। ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜਾ ਅੱਜ ਦਾ ਤੁਸੀਂ ਇਸ਼ੂ ਲਿਆਂਦਾ, ਇਹ ਕਾਫੀ ਸੀਰੀਅਸ ਹੈਗਾ ਇਹ ਇਸ਼ੂ, ਕਿਉਂਕਿ ਜਿੱਥੇ ਆਪਾਂ, ਜਿੱਦਾਂ ਤੁਸੀਂ ਦੱਸਿਆ ਕਿ ਜਿੱਥੇ ਆਪਾਂ ਰਹਿੰਦੇ ਉਹੀ ਦੇਸ਼ ਹੈ ਹੁਣ ਸਾਡਾ, ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਰਹਿਣਾ ਉਹੀ ਸਾਡਾ ਦੇਸ਼ ਹੈ ਹੁਣ ਸਾਰਾ ਕੁਛ। ਔਰ ਉਹਦੇ ਬਾਰੇ ਚੰਗਾ ਮਾੜਾ ਜਿਹੜਾ ਉਹ ਸੋਚਣਾ, ਉਹ ਹਰੇਕ ਦਾ ਸਾਡਾ ਫਰਜ਼ ਵੀ ਬਣਦਾ। ਔਰ ਇਹ ਜਿਹੜਾ ਇਹ ਸਟੋਰਾਂ ਦੀ ਗੱਲ ਕਰਦੇ ਆ, ਇਹ ਬਿਲਕੁਲ ਇਸ ਗੱਲ ਦਾ ਵਿਰੋਧ ਹੋਣਾ ਜਿਹੜਾ ਉਹ ਚਾਹੀਦਾ, ਨਹੀਂ ਖੁੱਲ੍ਹਣੇ ਚਾਹੀਦੇ। ਜਿੰਨੀ ਕਿਸੇ ਚੀਜ਼ ਦੀ ਅਵੇਲੇਬਿਲਿਟੀ ਸੌਖੀ ਹੋਊਗੀ, ਉਨੀ ਉਹ ਵੱਧ ਜਿਹੜਾ ਉਹ ਕਮਿਊਨਿਟੀ ਦੇ ਵਿੱਚ ਫੈਲਦੀ ਆ, ਔਰ ਉਨਾ ਵੱਧ ਯੂਜ਼ ਕਰਨ ਲੱਗ ਪੈਂਦੇ ਲੋਕ ਉਹਨੂੰ। ਔਰ ਇੱਥੇ ਆਪਾਂ ਆਮ ਦੇਖਿਆ ਵੀ ਆ ਕਿ ਜਿਹੜੇ ਛੋਟੇ ਬੱਚੇ ਵੀ ਆ, ਕਈ ਵਾਰੀ ਜਦੋਂ ਉਹ ਲੈਣ ਜਾਣ ਕੋਈ ਚੀਜ਼, ਜਦੋਂ ਉਹਨਾਂ ਨੂੰ ਉਹ ਅੰਦਰੋਂ ਨਹੀਂ ਮਿਲਦੀ, ਉਹ ਕਈ ਵਾਰ ਹੋਰ ਕਿਸੇ ਨੂੰ ਕਹਿ ਦਿੰਦੇ ਵੀ ਮੇਰੇ ਲਈ ਲਿਆ ਦੇ ਤੂੰ ਯਾਰ, ਹੈ ਨਾ। ਸੋ ਇਹ ਜਿਹੜੀ ਪ੍ਰੋਬਲਮ ਆ, ਇਹ ਜਿੱਦਾਂ ਇਹ ਮੰਟੀਕੇ ਵਰਗੇ ਸ਼ਹਿਰ ਦੀ ਗੱਲ ਜਾਂ ਕਿਤੇ ਹੋਰ ਵੀ ਸ਼ਹਿਰ ਦੇ ਵਿੱਚ ਹੋਵੇ, ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸਾਨੂੰ। ਔਰ ਆਪਾਂ ਦੇਖਦੇ ਹੀ ਆ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਵੀ ਤੁਸੀਂ ਲਾ ਲਓ, ਕਿਉਂਕਿ ਅਵੇਲੇਬਿਲਿਟੀ ਜਿੱਥੇ ਕਿਸੇ ਚੀਜ਼ ਦੀ ਸੌਖੀ ਆ, ਉਹ ਬਹੁਤ ਛੇਤੀ ਫੈਲਦੀ, ਜਿਹੜੀ ਉਹ ਇੱਕ ਬੁਰਾਈ ਜਿਹੜੀ ਆ ਉਹ ਬਹੁਤ ਛੇਤੀ ਫੈਲਦੀ। ਔਰ ਉਹਦੇ ਨਾਲ ਸਮਾਜ ਦੇ ਵਿੱਚ ਹੋਰ ਬਹੁਤ ਕੁਛ ਮਾੜਾ ਵਾਪਰਦਾ ਜਿਹੜਾ ਕਿਸੇ ਇੱਕ ਚੀਜ਼ ਨਾਲ ਵੀ ਰਿਲੇਟਡ ਹੁੰਦਾ।
ਔਰ ਮੈਂ ਤਾਂ ਜਿੱਦਾਂ ਤੁਸੀਂ ਪਹਿਲਾਂ ਇੱਕ ਦੋ ਹੋਰ ਵੀ ਬੰਦਿਆਂ ਨੇ ਗੱਲ ਕੀਤੀ ਵਿੱਚ ਭਾਈ ਸਾਹਿਬ ਨੇ ਪੰਜਾਬੀ ਰੇਡੀਓ ਤਾਂ ਮੈਂ ਕਾਫੀ ਦੇਰ ਤੋਂ ਆਪਾਂ ਦੇਖਦੇ ਕਿ ਹਰੇਕ ਹੀ ਮੁੱਦਾ ਚਾਹੇ ਕੋਈ ਵੀ ਹੋਵੇ ਹੈ ਨਾ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰਦਾ ਕਿ ਉਹਦੇ ਤੇ ਗੱਲਬਾਤ ਹੋਣੀ ਚਾਹੀਦੀ ਆ, ਲੋਕਾਂ ਦੇ ਵਿੱਚ ਅਵੇਅਰਨੈਸ ਜਾਣੀ ਜਿਹੜੀ ਉਹ ਚਾਹੀਦੀ ਆ। ਅੱਜ ਜਿਹੜੀ ਡੈਮੋਕ੍ਰੇਟ ਸਟੇਟ ਸਾਡੀ, ਚਲੋ ਕਹਿਣਾ ਨਹੀਂ ਚਾਹੀਦਾ ਹੁਣ, ਲੇਕਿਨ ਗੱਲ ਹੁਣ ਇੱਥੇ ਆ ਗਈ ਉਹ ਆ ਕਿ ਕੈਲੀਫੋਰਨੀਆ ਜਿੱਦਾਂ ਡੈਮੋਕ੍ਰੇਟ ਸਟੇਟ ਆ, ਡੈਮੋਕ੍ਰੈਟਿਕ ਸਟੇਟ, ਇੱਥੇ ਜਿਹੜੇ ਬਿੱਲ ਆਈ ਜਾਂਦੇ ਨਾ ਹੁਣ ਉਹ ਬਿਲਕੁਲ ਬਹੁਤ ਹੀ ਮਨੁੱਖਤਾ ਦੇ ਵਿਰੋਧੀ, ਔਰ ਜਿਹੜੀਆਂ ਚੀਜ਼ਾਂ ਤੋਂ ਆਪਾਂ ਪਿੱਛਾ ਛੁਡਾ ਕੇ ਆਏ ਆ ਨਾ ਇੰਡੀਆ ਤੋਂ, ਉਹ ਸਾਰਾ ਕੁਝ ਹੂਬਹੂ ਇੱਥੇ ਸਾਰਾ ਕੁਝ ਉਹ ਆ ਰਿਹਾ। ਚਾਹੇ ਉਹ SB 403 ਹੋਵੇ ਬਿੱਲ ਕਾਸਟ ਵਾਲਾ, ਜਿੱਥੇ ਜਾਤ ਪਾਤ ਹੈ ਨਹੀਂ ਉੱਥੇ ਇਸ ਚੀਜ਼ ਨੂੰ ਸ਼ੁਰੂ ਕਰੋ, ਚਾਹੇ ਉਹ SB 553 ਹੋਵੇ ਬਿੱਲ ਹੈ ਨਾ, ਉਹ ਚਾਹੇ ਦੇਖ ਲਓ ਕਿੰਨੇ ਬੰਦੇ ਗਏ ਆ, ਕਿੰਨਾ ਵਿਰੋਧ ਹੋਇਆ, ਕੋਈ ਨਹੀਂ ਸੁਣ ਰਿਹਾ। ਔਰ ਮੈਂ ਤਾਂ ਇਹਦੇ ਵਿੱਚ ਸਭ ਤੋਂ ਜਿਹੜਾ ਦੋਸ਼ੀ ਜ਼ਿਆਦਾ ਮੰਨਦਾ ਨਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਸਾਡੀ ਆਪਣੀ ਕਮਿਊਨਿਟੀ ਦੇ ਸਾਡੇ ਬੰਦੇ ਆ ਜੀ, ਕਿ ਉਹ ਸਾਨੂੰ ਰਿਪਰੈਜ਼ੈਂਟ ਕਰਨਗੇ, ਜਾ ਕੇ ਸਾਡੀ ਗੱਲ ਵਧੀਆ ਤਰੀਕੇ ਨਾਲ ਰੱਖਣਗੇ, ਲੇਕਿਨ ਉਹੀ ਸਾਡੇ, ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ, ਉਹੀ ਸਾਡੀਆਂ ਤਾਂ ਹੈਗਾ ਇਸ ਦੇਸ਼ ਦੀਆਂ ਬੇੜੀਆਂ 'ਚ ਵੱਟੇ ਪਾ ਰਹੇ ਆ। ਚਾਹੇ ਉਹ ਸਾਡੇ ਅਸੈਂਬਲੀਮੈਨ ਹੋਣ, ਚਾਹੇ ਉਹ ਬੇਕਰਫੀਲਡ ਤੋਂ ਹੋਵੇ, ਜਸਪੀਤ ਬੈਂਸ, ਚਾਹੇ ਉਹ ਐਸ਼ ਕਾਲਰਾ ਹੋਵੇ, ਚਾਹੇ ਮੰਟੀਕੇ ਦੇ ਮੇਅਰ ਹੋਵੇ, ਚਾਹੇ ਲੈਥਰੋਪ ਤੋਂ ਹੋਵੇ ਕੋਈ। SB 550 ਦੇ 3 ਦੇ ਵਿੱਚ ਸਾਨੂੰ ਪਤਾ ਕਿ ਉਹ ਐਲ ਗਰੂਪ ਦੀ ਮੇਅਰ ਜਿਹੜੀ, ਉਹਨਾਂ ਦਾ ਕੀ ਰੋਲ ਰਿਹਾ। ਜਾਣੀ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਜਿਹੜੇ ਸਾਡੇ ਬੰਦੇ ਆਪਾਂ ਕਹਿ ਕੇ ਭੇਜਦੇ ਆ ਵੀ ਯਾਰ ਪੰਜਾਬੀ ਕਮਿਊਨਿਟੀ ਦੇ ਬੰਦੇ ਆ, ਮੈਂ ਤਾਂ ਕਹਿੰਦਾ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਿਸੇ ਨੂੰ ਵੀ ਨਾ ਕੋਈ ਪੈਸਾ ਦੇਣਾ ਚਾਹੀਦਾ ਫੰਡ ਰੇਜ਼ਿੰਗ ਦੇ ਤੌਰ ਤੇ, ਤਾਂ ਨਾ ਇਹਨਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ। ਇਹ ਬਿਲਕੁਲ ਸਾਡੀ ਗੱਲ ਨੂੰ ਉੱਥੇ ਨਹੀਂ ਰੱਖਦੇ, ਬਿਲਕੁਲ ਰਿਪਰੈਜ਼ੈਂਟ ਨਹੀਂ ਕਰਦੇ ਇਹ ਸਾਨੂੰ, ਔਰ ਸਾਡੇ ਸਮਾਜ ਦਾ ਕੀ ਪੂਰੇ ਅਮਰੀਕਾ ਦਾ ਬੇੜਾ ਗਰਕ ਕਰਨ ਤੁਰੇ ਹੋਏ ਲੋਕ। ਘੱਟੋ ਘੱਟ ਇਹ ਲੋਕ ਸਮਝ ਸਕਦੇ ਗੱਲ ਨੂੰ ਵੀ ਸਾਡੀ ਪ੍ਰੋਬਲਮ ਕੀ ਹੈ ਯਾਰ। ਘੱਟੋ ਘੱਟ ਉਹਨਾਂ ਮੂਹਰੇ ਤੁਸੀਂ ਗੱਲ ਤਾਂ ਰੱਖੋ, ਬਾਕੀ ਬਾਅਦ 'ਚ ਦੇਖੀ ਜਾਊਗੀ ਵੀ ਕੀ ਸਹੀ ਹੁੰਦਾ ਕੀ ਗਲਤ ਹੁੰਦਾ ਉਹਦੇ ਵਿੱਚ, ਹਨਾ। ਬਹੁਤ ਸਾਰੇ ਕੈਲੀਫੋਰਨੀਆ ਸਟੇਟ ਦੇ ਵਿੱਚ ਇਦਾਂ ਦੇ ਆ ਰਹੇ ਜੀ। ਦੇਖੋ ਜੀ, ਜਦੋਂ ਤੁਸੀਂ, ਮੈਂ ਤਾਂ ਚਲੋ ਮਿਸ਼ੀਗਨ ਚ ਦੂਰੋਂ ਜੋ ਮੈਂ ਦੇਖਿਆ ਮੈਂ ਉਹੀ ਦੱਸਣਾ, ਜਦੋਂ ਤੁਸੀਂ ਪ੍ਰੋਟੈਸਟ ਕੀਤਾ 553 ਦਾ, ਤੇ ਉਦੋਂ ਦੇਖੋ ਜੀ ਜਿਨ੍ਹਾਂ ਨੂੰ ਇੱਥੇ ਤੁਹਾਡੇ ਰੇਸਿਸਟ ਕਹਿ ਦਿੰਦੇ ਆ ਜੀ, ਇਹ ਰੇਸਿਸਟ ਪਾਰਟੀ ਆ, ਇਹ ਆ ਉਹ ਆ, ਉਹੀ ਤੁਹਾਡੇ ਨਾਲ ਆ ਕੇ ਖੜੀ ਹੋਈ ਸੀ। ਬਿਲਕੁਲ ਭਾਜੀ, ਬਿਲਕੁਲ ਉਹ ਜਿੰਨੇ ਸੀਗੇ ਮੈਂ ਦੇਖਿਆ ਉਹੀ ਖੜੇ, ਬਾਕੀ ਤੇ ਆਪਣੇ ਕਮਰਿਆਂ 'ਚ ਬੰਦ ਮੀਟਿੰਗਾਂ ਤੇ ਕੋਈ ਬਾਹਰ ਹੀ ਨਹੀਂ ਆਇਆ, ਕਿਸੇ ਨੇ ਫੋਨ ਹੀ ਨਹੀਂ ਚੁੱਕਿਆ। ਜਿਹੜੇ ਆਪਣੇ ਬੰਦੇ ਜਿਹੜੇ ਪੰਜਾਬੀ ਸਮਝਦੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ। ਬਿਲਕੁਲ ਸੋ ਆਪਾਂ ਨੂੰ ਦੇਖਣਾ ਪੈਣਾ ਕਿ ਅਸੀਂ ਉਹੀ ਗੱਲ ਦਾ ਕਰੀਏ ਨਾ ਕਿ ਪੰਜਾਬ ਵਾਲੀ ਜੀ, ਅਸੀਂ ਤੱਕੜੀ ਨੂੰ ਵੋਟ ਪਾ ਰਹੇ ਹਾਂ, ਅਸੀਂ ਬਾਬੇ ਨਾਨਕ ਦੀ ਤੱਕੜੀ ਨੂੰ ਵੋਟ ਪਾ ਰਹੇ। ਉਹ ਤੱਕੜੀ ਦੇਖੋ ਜੀ, ਉਹਨਾਂ ਬਾਬੇ ਨਾਨਕ ਦੀ ਤੱਕੜੀ ਗਾਹ ਰੱਖ ਕੇ ਤੇ ਉਹਨਾਂ ਨੇ ਬਾਅਦ ਹੀ ਤੁਹਾਨੂੰ ਕਿੰਨਾ ਚਿਰ ਤੁਹਾਨੂੰ ਲੁੱਟਿਆ ਤੇ ਮਾਰਿਆ। ਚਿੱਟਾ ਤੋਲਿਆ ਬਚ ਜੋ ਵਜਾ। ਥੈਂਕ ਯੂ ਬਲਵਿੰਦਰ ਜੀ। ਬਿਲਕੁਲ ਜੀ, ਬਿਲਕੁਲ। ਇੱਕ ਭੈਣ ਜੀ ਹੋਰ ਵੀ ਥੋੜਾ, ਸਾਡੇ ਤਾਂ ਹੁਣ ਏਰੀਏ ਦੇ ਵਿੱਚ ਇਦਾਂ ਦੀ ਨਾ ਇੱਕ ਵੇਵ ਚੱਲ ਰਹੀ ਹੈ, ਜਿੱਦਾਂ ਵੀ ਡੈਮੋਕ੍ਰੇਟ ਇਕੱਠੇ 500-400 ਬੰਦਾ ਇਕੱਠਾ ਹੋ ਕੇ ਫਿਊਚਰ ਪਲਾਨ ਬਣਾ ਰਿਹਾ ਵੇ ਸੈਕਰਾਮੈਂਟੋ ਕੋ ਪ੍ਰੈਸ ਕਾਨਫਰੰਸ ਕਰਕੇ ਨਾ, ਡੈਮੋਕ੍ਰੇਟ ਤੋਂ ਇਹ ਤੋਂ ਉਹ ਕਹਿੰਦੇ ਵੀ ਪਿੱਛਾ ਛੱਡ ਕੇ ਇਸ ਤਾਂ ਨਾ ਰਿਪਬਲਿਕਨ ਬਣ ਜਾਣਾ ਪੱਕੇ ਤੌਰ ਤੇ। ਬਹੁਤ ਸਾਰੇ ਬੰਦੇ ਇਦਾਂ ਹੁਣ ਕਰਨ ਜਾ ਰਹੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਬਹੁਤ ਧੰਨਵਾਦ। ਲੋਕੀ ਔਖੇ ਬਹੁਤ ਆ ਜੀ, ਇਹਨਾਂ ਦੇ ਲਾਵਾਂ ਤੋਂ ਬਹੁਤ ਔਖੇ ਆ। ਦੇਖੋ, ਜਦੋਂ ਲੋਕ ਕਿਸੇ ਨੂੰ ਗੱਲ ਕਰਨੀ ਚਾਹੁੰਦੇ ਆ ਨਾ, ਉਹ ਜਿਹੜੇ ਤੁਹਾਡੇ ਚੁਣੇ ਹੋਏ ਲੋਕ ਆ, ਉਹ ਗੱਲ ਹੀ ਨਹੀਂ ਕਰਨੀ ਚਾਹੀਦੀ, ਉਹ ਫੋਨ ਹੀ ਨਹੀਂ ਆਨਸਰ ਕਰਦੇ। ਜਿਹੜੀ ਇਹਨਾਂ ਨੇ ਵੋਟਾਂ ਦੀ ਕਹੀ ਆ ਵੀ ਵੋਟ ਲੋਕਾਂ ਨੇ ਆਪੇ ਹੀ ਇਦਾਂ ਕਰ ਲੈਣੀ ਆ, ਲੋਕੀ ਆਪੇ ਚੇਂਜ ਕਰ ਲੈਂਦੇ ਆ। ਦੇਖੋ 75 ਸਾਲਾਂ ਬਾਅਦ ਪੰਜਾਬ ਦੇ ਵਿੱਚ ਵੀ ਤਾਂ ਹੋਇਆ ਹੀ ਆ ਨਾ, ਮੈਨੂੰ ਲੱਗਦਾ 70-75 ਸਾਲ ਬਾਅਦ ਹੀ ਹੋਇਆ, ਜਦ ਦੀ ਆਜ਼ਾਦੀ ਮਿਲੀ ਆ, ਕਿ ਲੋਕੀ ਵੋਟ ਨੂੰ ਚੇਂਜ ਨਹੀਂ ਸੀ ਕਰਦੇ, ਕਦੀ ਉਹਨਾਂ ਨੂੰ ਕਦੀ ਉਹਨਾਂ ਨੂੰ। ਤੇ ਲੋਕੀ ਕਿਤੇ ਸਾਰੇ ਪਾਸੇ ਕਿੰਨਾ ਕੁ ਚਿਰ ਉਹ ਚਿਕਾਂ ਲੈ ਕੇ ਵੋਟਾਂ ਪਾਈ ਜਾਣਗੇ, ਕਿੰਨਾ ਕੁ ਚਿਰ ਮੇਰੇ ਵਰਗਾ ਉੱਥੇ ਵੋਟਾਂ ਇਕੱਠੀਆਂ ਕਰਕੇ ਗੁਰਦੁਆਰਿਆਂ ਦੇ ਵਿੱਚੋਂ ਚੱਕ ਕੇ ਆਪਣੇ ਮਨਮਰਜ਼ੀ ਦੇ ਇਹਨੂੰ ਦਊਗਾ। ਬਹੁਤਾ ਚਿਰ ਨਹੀਂ ਚੱਲਦਾ ਹੁੰਦਾ। ਸਤਨਾਮ ਸਿੰਘ ਜੀ। ਬਿਲਕੁਲ। ਸਤਨਾਮ ਸਿੰਘ ਜੀ। ਹਾਂਜੀ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੱਥੇ ਕੁਝ ਗੱਲਾਂ ਜਿਹੜੀਆਂ ਉਹ ਵਾਪਸ ਦੁਹਰਾਉਣਾ ਚਾਹੁੰਦਾ, ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ। ਗੱਲ ਇੱਥੇ SB 403 SB 553 ਦੀ ਹੋ ਰਹੀ ਹੈ। ਇਹਦੇ ਨਾਲ ਇੱਕ ਹੋਰ ਬਿੱਲ ਆ ਜਿਹੜਾ ਸਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਆ, SB 847। ਹੁਣ ਚਿੰਤਾ ਦਾ ਵਿਸ਼ਾ ਇਹ ਹੈਗਾ ਆ ਕਿ
ਕਈ ਵਾਰ ਸਾਨੂੰ ਉਹਦੀ ਪਰਿਭਾਸ਼ਾ, ਕਈ ਵਾਰ ਜਿਹੜੀ ਉਹਦੀ ਲੀਗੈਲਿਟੀ ਹੁੰਦੀ ਆ, ਕੋਈ ਵੀ ਬਿੱਲ ਹੋਵੇ ਸਾਨੂੰ ਉਹਦੀ ਸਮਝ ਨਹੀਂ ਲੱਗਦੀ। ਇਸੇ ਕਰਕੇ ਆਪਾਂ ਕਹਿ ਦਿੰਦੇ ਆ ਵੀ ਹਾਂ ਜਾਂ ਵੀ ਸਾਨੂੰ ਪਤਾ ਜੀ ਨਹੀਂ ਲੱਗਿਆ, ਹਨਾ। ਉਹਦੇ ਇੱਕ ਬਹਾਨਾ ਲਾ ਲਓ ਜਾਂ ਉਹਦੀ ਵਰਡਿੰਗ ਹੀ ਇਦਾਂ ਦੀ ਹੁੰਦੀ ਆ ਸਤਨਾਮ ਜੀ, ਵਰਡਿੰਗ ਹੀ ਉਹਦੀ ਇਦਾਂ ਦੀ ਹੁੰਦੀ ਆ ਕਿ ਸਾਨੂੰ ਸਮਝ ਹੀ ਨਹੀਂ ਲੱਗਦੀ ਜੀ। ਹਾਂ, ਸਾਡੀ ਇਹੋ ਤਰਾਸਦੀ ਆ। ਪਰ ਮੈਂ ਤੁਹਾਡੇ ਸਾਰੇ ਸਰੋਤਿਆਂ ਦੇ ਇਸ ਮਾਧਿਅਮ ਦੇ ਰਾਹੀਂ ਇਹੋ ਬੇਨਤੀ ਕਰੂੰਗਾ ਤੁਹਾਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੋਈ ਇਹੋ ਜਿਹੀ ਸੰਸਥਾ ਆ ਸਕਦੀ ਹੈ ਜਿੱਥੇ ਅਸੀਂ ਕੋਈ ਵੀ ਕਾਨੂੰਨ ਜਾਂ ਕੋਈ ਬਿੱਲ ਆਂਦਾ ਆ, ਉਹਦੀ ਜਿਹੜੀ ਪਰਿਭਾਸ਼ਾ ਉਹਨੂੰ ਜੇ ਅਸੀਂ ਪੰਜਾਬੀ 'ਚ ਸਿੱਧੇ ਲਫ਼ਜ਼ਾਂ ਦੇ ਸਾਫ਼ ਲਫ਼ਜ਼ਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਦੱਸ ਸਕੀਏ, ਆਪਣੀ ਕਮਿਊਨਿਟੀ ਨੂੰ ਉਹਨਾਂ ਨਾਲ ਸਾਂਝੀ ਕਰ ਸਕੀਏ, ਤਾਂ ਕਿ ਪਤਾ ਹੋਵੇ ਬਿੱਲ ਜਦੋਂ ਲਾਗੂ ਹੁੰਦਾ ਉਦੋਂ ਤੇ ਨਾਲ ਜਦੋਂ ਉਹਦੀ ਰੀਡਿੰਗ ਜਾਂ ਕੋਈ ਵੀ ਉਹਦੇ ਤੇ ਬਹਿਸ ਜਾਂ ਵਿਚਾਰ ਚੱਲ ਰਹੀ ਹੁੰਦੀ ਆ, ਉਦੋਂ ਨਾਲ ਜਿਵੇਂ ਜੇ ਭਾਈਚਾਰੇ ਨੂੰ ਪਤਾ ਲੱਗੇ ਤੇ ਉਹਦੇ ਨਾਲ ਇਹ ਹੋਊਗਾ ਕਿ ਫਿਰ ਅਸੀਂ ਸਾਰੇ ਆਪਣੀ ਸੁੱਧ ਬੁੱਧ ਦੇ ਨਾਲ ਅਸੀਂ ਕੋਈ ਫੈਸਲਾ ਲੈ ਸਕਦੇ ਹਾਂ। ਉੱਤੋਂ ਕਿ ਅਸੀਂ ਬਾਅਦ ਵਿੱਚ ਕੋਈ ਜ਼ੋਰ ਪਾਈਏ, ਸਾਨੂੰ ਨਾਲ ਬਰਾਬਰ ਇਸ ਚੀਜ਼ ਦੇ ਨਾਲ ਚੱਲਣਾ ਚਾਹੀਦਾ ਹੈ, ਤਾਂ ਕਿ ਜਿਵੇਂ ਇਹੋ ਜਿਹੀਆਂ ਜਿਹੜੇ ਹੁਣ ਅੱਜ ਇਹ ਸਿਟੀਆਂ ਦੇ ਵਿੱਚ ਵੀ ਇੱਦਾਂ ਹੀ ਹੋ ਰਿਹਾ ਹੈ। ਹੁਣ ਆਪਾਂ ਕਹਿ ਰਹੇ ਹਾਂ ਕਿ ਸਾਨੂੰ ਜੀ ਪਤਾ ਨਹੀਂ ਲੱਗਿਆ, ਇਹਦੇ ਵਿੱਚ ਸਾਡੀ ਤਰਾਸਦੀ ਸਾਨੂੰ ਅਸੀਂ ਆਪ ਹੀ ਕਸੂਰਵਾਰ ਹਾਂ, ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਗੌਰ ਕਰਦੇ ਹਾਂ ਉਨੇ ਚਿਰ ਨੂੰ ਦੇਰ ਹੋ ਚੁੱਕੀ ਹੈ, ਕਿਉਂਕਿ ਅੰਦਰ ਖਾਤੇ ਬਹੁਤ ਕੁਝ ਹੋ ਜਾਂਦਾ ਹੈ। ਜਿਹੜਾ ਕਲੋਜ਼ ਡੋਰ ਬਿਹਾਈਂਡ ਦ ਸੀਨ ਜਿਹੜੀਆਂ ਮੀਟਿੰਗ ਹੁੰਦੀਆਂ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ ਨਹੀਂ ਕਦੀ ਵੀ ਲੱਗਦਾ। ਕੋਈ ਵੀ ਅਮੈਂਡਮੈਂਟਸ ਆਉਂਦੇ ਨੇ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ। ਉਹਨੂੰ ਜਾਗਰੂਕ ਹੋਣ ਵਾਸਤੇ ਸਾਨੂੰ ਲੋੜ ਹੈਗੀ ਕਿ ਸਾਡੇ ਕੋਲ ਕੋਈ ਇਹੋ ਜਿਹੀ ਸੰਸਥਾ ਆਵੇ ਜਿਹੜੀ ਤਾਂ ਕਿ ਸਾਡੀ ਇਹਦੇ ਵਿੱਚ ਹਮਾਇਤ ਅਤੇ ਨਾਲ ਹੀ ਸਾਨੂੰ ਕੋਈ ਜਿਵੇਂ ਕੋਈ ਖੁਲਾਸਾ ਵੀ ਕਰਨਾ ਹੋਵੇ ਜਾਂ ਸਾਨੂੰ ਕੋਈ ਐਜੂਕੇਟ ਕਰਨਾ ਹੋਵੇ, ਸਾਨੂੰ ਅਵੇਅਰਨੈਸ ਦੀ ਬਹੁਤ ਲੋੜ ਹੈ। ਧੰਨਵਾਦ। ਸੌਰੀ ਮੈਂ ਤੈਨੂੰ ਰੋਕਿਆ, ਪਰ ਸੰਸਥਾ ਤਾਂ ਬਣੀ ਆ, ਜੇ ਸੰਸਥਾ ਨੇ ਬਾਹਰ ਹੀ ਨਹੀਂ ਦੱਸਣਾ ਤੇ ਫਿਰ ਸੰਸਥਾ ਨੂੰ ਕੀ ਕਰਨਾ ਤੁਸੀਂ? 553 ਸੰਸਥਾ ਨੇ ਨਹੀਂ ਦੱਸਿਆ ਕਿਸੇ ਨੂੰ ਵੀ, ਉਹ ਰੇਡੀਓ ਤੇ ਹੀ ਆਇਆ, ਰੇਡੀਓ ਨੇ ਗੱਲ ਚੱਕੀ ਆ, ਸੰਸਥਾ ਨੇ ਨਹੀਂ ਚੱਕੀ। ਉਹ ਸੰਸਥਾ ਵੀ ਉਹ ਬਣਾਓ, ਪ੍ਰਧਾਨ ਵੀ ਉਹ ਬਣਾਓ, ਤੁਸੀਂ ਉਹ ਸੰਸਥਾਵਾਂ ਆਪਣੀਆਂ ਸੁਧਾਰੋ। ਅਸੀਂ ਇਹ ਨਹੀਂ ਕਹਿੰਦੇ ਕਿ ਨਵੀਂ ਤੋਂ ਨਵੀਂ ਬਣਾਈ ਜਾਓ। ਜਿਹੜੀ ਸੰਸਥਾ ਆ, ਤੁਹਾਡੇ ਚੁਣੇ ਹੋਏ ਬੰਦੇ ਆ, ਉਹਨਾਂ ਨੂੰ ਸੁਧਾਰੋ, ਉਹਨਾਂ ਨੂੰ ਬਦਲ ਲਓ। ਸੰਸਥਾ ਮੈਂ ਵੀ ਇਸ ਚੀਜ਼ ਤੋਂ ਜਾਣੂ ਨਹੀਂ ਸੀਗਾ ਕਿ ਸਾਡੀ ਕੋਈ ਸੰਸਥਾ ਹੈ, ਕਿਉਂਕਿ ਜਿਹੜਾ ਐਸਬੀ ਡਿਸਕ੍ਰਿਮੀਨੇਸ਼ਨ ਜਿਹੜਾ ਕਾਸਟ ਬਿੱਲ ਹੈਗਾ ਆ, ਉਹਦੀ ਵੀ ਇਦਾਂ ਹੀ SB 847 ਜਿਹੜਾ ਬਿੱਲ ਹੈਗਾ ਆ, ਉਹਦੀ ਵੀ ਸਾਨੂੰ ਇਹ ਲੋੜ ਹੈਗੀ ਆ ਵੀ ਸਾਨੂੰ ਪਤਾ ਲੱਗੇ ਇਹਨਾਂ ਚੀਜ਼ਾਂ ਬਾਰੇ ਵੀ ਉਹ ਲੈਂਗੁਏਜ ਕੀ ਆ, ਉਹ ਕੀ ਬਣਾਉਣ ਜਾ ਰਹੇ ਨੇ, ਸਾਨੂੰ ਕੀ ਪੇਸ਼ ਕੀਤਾ, ਸਾਨੂੰ ਕੀ ਪਰੋਸ ਕੇ ਦਿੱਤਾ ਜਾ ਰਿਹਾ ਆ। ਸੋ ਉਮੀਦ ਕਰਦੇ ਹਾਂ ਵੀ ਹਾਂ ਜਾਂ ਕੋਈ ਨਾ ਕੋਈ ਚਾਨਣਾ ਕਰ ਪਾਉਂਗੇ ਤੁਸੀਂ ਇਹਨਾਂ ਨੂੰ। ਥੈਂਕ ਯੂ ਜੀ। ਪਰ ਜਿਹੜੀਆਂ ਸੰਸਥਾ ਜਿਹੜੀਆਂ ਤੁਸੀਂ ਉੱਤੇ ਹੈਗੀਆਂ ਉਹ ਤੁਹਾਨੂੰ ਸਮਝਾਉਣ ਤੇ ਤੁਰ ਪੈਂਦੀਆਂ, ਇਹ ਨਹੀਂ ਕਿ ਤੁਹਾਨੂੰ ਸਮਝ ਹੀ ਨਹੀਂ ਲੱਗੀ। ਜਿਹੜੇ ਰੇਡੀਓ ਨੇ ਸਮਝਾਇਆ, ਸੰਦੀਪ ਸਿੰਘ ਜੀ, ਜਿਹੜੇ ਰੇਡੀਓ ਨੇ ਦੱਸਿਆ ਵੀ ਤੁਹਾਡੇ ਲਈ ਨੁਕਸਾਨਦੇਹ ਆ, ਫਿਰ ਲੋਕਾਂ ਨੂੰ ਪਤਾ ਲੱਗਾ। ਜਿਹੜੇ ਤੁਸੀਂ ਮੈਂਬਰ ਆ ਸੰਸਥਾਵਾਂ ਦੇ, ਤੁਹਾਨੂੰ ਹੀ ਨਹੀਂ ਦੱਸਿਆ ਸੰਸਥਾ ਨੇ। ਸੰਸਥਾਵਾਂ ਬਣਾ ਕੇ ਅਸੀਂ ਕਿੰਨੀਆਂ ਕੀ ਕਰਾਂਗੇ? ਸੰਸਥਾਵਾਂ ਥੋੜੀਆਂ, ਇੱਕ ਸ਼ਹਿਰ ਦੇ ਵਿੱਚ ਕਿੰਨੀਆਂ ਸੰਸਥਾਵਾਂ। ਪਹਿਲਾਂ ਤਾਂ ਗੁਰਦੁਆਰੇ ਲਾ ਲਓ, ਕਿੰਨੇ ਆ। ਕੀ ਉਹ ਗੁਰਦੁਆਰੇ ਵਾਲਿਆਂ ਦੇ ਬਿਜ਼ਨਸ ਨਹੀਂ, ਉਹ ਚੱਪਲ ਚੱਟ ਬਣ ਜਾਂਦੇ ਆ ਫਿਰ ਲੀਡਰਾਂ ਦੇ। ਫਿਰ ਕੀ ਕੀਤਾ ਜਾਵੇ? ਆਪਾਂ ਨਾ ਕਾਲਰ ਗੱਲ ਕਰਦੇ। ਬਲਵਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਜਿਹੜਾ ਨਾ ਸਾਰਿਆਂ ਦਾ ਸਾਥ ਜਿੱਦਾਂ ਹੁਣ ਤੁਸੀਂ ਦਿੱਤਾ, ਸਾਰਿਆਂ ਨੇ ਰਲ ਮਿਲ ਕੇ ਰੇਡੀਓ ਨੇ ਆਵਾਜ਼ ਉਠਾਈ ਆ। ਜਿਹੜਾ ਅਸੀਂ ਇੱਕ ਕੋਡ ਖਤਮ ਕੀਤਾ ਸੀਗਾ, ਉਹਦੇ ਲਈ ਕੋਈ ਆਵਾਜ਼ ਉਠਾਉਣ ਨੂੰ ਸਾਡੇ ਕੋਲ ਸੈੱਲਫੋਨ ਵੀ ਨਹੀਂ ਸੀ ਹੁੰਦੇ ਜੀ। ਇੱਕ ਸਾਡੇ ਕੋਲ CB ਰੇਡੀਓ ਸੀਗੇ, ਜਿਹਦੇ ਵਿੱਚ ਅਸੀਂ ਇਕੱਲਾ ਗਰੁੱਪ ਤੇ 50 ਬੰਦਿਆਂ ਦੇ ਹਮ ਖਿਆਲੀਆਂ ਦੇ ਮਤਲਬ 2 ਵੇ ਰੇਡੀਓ ਵਾਂਗੂ ਹੁੰਦਾ ਸੀਗਾ, ਉਹ ਅਸੀਂ ਵਰਤਦੇ ਹੁੰਦੇ ਸੀਗੇ। 92, 93, 94 ਦੀਆਂ ਗੱਲਾਂ। ਇਹ ਸਾਡੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਕੋਡ ਸੀਗਾ। ਉਹ ਕੋਡ ਏਡਜ਼ ਦੇ ਭਰਿਓ ਡਰਮ ਸਾਨੂੰ ਹਰ ਮੋੜ ਦੇ ਉੱਤੇ ਮਿਲਦੇ ਹੁੰਦੇ ਸੀਗੇ। ਹਾਂਜੀ, ਤੇ ਮਿਸਟਰ ਜਲਿਆਨੀ ਦਾ ਰੱਬ ਭਲਾ ਕਰੇ, ਪਰ ਹੁਣ ਤਾਂ ਉਹ ਗਲਤ ਬੇੜੀ ਵਿੱਚ ਸਵਾਰ ਹੋ ਗਿਆ ਉਹ। ਤੇ ਜਦੋਂ ਨਿਊਯਾਰਕ ਨੂੰ ਕਮਾਂਡ ਕਰਦਾ ਸੀਗਾ, ਉਹਨੇ ਬਹੁਤ ਦੁੱਖ ਦੂਰ ਕੀਤਾ ਇੱਥੇ ਨਿਊਯਾਰਕ ਸਿਟੀ ਦਾ। ਹਾਂਜੀ, ਬੜਾ ਤਕੜਾ ਮੇਅਰ ਬਣ ਕੇ ਆਇਆ ਉਹ ਨਿਊਯਾਰਕ ਸਿਟੀ ਲਈ। ਤੇ ਹੁਣ ਟਰੰਪ ਦੀ ਬੇੜੀ ਵਿੱਚ ਜਾ ਵੜਿਆ ਤੇ ਉਹ ਹੁਣ ਡੁੱਬੂਗਾ। ਜਿੱਦਾਂ ਕਹਿੰਦੇ ਹੁੰਦੇ, ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ, ਨਾ ਤੁਮ ਬਚੋਗੇ ਨਾ ਸਾਥੀ ਤੁਮਾਰੇ। ਹੁਣ ਹੋਰ ਵੀ ਨਹੀਂ ਬਚਣਾ। ਹਾਂਜੀ ਭੈਣ ਜੀ, ਹਰ ਇੱਕ ਮੋੜ ਦੇ ਉੱਤੇ ਸ਼ਾਮ ਨੂੰ 7-8 ਵਜੇ ਤੋਂ ਬਾਅਦ ਸਾਰੀ ਰਾਤ ਇਹੀ ਗੱਲਾਂ ਹੁੰਦੀਆਂ ਸੀਗੀਆਂ। ਕੋਈ ਉੱਥੇ ਖੜੀ, ਕੋਈ ਉੱਥੇ ਖੜੀ ਆ, ਕੋਈ ਉੱਥੇ ਖੜੀ ਆ। ਉਹਨੇ ਸਭ ਤੋਂ ਪਹਿਲਾਂ ਬ੍ਰਿਜ ਖਤਮ ਕੀਤੇ। ਜਿਹੜੇ ਬ੍ਰਿਜ ਸੀਗੇ, ਬ੍ਰਿਜ ਕੌਣ ਆ? ਬ੍ਰਿਜ ਸੀਗੇ ਅਸੀਂ। ਜਿਹੜੇ ਬਾਹਰੋਂ ਬੰਦੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਕਿੱਥੇ ਮਿਲਦਾ। ਹਾਂਜੀ, ਤੇ ਉਹਨੇ ਸਾਨੂੰ ਕਹਿਣਾ ਵੀ ਫਲਾਨੀ ਚੀਜ਼ ਕਿੱਥੇ ਮਿਲਦੀ ਆ, ਕੌਣ ਕਿੱਥੇ ਮਿਲਦਾ। ਅੱਛਾ, ਅਸੀਂ ਕਹਿਣਾ ਕੋਈ ਗੱਲ ਨਹੀਂ, ਤੁਸੀਂ ਪੈਸੇ ਦੇਣੇ, ਆ ਜਾਓ, ਸਾਨੂੰ ਪਤਾ ਕਿੱਥੇ ਮਿਲਦਾ। ਹਨਾ, ਉਹਨੇ ਸਭ ਤੋਂ ਪਹਿਲਾਂ ਬ੍ਰਿਜ ਖਤਮ ਕਰ ਦਿੱਤੇ। 5-4 ਟੈਕਸੀ ਵਾਲਿਆਂ ਨੂੰ ਅੰਦਰ ਕੀਤਾ। ਉਸ ਤੋਂ ਬਾਅਦ CB ਰੇਡੀਓ ਤੇ ਰੌਲਾ ਪੈਣ ਲੱਗ ਪਿਆ
ਬਈ ਨਾ ਬਈ ਇੱਦਾਂ ਨਾ ਕਰਿਓ, ਕੋਈ ਨਾ ਲੈ ਕੇ ਜਾਇਓ ਕਿਸੇ ਨੂੰ, ਕੋਈ ਨਾ ਲੈ ਕੇ ਜਾਇਓ। ਉਸ ਤੋਂ ਬਾਅਦ ਸਾਰਿਆਂ ਨੂੰ 5-4 ਕਾਂ ਮਾਰ ਕੇ ਹੀ ਟੰਗੇ ਉਹਨੀ। ਉਸ ਤੋਂ ਬਾਅਦ ਹੌਲੀ ਹੌਲੀ ਕੁਛ ਪੁਲਿਸ ਅੰਡਰ ਕਵਰ ਉਹਨੀ ਕੁੜੀਆਂ ਨੇ ਆ ਕੇ ਖੜਨਾ ਜਾਂ ਮੁੰਡਿਆਂ ਨੇ ਕਹਿਣਾ ਸਾਨੂੰ ਉੱਥੇ ਲੈ ਜਾਓ ਫਲਾਨੀ ਜਗ੍ਹਾ 'ਤੇ। ਜਿਹੜੇ ਲੈ ਕੇ ਗਏ ਉਹਨਾਂ ਨੂੰ ਅਰੈਸਟ ਕਰ ਲਿਆ, ਸਾਰੀ ਰਾਤ ਅੰਦਰ ਰੱਖਿਆ, ਦੂਜੇ ਦਿਨ ਜੱਜ ਸਾਹਮਣੇ ਪੇਸ਼ ਕੀਤਾ। ਜੱਜ ਨੇ ਕੀ ਕੀਤਾ? ਕੁਛ ਵੀ ਨਹੀਂ। ਉਹਨਾਂ ਦੀ ਟੈਕਸੀ ਟੋ ਹੋ ਗਈ ਤੇ ਅਸੀਂ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਚਾਹੁੰਦੇ ਨਹੀਂ ਥੋੜ੍ਹਾ ਟਾਈਮ ਵੀ ਵੇਸਟ ਹੋਵੇ। ਟੈਕਸੀ ਟੋ ਹੋਈ, ਉਹਦੇ ਉੱਤੇ ਪੈਸੇ ਲੱਗਾ, ਜੱਜ ਨੇ 10 ਘੰਟੇ ਦੀ ਕਮਿਊਨਿਟੀ ਸਰਵਿਸ ਦੇ ਦੇਣੀ। ਉਹ ਚੀਜ਼ ਸੀਗੀ। ਕਾਰਨ ਕੁਛ 4-5 ਕੌਂ ਹੀ ਮਾਰ ਕੇ ਟੰਗੇ ਸਾਰੀਆਂ ਕਮਿਊਨਿਟੀਆਂ ਦੇ ਵਿੱਚੋਂ ਤੇ ਬ੍ਰਿਜ ਤੋੜ ਦਿੱਤੇ ਵਿਚਲੇ। ਹੁਣ ਦੇਖਣ ਨੂੰ ਨਹੀਂ ਲੱਭਦਾ ਕੋਈ ਉੱਦਾਂ ਦਾ ਇੱਥੇ ਖੜਾ ਇੱਧਰ ਉੱਧਰ। ਜੇ ਤੁਸੀਂ ਬ੍ਰਿਜ ਹੀ ਆਪ ਬਿਠਾਇਆ ਹੋਵੇ ਉੱਥੇ, ਆਪ ਹੀ ਹੱਥਾਂ ਨਾਲ ਬਣਾਇਆ ਹੋਵੇ, ਕੀ ਕਰੋ? ਹਾਂਜੀ, ਮੈਂ ਉਹੀ ਦੱਸਦਾ ਵੀ ਹੁਣ ਜਿਹੜੇ ਇਹ ਬ੍ਰਿਜ ਆ ਇਹ ਹੁਣ ਟੁੱਟਣੇ ਸ਼ੁਰੂ ਹੋ ਗਏ। ਹੁਣ ਪਤਾ ਲੱਗ ਜੂਗਾ। ਭਾਈ ਸਾਹਿਬ ਹੁਣੀ ਹੁਣ ਕਿਹਾ, ਅਸੀਂ ਤਾਂ ਪਿਛਲੇ ਸਾਲ ਹੀ ਤੋੜ ਦਿੱਤਾ ਸੀ ਸਾਡੀ ਅੱਧੀ ਫੈਮਿਲੀ ਨੇ। ਹਾਂਜੀ, ਤੇ ਮਤਲਬ ਪਿਛਲੇ ਸਾਲ ਹੁਣ ਜਿੱਦਾਂ ਭਾਈ ਸਾਹਿਬ ਹੁਣੀ ਕਹਿ ਕੇ ਗਏ ਆ ਵੀ 400-500 ਬੰਦੇ ਦਾ ਗਰੁੱਪ ਆ। ਇਹਨਾਂ ਲਈ 405 ਵੋਟਾਂ ਬਹੁਤ ਜ਼ਿਆਦਾ ਆ। ਜੇ ਆਪਾਂ ਕਹੀਏ ਨਾ ਇਹ ਕੀ ਮਾਇਨੇ ਰੱਖਦੀਆਂ 405 ਵੋਟਾਂ ਜਿਹੜੀਆਂ ਹੁਣ ਹੁਣੀ ਭਾਜੀ ਹੁਣੀ ਆ ਕੇ ਮਤਲਬ ਤੁਹਾਡੇ ਰੇਡੀਓ ਤੇ ਕਹਿ ਦਿੱਤਾ ਨਾ 400-500 ਵੋਟਾਂ, ਉਹਨਾਂ ਦੀਆਂ ਕੱਲ ਪਰਸੋਂ ਤੱਕ 4-5 ਹਜ਼ਾਰ ਬਣ ਜਾਣੀਆਂ। ਜੀ ਜੀ ਹਾਂਜੀ, ਤੇ ਹਾਂ ਇਹ ਇੱਕ ਵੋਟ ਵੀ ਮਿਸ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ। ਪਰ ਹੁਣ ਮੇਰਾ ਖਿਆਲ ਆ ਵੀ ਅਸੀਂ ਚੇਂਜ ਹੋ ਰਹੇ ਹਾਂ। ਨਿਊਯਾਰਕ ਵੀ ਚੇਂਜ ਹੋਊਗਾ ਤੇ ਤੁਹਾਡਾ ਤਾਂ ਮੈਨੂੰ ਲੱਗਦਾ ਜਿਹੜਾ ਪ੍ਰੈਜ਼ੀਡੈਂਟ ਬਣਾਉਣ 'ਚ ਵੱਡਾ ਰੋਲ ਹੀ ਤੁਹਾਡਾ ਹੁੰਦਾ ਤੁਹਾਡੀ ਸਟੇਟ ਦਾ, ਉਹ ਵੀ ਚੇਂਜ ਹੋਊਗਾ ਐਤਕੀ। ਦੇਖੋ ਰੱਬ ਭਲਾ ਕਰੇ ਸਾਰਿਆਂ ਦਾ ਜੀ। ਤੁਹਾਡੇ ਲੱਡੂ ਪਾ ਦੇਣੇ ਲੋਕਾਂ ਨੇ। ਠੀਕ ਹੈ, ਥੈਂਕ ਯੂ। ਹਾਂਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਿਹੜਾ ਲਿਖ ਕੇ ਆਉਂਦੇ ਹੋ, ਕਿਉਂਕਿ ਅਸੀਂ ਇਹ ਕੋਡ ਵੱਢ ਦਿੱਤਾ। ਸਾਡੇ ਬਹੁਤ ਗੰਦਾ ਕੋਡ ਸੀਗਾ ਇਹ। ਜੀ ਜੀ, ਥੈਂਕ ਯੂ ਜੀ। ਥੈਂਕ ਯੂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਇੱਕ ਪਾਰਟੀ ਦੇ ਵਿੱਚ ਏਦਾਂ ਦੇ ਬੰਦੇ ਆ ਜਿਹੜੇ ਬਦਦਮਾਗ ਆ, ਕਿਸੇ ਨੂੰ ਸੁਣਦੇ ਨੇਗੇ। ਦੇਖੋ ਪਹਿਲਾਂ ਇੱਥੇ ਡੈਮੋਕ੍ਰੇਟ ਹੀ ਰਹੇ ਆ। ਡੈਮੋਕ੍ਰੇਟ ਵਧੀਆ ਹੁੰਦੇ ਸੀਗੇ, ਏਦਾਂ ਦੇ ਨਹੀਂ ਸੀਗੇ ਵੀ ਹਰ ਇੱਕ ਨੂੰ ਮੰਗਤਾ ਹੀ ਬਣਾ ਦਿਓ। ਹਰ ਇੱਕ ਦੇ ਏਦਾਂ ਦੇ ਗੰਦੇ ਲਾ ਲੈ ਕੇ ਆਵੋ ਕਿ ਤੁਸੀਂ ਮਤਲਬ ਕਿ ਲੋਕਾਂ ਦਾ ਕੰਮ ਕਰਨ ਨੂੰ ਵੀ ਜੀ ਨਾ ਕਰੇ। ਏਦਾਂ ਦੇ ਲਾ ਨਹੀਂ ਸੀ ਲੈ ਕੇ ਆਉਂਦੇ। ਅਗਲੇ ਕਾਲਰ ਨੇ ਪ੍ਰਗਟ ਸਿੰਘ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਰ ਅੱਜ ਨੁਕਤਾਚੀਨੀ ਤੇ ਚੱਲ ਰਿਹਾ, ਵਧਾਈ ਦੇ ਦਈਏ ਤੁਹਾਨੂੰ। ਤੁਸੀਂ ਬੜੇ ਚਿਰ ਦੀ ਜਦੋਜਹਿਦ ਕੀਤੀ ਪੰਜਾਬੀ ਰੇਡੀਓ ਵਾਲਿਆਂ। ਸ਼ੁਕਰ ਕਰੋ ਤੁਸੀਂ ਸਾਨੂੰ ਵਧਾਈ ਦਿੱਤੀ। ਲੋਕ ਤਾਂ ਗਾਲਾਂ ਹੀ ਕੱਢਦੇ। ਕੈਲੀਫੋਰਨੀਆ ਸਟੇਟ ਨੇ ਸਿੱਖ ਨੌਜਵਾਨਾਂ ਨੂੰ ਜਾਂ ਜਿੰਨਾ ਵੀ ਮੋਟਰਸਾਈਕਲ ਚਲਾਉਂਦਾ ਪੱਗ ਬੰਨ ਕੇ ਚਲਾ ਸਕਦਾ, ਉਹ ਪਾਉਣ ਦੀ ਲੋੜ ਨਹੀਂ। ਬਹੁਤ ਵਧੀਆ ਲਾ ਪਾਸ ਹੋਇਆ ਜੀ। ਤੇ ਰਹਿ ਗਈ ਗੱਲ ਜੀ 1 ਲੱਖ ਤੋਂ ਉੱਤੇ ਓਵਰ ਡਰੱਗ ਨਾਲ ਲੋਕੀ ਮਰ ਜਾਂਦੇ ਜੇ ਪੰਜਾਬੀ ਉਹਨਾਂ 'ਚ ਬਹੁਤ ਨਾ ਮਾਤਰ ਆ। ਤੇ 23 ਦੇਸ਼ਾਂ ਦੀ ਲਿਸਟ ਜਾਰੀ ਕੀਤੀ ਅਮਰੀਕਾ ਵਾਲਿਆਂ ਵੀ। ਉਹਨਾਂ ਦੀ ਪਾਕਿਸਤਾਨ ਤੇ ਭਾਰਤ ਵੀ ਹੈਗਾ ਜਿੱਥੋਂ ਨਸ਼ਾ ਇੱਥੋਂ ਤੱਕ ਪਹੁੰਚ ਜਾਂਦਾ। ਇੰਨੀਆਂ ਸਰਹੱਦਾਂ, ਇੰਨੀਆਂ ਸਿਕਿਉਰਟੀਆਂ ਦੇ ਰਾਹੀਂ ਜੀ। ਭੰਗ ਦੀ ਤੁਸੀਂ ਗੱਲ ਕੀਤੀ ਵੀ ਸਾਡੇ ਖੇਤਾਂ ਦੇ ਖਾਲਾਂ ਤੇ ਉੱਗੀ ਹੁੰਦੀ ਸੀ। ਮਾਵਾਂ ਨੇ ਪੱਕਾ ਹੀ ਇੰਨਾ ਕੀਤਾ ਹੁੰਦਾ ਵੀ ਇਹਨੂੰ ਹੱਥ ਨਹੀਂ ਲਾਉਣਾ ਨਸ਼ੇ ਨੂੰ। ਤੇ ਹੁਣ ਜਦੋਂ ਸਾਡੇ ਸਿੱਖ ਜ਼ਮੀਨ ਤੇ ਨਸ਼ੇ ਦੀ ਲੋੜ ਹੀ ਨਹੀਂ ਆਖਣ ਦੀ ਵੀ ਨਸ਼ਾ ਛੱਡੋ ਜਾਂ ਨਸ਼ੇ ਨੂੰ ਹੱਥ ਨਾ ਲਾਓ ਜਾਂ ਠੇਕਾ ਕੋਈ ਖੋਲੇ ਜਾਂ ਨਾ ਖੋਲੇ, ਇਹ ਮਜ਼ਬੂਤ ਹੀ ਇੰਨਾ ਕਰ ਦੇਣ ਮਾਵਾਂ, ਗੁਰਦੁਆਰੇ, ਧਾਰਮਿਕ ਬਾਬੇ ਜਿੰਨੇ ਆਉਂਦੇ ਆ। ਤੇ ਲੋੜ ਹੀ ਨਹੀਂ ਜੀ। ਹਾਲੀ ਵੀ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਆ। ਸਾਡੇ ਮਾਮਾ ਕੋ ਹੈ ਨਹੀਂ ਟਾਈਮ ਬੱਚਿਆਂ ਨੂੰ ਸਮਝਾਉਣ ਦਾ। ਰਾਜਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਤਾਂ ਅਸੀਂ ਰੇਡੀਓ ਦਾ ਧੰਨਵਾਦ ਕਰਦੇ ਹਾਂ ਜੀ ਜਿਹੜਾ ਤੁਸੀਂ ਸਾਰੀ ਦੁਨੀਆ ਨੂੰ ਜਗਾ ਰਹੇ ਹੋ ਤੇ ਇਕੱਲੇ ਨੂੰ ਦੱਸ ਰਹੇ ਹੋ ਭਾਈ ਵੀ ਉੱਠ ਖੜੋ। ਤੇ ਤੁਹਾਡੇ ਘਰਾਂ ਦੇ ਵਿੱਚ ਲਟੇਰੇ ਆ ਗਏ ਹੈ ਤੇ 2 ਤਰ੍ਹਾਂ ਦੇ ਲਟੇਰੇ ਆ ਰਹੇ ਆ। ਇੱਕ ਤੁਹਾਡਾ ਸਮਾਨ ਪਹਿਲਾਂ ਤੁਹਾਨੂੰ ਨਸ਼ੇੜੀ ਬਣਾਉਣਾ, ਨਾਲ ਤੁਹਾਡਾ ਸਮਾਨ ਲੁੱਟ ਕੇ ਲੈ ਜਾਣਾ। 2 ਤਰ੍ਹਾਂ ਦਾ ਸ਼ੁਰੂ ਹੋ ਗਿਆ ਕੰਮ। ਪਹਿਲਾਂ ਤੁਸੀਂ ਭੰਗ ਖਾ ਕੇ ਪੈ ਰਹੋ, ਨਸ਼ੇੜੀ ਬਣੇ ਰਹੋ, ਚੁੱਪ ਕਰਕੇ ਆਉਣ ਤੇ ਲੈ ਜਾਓ, ਕੋਈ ਨਹੀਂ ਰੋਕੂਗਾ। ਲੈ ਜਾਓ। ਤੇ ਨਾਲ ਉਸ ਦਿਨ ਪਿੱਛੇ ਜੇ ਮੈਂ ਸੁਣਾਇਆ ਸੀਗਾ ਚੁਟਕਲਾ ਵੀ, ਉੱਥੇ ਉਹਨਾਂ ਨੇ ਸਾਨੂੰ ਦੱਸਿਆ ਅਸੈਂਬਲੀ ਮੈਨ ਨੇ ਇੱਕ ਨੇ, ਉਹਨੇ ਵੀ ਆਉਂ ਕਰਕੇ ਉਹ ਜਿਹੜੇ ਆਪਣਾ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਸਟ੍ਰਾਈਕ ਕਰਤੀ। ਤੇ ਉਹਨੇ ਵੀ ਉਹਨਾਂ ਨੇ ਪੁੱਛਿਆ ਜਾ ਕੇ ਤੁਸੀਂ ਕਾਹਤੋਂ ਸਟ੍ਰਾਈਕ ਕਰੀ ਬੈਠੇ, ਤੁਹਾਨੂੰ ਕੀ ਪ੍ਰੋਬਲਮ ਪੈ ਗਈ? ਤੇ ਉਹਨਾਂ ਨੇ ਵੀ ਸਾਨੂੰ ਤੁਸੀਂ ਛੱਡਣ ਲੱਗੇ ਆ ਤੇ ਇੱਥੇ ਸਾਨੂੰ ਰੋਟੀ ਪਾਣੀ ਮਿਲਦਾ ਤੇ ਬਾਹਰ ਸਾਨੂੰ ਰੋਟੀ ਪਾਣੀ ਕੌਣ ਦੇਊਗਾ, ਭੁੱਖੇ ਮਾਰਨਾ ਸਾਨੂੰ। ਉਹਦੇ ਨਹੀਂ ਆਦੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਤੁਹਾਡੇ ਵਾਸਤੇ ਕਿ ਪਹਿਲਾਂ ਇੱਕ ਬਿੱਲ ਲਿਆ ਰਹੇ ਤੁਸੀਂ ਜਿੰਨਾ ਮਰਜ਼ੀ ਲੁੱਟਿਆ ਜੇ ਲੋਕਾਂ ਨੂੰ। ਨਾਲ ਤੁਹਾਨੂੰ ਲੋਕ ਪਾਣੀ ਵੀ ਪਿਆ ਕਰਨਗੇ, ਚਾਹ ਵੀ ਪਿਆ ਕਰਨਗੇ, ਨਾਲ ਪਕੌੜੇ ਖਾਇਆ ਕਰਨਗੇ, ਸਤਿ ਸ੍ਰੀ ਅਕਾਲ ਕਰਿਆ ਕਰਨਗੇ। ਕੋਈ ਕੁਛ ਨਹੀਂ ਹੱਥ ਲਾ ਸਕਦਾ ਤੁਹਾਨੂੰ ਉਹਦੇ। ਆਂਦੇ ਉਹ ਹੱਸਣ ਲੱਗੇ, ਉਹ ਡੈਮੋਕ੍ਰੇਟ ਸੀਗਾ। ਉਹ ਯਾਰ ਅਸੀਂ ਕੀ ਕਰੀਏ, ਸਾਡੇ ਵਿੱਚ ਵੀ ਬੰਦੇ ਉਹ ਜਿਹੇ ਬੈਠੇ ਨੇ
ਤੇ ਜਿਹੜੇ ਉਹ ਜਿਹੇ ਬਿੱਲ ਲੈ ਕੇ ਆਉਂਦੇ, ਸਾਡੀ ਵੀ ਇਮੇਜ ਆ ਸਾਰੀ ਦੀ ਸਾਰੀ ਖਰਾਬ ਕਰੀ ਜਾਂਦੇ ਨੇ। ਤੇ ਸਾਡੇ ਤਾਂ ਆਪ ਘਰ ਦੇ ਸਾਨੂੰ ਰਾਤ ਨੂੰ ਟਿਕ ਨਹੀਂ ਦਿੰਦੇ ਵੀ ਆਹ ਕੀ ਕਰਾਈ ਜਾਂਦੇ ਆ। ਨਹੀਂ ਨਹੀਂ, ਸਹੀ ਗੱਲ ਹੈ। ਪਹਿਲਾਂ ਵੀ ਡੈਮੋਕ੍ਰੇਟ ਹੁੰਦੇ ਸੀ, ਏਦਾਂ ਦੇ ਥੋੜੀ ਹੁੰਦੇ, ਪਰ ਹੁਣ ਤਾਂ ਬਿਲਕੁਲ ਹੀ ਸਰ ਗਿਆ ਹੈ ਨਾ। ਹਾਂਜੀ, ਨਹੀਂ ਇਹ ਅੰਦਰ ਦਾ ਟੇਬਲ ਜੀ ਇਹਨਾਂ ਦਾ ਬਹੁਤ ਕੋਈ ਨਾ ਕੋਈ ਇਹਨਾਂ ਦੀ ਕਹਾਣੀ ਬਣੀ ਹੋਈ ਹੈ। ਐਵੇਂ ਨਹੀਂ ਕੋਈ ਇਸ ਤਰ੍ਹਾਂ ਦੇ ਬਿੱਲ ਆਉਂਦੇ ਕਿ ਇਹ ਸਾਰੀ ਇਹਨਾਂ ਨੇ ਗੇਮ ਕੀਤੀ ਹੋਈ ਹੈ। ਤੇ ਦੂਸਰੇ ਨੰਬਰ 'ਤੇ ਆਪਾਂ ਤਾਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਵੀ ਇਹ ਜਿਹੜਾ ਬਿੱਲ ਪਾਸ ਹੈ ਇਹ ਕੋਈ ਬੜੀ ਵੱਡੀ ਗੱਲ ਨਹੀਂ। ਬਿੱਲ ਪਾਸ ਹੁੰਦੇ ਰਹਿੰਦੇ, ਬਿੱਲ ਨਾਲ ਦੇ ਨਾਲ ਫੇਲ ਵੀ ਹੁੰਦੇ ਰਹਿੰਦੇ ਆ। ਹਾਂ, ਧਰਾਤਲ ਛੱਡਣ ਦੀ ਲੋੜ ਨਹੀਂ। ਬਿਲਕੁਲ ਹਾਂ, ਤੁਹਾਡੇ ਬਿੱਲ ਪਾਸ ਹੋਇਆ ਸੀ ਆਲਰੇਡੀ। ਵੇਲੋ ਦੀ ਕਿੰਨਾ ਵੱਡਾ ਬਿੱਲ ਕਿਸਾਨੀ ਮੋਰਚੇ ਦੇ ਵਿੱਚ ਆਇਆ ਸੀਗਾ ਤੇ ਉਹਦੀਆਂ ਗੋਡੀਆਂ ਲਵਾਉਂਦੇ। ਤੇ ਇਹਦਾ ਇੱਕੋ ਹੀ ਹੁਣ ਆਪਣੇ ਕੋਲ ਸਾਰੀ ਦੁਨੀਆ ਦੇ ਕੋਲ ਇੱਕੋ ਹੀ ਕੀ ਹੈ ਇਹਦੀ ਚਾਬੀ, ਜਿਹੜਾ ਤੁਸੀਂ ਪ੍ਰੋਟੈਸਟ ਕਰਕੇ ਇਹਨੂੰ ਪਿਛਾਂਹ ਹਟਾ ਸਕਦੇ। ਹੋਰ ਕੋਈ ਹੱਲ ਨਹੀਂ ਹੈਗਾ ਗਾ। ਇਹੀ ਮਤਲਬ ਸਾਰੀਆਂ ਸੰਗਤਾਂ ਨੂੰ, ਜਿੰਨੀ ਵੀ ਦੁਨੀਆ ਸੁਣਦੀ ਹੈ, ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ, ਜਿੰਨੀਆਂ ਵੀ ਸੰਸਥਾਵਾਂ ਇਸ ਕੰਮ ਦੇ ਵਿੱਚ, ਕਿਉਂਕਿ ਜਦੋਂ ਸੰਸਥਾਵਾਂ ਫੇਲ ਹੋ ਜਾਣ ਟੇਬਲ ਤੇ ਫਿਰ ਉਦੋਂ ਦੁਨੀਆ ਨੂੰ ਤੇ ਸੰਸਥਾਵਾਂ ਨੂੰ ਇੱਕ ਰੱਸਾ ਫੜ ਲੈਣੀ ਚਾਹੀਦੀ ਹੈ ਵੀ ਚਲੋ ਭਾਈ ਦੁਨੀਆ ਦੇ ਨਾਲ ਸੰਸਥਾਵਾਂ ਨੂੰ ਮਗਰ ਲੱਗ ਜਾਣਾ ਚਾਹੀਦਾ ਵੀ ਦੁਨੀਆ ਦੇ ਮਗਰ ਲੱਗ ਜਾਈਏ। ਹੁਣ ਅਸੀਂ ਸਾਡਾ ਟੇਬਲ ਟਾਕ ਫੇਲ ਹੋ ਗਈ ਹੈ ਤੇ ਸਾਨੂੰ ਹੁਣ ਪ੍ਰੋਟੈਸਟ ਵਾਲਾ ਹੀ ਰਸਤਾ ਫੜਨਾ ਪੈਣਾ। ਜੇ ਫੜ ਲਓਗੇ ਤਾਂ ਬਚ ਜਾਓਗੇ, ਤੇ ਨਹੀਂ ਜਾਣੀ ਕਿ ਤੁਹਾਡੇ ਘਰ ਨੂੰ ਤਾਂ ਲੁਟੇਰੇ ਤੁਹਾਡੇ ਬਾਹਰ 'ਚ ਆਏ ਬੈਠੇ ਆ। ਜੀ ਜੀ, ਹਾਂਜੀ, ਇੰਨੀਆਂ ਗੱਲਾਂ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਦੋਂ ਸੰਸਥਾਵਾਂ ਫੇਲ ਹੋ ਜਾਣਾ, ਤੁਹਾਡੇ ਕੋਲ ਪਾਵਰ ਆ, ਤੁਹਾਡੇ ਕੋਲ ਵੋਟ ਆ, ਤੁਸੀਂ ਆਪਣਾ ਪ੍ਰੋਟੈਸਟ ਜ਼ਾਹਰ ਕਰੋ, ਅਗਲੇ ਆਪੇ ਹੀ ਸਿੱਧੇ ਰਾਹ ਤੁਰ ਪੈਂਦੇ ਆ। ਅਮਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਿਹੜਾ ਇਹ ਵਿਸ਼ਾ ਲੈ ਕੇ ਆਏ ਆ। ਜਿਸ ਤਰ੍ਹਾਂ ਭੈਣ ਜੀ ਤੁਸੀਂ ਪਹਿਲਾਂ ਗੱਲ ਕਰਦੇ ਸੀ ਨਾ ਕਿ ਆਪਾਂ ਜੇ ਆਉਣ ਵਾਲੀਆਂ ਪੀੜ੍ਹੀਆਂ ਬਚਾਉਣੀਆਂ ਆ ਤੇ ਸਾਨੂੰ ਮਤਲਬ ਹੁਣ ਤੋਂ ਉਪਰਾਲਾ ਕਰਨਾ ਪੈਣਾ। ਜਿੱਦਾਂ ਮੰਟੀਕੇ ਸ਼ਹਿਰ ਦੇ ਵਿੱਚ, ਬੇਸ਼ੱਕ ਉਹ ਪਹਿਲਾਂ ਹੋਰ ਸ਼ਹਿਰਾਂ ਦੇ ਵਿੱਚ ਖੁੱਲ੍ਹ ਚੁੱਕਿਆ, ਪਰ ਮੈਂ ਮੰਟੀਕੇ ਵਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਵਿੱਢਿਆ ਕਿ ਆਪਣੀ ਜਨਰੇਸ਼ਨ ਨੂੰ ਕਿਵੇਂ ਬਚਾਇਆ ਜਾਣਾ। ਪਰ ਜਿਹੜੀ ਦੁੱਖ ਦੀ ਗੱਲ ਇਹੀ ਹੈ ਕਿ ਖਿਲਾਉਣ ਵਾਲੇ ਵੀ ਸਾਡੇ ਆਪਣੇ ਹੀ ਆ, ਕਿਉਂਕਿ ਜਿੰਨਾ ਆਪਾਂ ਨਸ਼ਿਆਂ 'ਤੇ ਪ੍ਰਚਾਰ ਕਰਦੇ ਹਾਂ ਓਨਾ ਹੀ ਵੱਧ ਮੰਨ ਲਓ ਵੇਚਣ ਦੇ ਵਿੱਚ, ਸਟੋਰਾਂ 'ਚ ਲਾ ਲਓ ਜਾਂ ਜੋ ਮਰਜ਼ੀ ਕਰ ਲਓ ਜਿੱਦਾਂ ਹੈ ਨਾ। ਕਿਉਂਕਿ ਇੱਥੇ ਅਮਰੀਕਾ ਦੇ ਵਿੱਚ ਆ ਕੇ ਇੱਕ ਚੀਜ਼ ਆਪਾਂ ਸਾਰਿਆਂ ਨੇ ਦੇਖੀ ਕਿ ਪੈਸਾ ਹੀ ਮੁੱਖ ਮੰਤਵ ਰਹਿ ਗਿਆ ਸਾਰਿਆਂ ਦਾ ਜਿੱਦਾਂ। ਜੀ ਜੀ ਜੀ। ਪਰ ਇਹ ਨਹੀਂ ਦੇਖਦੇ ਕਿ ਜੇ ਸਾਡੀਆਂ ਜਨਰੇਸ਼ਨਾਂ ਹੀ ਨਾ ਬਚੀਆਂ, ਜੇ ਸਾਡੇ ਬੱਚੇ ਹੀ ਨਾ ਇਸ ਪਾਸੇ ਜੋਗੇ ਰਹਿ ਗਏ, ਜਿੱਦਾਂ ਨਸ਼ਿਆਂ ਜੋਗੇ ਰਹਿ ਗਏ, ਅਮਰੀਕਾ ਜੋਗੇ ਰਹੇ ਹੀ ਨਾ, ਤਾਂ ਕੀ ਫਾਇਦਾ ਸਾਡਾ ਇਹਨਾਂ ਕੰਟਰੀਆਂ 'ਚ ਆਉਣ ਦਾ। ਹੁਣ ਅਸੀਂ ਗਦਰੀ ਬਾਬਿਆਂ ਦੀ ਧਰਤੀ 'ਤੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ। ਅਸੀਂ ਉਹ ਕੁਰਬਾਨੀਆਂ ਨੂੰ ਅੱਜ ਰੋਲਣ ਲੱਗ ਗਏ ਨਾ ਡਾਲਰਾਂ ਦੀ ਖਾਤਰ। ਜਿੱਦਾਂ ਸੱਚੀ ਜਦੋਂ ਕਈ ਵਾਰੀ ਜਦੋਂ ਹੁਣ ਪਿਛਲੀ ਵਾਰੀ ਪ੍ਰੋਟੈਸਟ ਵੀ ਹੋਇਆ, ਜਿੱਦਾਂ ਮਤਲਬ ਮਨ ਦੁਖਦਾ ਵੀ ਸਾਡੇ ਹੀ ਬੰਦੇ ਮੂਹਰੇ ਸਿੰਘ ਨਾਮਾਂ ਵਾਲੇ ਆ ਜਿਹੜੇ ਬੰਦੇ ਇੰਨਾ ਕੁਛ ਕਰਨ ਤੱਕ ਜਾ ਰਹੇ ਆ, ਉਹਨਾਂ ਨੂੰ ਆਪਣੇ ਨਾਂ ਦੀ ਵੀ ਲਾਜ ਹੈ ਨਹੀਂ ਗੀ। ਚਲੋ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਮੈਂ ਪਰਸਨਲੀ ਕਿਸੇ ਤੇ ਅਟੈਕ ਨਹੀਂ ਕਰਦਾ, ਪਰ ਕਮ ਸੇ ਕਮ ਇਹਨਾਂ ਦਾ ਦੇਖੋ ਨਾ ਵੀ ਜਿਨ੍ਹਾਂ ਨੇ ਸਾਨੂੰ ਇਸ ਧਰਤੀ ਤੇ ਜੀਣ ਦੇ ਯੋਗ ਬਣਾਇਆ, ਅੱਜ ਅਸੀਂ ਉਹਨਾਂ ਨੂੰ ਰੋਲਣ ਲੱਗ ਗਏ, ਉਹਨਾਂ ਦੇ ਬੱਚਿਆਂ ਨੂੰ ਗਾਹਾਂ ਰੋਲਣ ਲੱਗ ਗਿਆ। ਜਿੱਦਾਂ ਹੁਣ ਮੰਨ ਲਓ ਕਿਸੇ ਬੱਚੇ ਨੂੰ ਜੌਬ ਨਹੀਂ ਮਿਲਦੀ, ਉਹ ਬੱਚਾ ਮਤਲਬ ਸਟ੍ਰੈਸ ਦਾ ਮਾਰਿਆ ਕੈਂਡੀ ਲੈ ਕੇ ਖਾ ਲਵੇ, ਛੋਟਾ ਬੱਚਾ ਜਿੱਦਾਂ, ਉਹ ਤਾਂ ਜ਼ਿੰਦਗੀ ਭਰ ਲਈ ਗਿਆ ਬੱਚਾ ਨਾ, ਮਾਪਿਆਂ ਤੋਂ ਵੀ ਗਿਆ ਜਿੱਦਾਂ। ਜੀ ਜੀ, ਤੁਸੀਂ ਭੈਣ ਜੀ ਹੈਰਾਨ ਹੋਣਾ, ਇੱਥੇ ਗੱਤਕਾ ਖੇਡਦੇ, ਚਲੋ ਮੈਂ ਹੁਣ ਸੱਚੀਆਂ ਗੱਲਾਂ, ਦੁੱਖ ਤਾਂ ਬਹੁਤਿਆਂ ਨੂੰ ਲੱਗਣਾ ਸੁਣ ਕੇ ਜਿੱਦਾਂ ਨਾ, ਬੱਚੇ ਗੱਤਕਾ ਖੇਡਦੇ। ਮੇਰੇ ਕੋਲ ਸਿੰਘ ਆਇਆ, ਮੈਨੂੰ ਆਇਆ ਕਹਿੰਦਾ ਭਾਈ ਸਾਹਿਬ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਨਵੋਲਵ ਆ, ਤੇ ਕਹਿੰਦਾ ਵੀ ਬੱਚੇ ਮੈਂ ਉੱਥੇ ਖੁਦ ਭੰਗ ਪੀਂਦੇ ਦੇਖੇ ਆ ਜਿੱਦਾਂ, ਤੇ ਉਹਨਾਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਉਹਨਾਂ ਬਾਰੇ ਜਿੱਦਾਂ। ਨਹੀਂ ਪਤਾ, ਹੁਣ ਨਹੀਂ ਪਤਾ। ਮਾਪਿਆਂ ਦੇ ਭਾਣੇ ਦਾ ਵੀ ਬਾਣਾ ਪਾਇਆ, ਬੱਚੇ ਗੱਤਕਾ ਖੇਡਦੇ ਆ ਜਿੱਦਾਂ, ਮਾਪਿਆਂ ਨੂੰ ਨਹੀਂ ਪਤਾ ਵੀ ਭੰਗ ਪੀਂਦੇ। ਹਾਂਜੀ, ਪਰ ਸਾਡੇ ਵਾਲਿਆਂ ਨੇ ਤਾਂ ਹੁਣ ਹਰ ਮਤਲਬ ਧਾਰਮਿਕ ਸਥਾਨਾਂ ਦੇ ਉੱਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੱਦਾਂ, ਹੈ ਨਾ। ਕੋਈ ਨਹੀਂ ਆ ਰਹੀਆਂ ਗੱਲਾਂ ਬਾਤਾਂ ਉਹਨਾਂ ਦੀਆਂ। ਦੇਖੋ ਅਸੀਂ ਆਪਣੇ ਜਦੋਂ ਇਹੋ ਜਿਹੇ ਲੀਡਰ ਆ, ਇਹੋ ਜਿਹੇ ਮੋਹਰੀ ਇਦਾਂ ਦੇ ਕੰਮ ਕਰਨ, ਫਿਰ ਲੋਕਾਂ ਨੂੰ ਆਪੇ ਉੱਠਣਾ ਪੈਂਦਾ। ਹਾਂਜੀ, ਅਸੀਂ ਤਾਂ ਉਹਨਾਂ ਦੇ ਨਾਲ ਖੜੇ, ਮੰਡੀਕੇ ਵਾਲਿਆਂ ਦੇ ਨਾਲ ਜੀ, ਸਾਰਿਆਂ ਦੇ। ਸਮਾਜ ਸੁਧਾਰ ਵੱਲ ਜਾਣਾ ਚਾਹੀਦਾ ਆ। ਸਮਾਜ ਨੂੰ ਸੁਧਾਰਨੇ ਲਈ ਇਹ ਸਰਕਾਰਾਂ ਹੀ ਨਹੀਂ ਗੱਲੀਆਂ ਹੁੰਦੀਆਂ, ਲੋਕਾਂ ਦਾ ਵੀ ਯੋਗਦਾਨ ਹੁੰਦਾ। ਲੋਕਾਂ ਦਾ ਹੁੰਦਾ ਭੈਣ ਜੀ, ਮੋਸਟਲੀ ਸਰਕਾਰਾਂ ਤੇ ਇੱਥੇ ਹੁਣ ਆਪਾਂ ਦੇਖਿਆ ਹੀ ਆ ਕਿੰਨਾ ਕੁ ਕਿਤੇ ਉਹ ਕਹਿੰਦੇ ਖੋਲੋ ਸਟੋਰ ਜਿੱਦਾਂ, ਸਾਡਿਆਂ ਨੂੰ ਲਾਲਚ ਪਿਆ ਆ ਪੈਸੇ ਕਮਾਉਣ ਦਾ। ਜੀ ਜੀ, ਤੇ ਦਿਨਾਂ ਦੇ ਵਿੱਚ ਮਿਲੀਅਨਰ ਬਣ ਜਾਈਏ, ਬੇਸ਼ੱਕ ਕਿਸੇ ਦੇ ਬੱਚੇ ਮਰਨ, ਕਿਸੇ ਦੇ ਬੱਚੇ ਜੀਣ। ਇਹੀ ਹਾਲ ਉੱਥੇ ਪੰਜਾਬ 'ਚ ਕੀਤਾ। ਪੰਜਾਬ 'ਚ ਲੀਡਰਾਂ ਦਾ ਕੰਮ ਆ, ਉੱਥੇ ਵੀ ਉਹੀ ਲੀਡਰਾਂ ਦਾ ਕੰਮ ਆ। ਹਾਂਜੀ, ਮੈਂ ਤਾਂ ਇਹ ਕਹਿੰਦਾ, ਦੇਖੋ ਮੈਂ ਮਾੜੀ ਜਿਹੀ ਗੱਲ ਭੈਣ ਜੀ ਹੋਰ ਕਰਨੀ ਆ ਜਿੱਦਾਂ ਜੀ, ਮੇਰਾ ਜੀ ਤਾਂ ਨਹੀਂ ਸੀ ਕਰਦਾ ਕਾਲ ਕਰਨ ਨੂੰ, ਪਰ ਮੈਂ ਬਿਲਕੁਲ ਹੁਣ ਐਂਡ ਤੇ ਆ ਕੇ ਤਾਂ ਹੀ ਕਾਲ ਲਾਈ ਵੀ ਚਲੋ ਮਤਲਬ ਜਿੱਦਾਂ ਹੁਣ ਜੋ ਡੈਮੋਕ੍ਰੇਟਾਂ ਨੇ ਸਾਡਾ ਹਾਲ ਕੀਤਾ ਨਾ ਕੈਲੀਫੋਰਨੀਆ ਦੇ ਵਿੱਚ, ਜੋ ਬਾਦਲਾਂ ਨੇ ਪੰਜਾਬ ਦੇ ਵਿੱਚ 2 ਕਿਲੋ ਆਟੇ ਤੇ ਲਾਏ ਸੀਗੇ, ਅੱਜ ਸਾਡਾ ਉਹ ਹਾਲ ਕਰਤਾ ਵੀ ਸਾਡੀ ਕਮਾਈ ਹੋਮਲੈਸਾਂ ਨੂੰ ਦੇਈ ਜਾਂਦੇ ਆ। ਮੈਂ ਤਾਂ ਸਾਰੇ ਕੈਲੀਫੋਰਨੀਆ ਨੂੰ ਅਪੀਲ ਕਰਦਾ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਦਲਾਅ ਲਿਆਓ, ਰਿਪਬਲਿਕਨਾਂ ਨੂੰ ਵੋਟਾਂ ਪਾਓ। ਕਮ ਸੇ ਕਮ ਤੁਸੀਂ ਕਰੋਨੇ ਦੇ ਵਿੱਚ ਦੇਖਿਆ ਨਾ, ਟਰੰਪ ਨੇ ਛੋਟੇ ਛੋਟੇ ਬਿਜ਼ਨਸ ਨੂੰ ਬਚਾਉਣ ਲਈ ਕਿੰਨਾ ਪੈਸਾ ਵੰਡਿਆ, ਤੇ ਅੱਜ ਸਾਡੇ ਬਿਜ਼ਨਸਾਂ ਦਾ ਕੀ ਹਾਲ ਆ। ਇਹ ਤਾਂ ਕਹਿੰਦੇ ਲੁੱਟ ਕੇ ਲੈ ਜਾਓ ਦਿਨ ਦਿਹਾੜੇ, ਕੋਈ ਹਰਜ ਨਹੀਂ ਜਿੱਦਾਂ, ਹੈ ਨਾ। ਦੇਖੋ ਲੋਕੀ ਜ਼ਰੂਰ ਸੋਚਣਗੇ। ਥੈਂਕ ਯੂ। ਠੀਕ ਹੈ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜਦੋਂ ਵੋਟਾਂ ਆਉਣੀਆਂ ਨਾ, ਫਿਰ ਵੇਖਦੇ ਲੋਕੀ ਜਿਹਦੇ ਆ, ਫਿਰ ਜੇ ਤੁਹਾਡੇ ਘਰਾਂ ਤੋਂ ਵੋਟਾਂ ਚੱਕੀਆਂ ਜਾਂਦੀਆਂ, ਜਿੱਥੇ ਮਰਜ਼ੀ ਨਿਸ਼ਾਨੀ ਲਾ। ਆਪਾਂ ਇੱਕ ਬ੍ਰੇਕ ਲੈ ਲੈਣੇ ਜੀ, ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ।
4082725220 ਸਟੂਡੀਓ ਦਾ ਫੋਨ ਨੰਬਰ ਆ। ਤੁਹਾਨੂੰ ਹੋਲਡ ਕਰਨਾ ਪਿਆ ਸੀਗਾ, ਠੀਕ ਹੈ, ਕਈ ਵਾਰ ਨਹੀਂ ਕਰ ਸਕਦੇ, ਹੁਣ ਦੁਬਾਰਾ ਕਾਲ ਕਰ ਸਕਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KLOK ਸੈਨ ਹੋਜ਼ੇ ਬੇ ਏਰੀਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇਸੋ ਪ੍ਰਦੇਸ਼ ਆ। ਦੇਸੋ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹੈਗੇ ਆ, ਜਿੱਥੇ ਰਹਿੰਦੇ ਆ ਉੱਥੇ ਦੀ ਗੱਲ ਮੰਡੇ ਨੂੰ ਹੁੰਦੀ ਆ। ਕੋਸ਼ਿਸ਼ ਇਹੀ ਹੁੰਦੀ ਆ ਕਿ ਜਿਹੜਾ ਕੋਈ ਨਾ ਕੋਈ ਪੱਖ ਦੇ ਮਸਲੇ ਆ ਉਹਨਾਂ ਦੀ ਗੱਲ ਕੀਤੀ, ਜਾਂ ਤੇ ਗੱਲ ਹੋਵੇ ਆਪਣੇ ਬਿੱਲ ਆਉਂਦੇ ਆ ਉਹਨਾਂ ਦੀ ਹੋ, ਕਮਿਊਨਿਟੀ ਦੇ ਵਿੱਚ ਗੱਲਬਾਤ ਚੱਲ ਰਹੀ ਹੋਵੇ, ਜਾਂ ਸਾਡੇ ਕੋਈ ਲਾਅ ਬਣ ਰਿਹਾ ਹੋਵੇ, ਉਹ ਤੁਹਾਡੇ ਨਾਲ ਗੱਲਾਂ ਬਾਤਾਂ ਜੀਆਂ ਕਰਦੇ ਆ। ਜਦੋਂ ਬਿੱਲ SB 403 ਆਇਆ ਸੀ ਉਸ ਦੀ ਡਿਸਕਸ਼ਨ ਹੋਈ ਸੀਗੀ, ਦੋਹਾਂ ਪਾਸਿਆਂ ਨੇ ਉਸ ਦੇ ਵਿੱਚ ਭਾਗ ਲਿਆ ਸੀ। ਤੇ ਉਸ ਤੋਂ ਬਾਅਦ SB 553 ਦੀ ਗੱਲਬਾਤ ਬੜੀ ਕਾਫੀ ਹਫ਼ਤੇ ਉਸ ਦੀ ਹੋਈ ਆ। ਕਿ ਜ਼ਰੂਰੀ ਨਹੀਂ ਕਿ ਸਾਨੂੰ ਕੋਈ ਗੌਰਮੈਂਟ ਦਿਖਾਲ ਕੇ ਬਿੱਲ ਲੈ ਕੇ ਆਉਂਦੀ, ਹੁਣ ਆਹ ਲਿਆਉਣ ਲੱਗੇ ਆ, ਡਿਸਕਸ਼ਨ ਕਰੋ। ਜਦੋਂ ਸਾਨੂੰ ਪਤਾ ਲੱਗਦਾ ਆ ਉਦੋਂ ਅਸੀਂ ਕਰਦੇ ਹਾਂ। ਹਾਂ, ਜੇ ਕਿਸੇ ਨੂੰ ਲੱਗਦਾ ਆ ਕਿ ਸਾਡੇ ਕੋਲ ਕੋਈ ਸੰਸਥਾ ਚਾਹੀਦੀ, ਜੇ ਭਾਈ ਤੁਹਾਨੂੰ ਪਤਾ ਹੁੰਦਾ ਤਾਂ ਤੁਸੀਂ ਆਣ ਕੇ ਰਿਓ ਤੇ ਐਨੀ ਟਾਈਮ ਦੱਸ ਸਕਦੇ ਹੋ। ਜਿੰਨਾ ਚਿਰ ਲੋਕਾਂ ਨੂੰ ਪਤਾ ਨਹੀਂ ਲੱਗਦਾ, ਲੋਕਾਂ ਤੱਕ ਖਬਰ ਨਹੀਂ ਉਹਨਾਂ ਤੱਕ, ਉਦੋਂ ਤੱਕ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਆਉਂਦੀ। ਲੋਕਾਂ 'ਚ ਅਵੇਅਰਨੈਸ ਆਉਣੀ ਚਾਹੀਦੀ ਆ। ਸਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਬੈਠਣਾ ਚਾਹੀਦਾ, ਹਾਏ ਆਹ ਬਿੱਲ ਪਾਸ ਹੋ ਗਿਆ, ਮਰ ਗਿਆ। ਉਸ ਬਿੱਲ ਨੂੰ ਅੰਤ ਤੱਕ, ਜਦ ਤੱਕ ਤੁਹਾਨੂੰ ਜਸਟਿਸ ਨਹੀਂ ਮਿਲਦੀ, ਉਦੋਂ ਤੱਕ ਤੁਹਾਨੂੰ ਬੈਠਣਾ, ਉਦੋਂ ਤੱਕ ਤੁਹਾਨੂੰ ਆਵਾਜ਼ ਆਪਣੀ ਉੱਚੀ ਰੱਖਣੀ ਪੈਂਦੀ ਹੈ, ਰੱਖਣੀ ਚਾਹੀਦੀ ਆ। ਬੇਸ਼ੱਕ ਉਹਦੇ ਵਿੱਚ ਪ੍ਰੋਟੈਸਟ ਹੋਣ, ਤੇ ਜੇ ਫਿਰ ਬਿਲਕੁਲ ਹੀ ਤੁਹਾਡੀ ਵਾਹ ਨਹੀਂ ਨਾ ਚੱਲਦੀ, ਤੁਹਾਡੇ ਕੋਲ ਇੱਕ ਪਾਵਰ ਆ, ਵੋਟਾਂ ਦੇ ਵਿੱਚ ਫਿਰ ਅਗਲੇ ਨੂੰ ਸਬਕ ਸਿਖਾਓ। ਤੁਹਾਡੀਆਂ ਵੋਟਾਂ ਦੇ ਨਾਲ ਬਣੇ ਰਾਜੇ ਮਹਾਰਾਜੇ ਐਸ਼ ਕਰਦੇ ਆ ਤੇ ਕਹਿੰਦੇ ਆ ਕਿ ਤੁਹਾਨੂੰ ਅਸੀਂ ਦੱਸਣਾ ਤੱਕ ਨਹੀਂ ਇਹ ਬਿੱਲ ਤੁਹਾਡੇ ਲਈ ਕਿਸ ਤਰ੍ਹਾਂ ਦਾ ਆ ਰਿਹਾ, ਤੇ ਨਾ ਤੁਹਾਡੀ ਸੀ ਗੱਲ ਸੁਣ। ਇਹ ਹੁਣ ਆਪਾਂ ਦੇਖ ਹੀ ਲਿਆ, ਬਿੱਲ ਜਿਹੜਾ 553 ਆਇਆ ਉਹਦੇ ਵਿੱਚ ਤੁਹਾਡੇ ਆਪਣੇ ਹੀ ਚੁਣੇ ਹੋਏ ਨੁਮਾਇੰਦੇ ਤੁਹਾਡੀ ਹੀ ਗੱਲ ਸੁਣਨੇ ਨੂੰ ਤਿਆਰ ਨਹੀਂ, ਤੁਹਾਨੂੰ ਟਾਈਮ ਦੇਣ ਨੂੰ ਤਿਆਰ ਨਹੀਂ ਕਿ ਅਸੀਂ ਕੋਈ ਟੇਬਲ ਟਾਕ ਕਰਨੀ। ਤੇ ਫਿਰ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਆ ਤੇ ਫਿਰ ਬਹੁਤ ਸਾਰਿਆਂ ਨੂੰ ਗੁੱਸਾ ਲੱਗਦਾ ਆ ਵੀ ਇੱਥੇ ਤਾਂ ਟੇਬਲ ਟਾਕਾਂ ਹੁੰਦੀਆਂ। ਟੇਬਲ ਟਾਕ ਕਰਨ ਨੂੰ ਕੋਈ ਤਿਆਰ ਤੇ ਹੋਵੇ ਨਾ, ਜਿਨ੍ਹਾਂ ਨੇ ਵੋਟਾਂ ਦਿੱਤੀ। ਹੁਣ ਇੰਨਾ ਵੀ ਨਹੀਂ ਸਾਡੀ ਕਮਿਊਨਿਟੀ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈ, ਸਮਝ ਗਏ ਆ ਹੁਣ ਸਾਰੇ। ਸੰਦੀਪ ਸਿੰਘ ਜੀ ਸਵਾਗਤ ਹੈ। ਹਾਂਜੀ, ਦੁਬਾਰਾ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਗੱਲ ਕਰ ਰਹੇ ਸੀਗੇ, ਹੁਣ ਅੱਜ ਭੰਗ ਦੀ ਵੀ ਗੱਲ ਹੋਈ ਆ। ਤੇ ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਿਹੜਾ SB 553 ਆ ਨਾ, ਆਨਲਾਈਨ ਉਤੇ ਇੱਕ ਪਟੀਸ਼ਨ ਚੱਲ ਰਹੀ ਆ। ਤੁਸੀਂ ਉਸ ਨੂੰ ਲੱਭ ਕੇ ਜ਼ਰੂਰ ਸਾਈਨ ਕਰੀ, ਇਸ ਦੇ ਅਗੇਂਸਟ ਆ। ਤੇ ਉਹ ਗਵਰਨਰ ਤੱਕ ਰਮਨ ਗਿੱਲ ਜੀ ਨੇ ਦਿੱਤਾ ਕਿ ਤੁਸੀਂ ਅਨਾਊਂਸ ਕਰ ਦਿਓ, ਜਿੱਥੇ ਵੀ ਤੁਸੀਂ ਪ੍ਰੋਟੈਸਟ ਇਸ ਚੀਜ਼ ਦਾ ਕਰ ਸਕਦੇ, ਕਿ ਜਿੱਥੇ ਵੀ ਆ ਉੱਥੇ ਤੁਸੀਂ ਨੌਕ ਕਰਕੇ ਡੋਰ ਨੂੰ ਪ੍ਰੋਟੈਸਟ। ਇਹ ਉੱਥੇ ਪੰਜਾਬ ਨਹੀਂ ਕਿ ਤੁਹਾਨੂੰ ਸਵੇਰ ਨੂੰ ਪੁਲਿਸ ਚੱਕ ਕੇ ਲੈ ਜਾਊਗੀ। ਪਰ ਸਾਡੇ ਸੰਦੀਪ ਸਿੰਘ ਜੀ ਬਹੁਤ ਸਾਰੇ ਲੋਕ ਨਾ ਉਸ ਪੰਜਾਬ ਤੋਂ ਜਿਹੜੇ ਆਏ ਆ, ਇੰਡੀਆ ਤੋਂ ਆਏ ਆ, ਉਹਨਾਂ ਦੇ ਕਈਆਂ ਦੇ ਹਜੇ ਵੀ ਸੰਬੰਧ ਜਿਹੜੇ ਪੋਲੀਟੀਸ਼ੀਅਨਾਂ ਦੇ ਨਾਲ ਆ, ਉਹ ਇੱਥੇ ਰਹਿੰਦੇ ਆਣ ਕੇ, ਉਹ ਉੱਦਾਂ ਹੀ ਡਰਦੇ ਆ ਹਜੇ ਤੱਕ ਇੱਥੇ ਦੇ ਪੋਲੀਟੀਸ਼ੀਅਨਾਂ ਤੋਂ ਨਾ ਉੱਦਾਂ ਹੀ ਡਰੀ ਜਾਂਦੇ ਆ ਵੀ ਹਾਂ ਜੀ ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਜੀ ਹਜੂਰ ਬਣੇ ਹੋਏ ਆ। ਨਾ ਉਹ ਆਪਣੇ ਲੋਕਾਂ ਨੂੰ ਦੱਸਦੇ ਆ, ਭਾਵੇਂ ਉਹ ਸੰਸਥਾਵਾਂ ਹੋਣ, ਭਾਵੇਂ ਕਿਸੇ ਸੰਸਥਾ ਦੇ ਪ੍ਰਧਾਨ ਹੋਣ, ਭਾਵੇਂ ਉਹ ਧਾਰਮਿਕ ਹੋਵੇ, ਉਹ ਇੱਥੇ ਦੇ ਲੀਡਰਾਂ ਨੂੰ ਪ੍ਰੋਟੈਕਟ ਕਰ ਲਈ ਆਪ ਹੀ ਝੂਠ ਬੋਲਿਆ। ਸਮਝ ਨਹੀਂ ਲੱਗਦੀ ਵੀ ਕਿਉਂ ਤੁਸੀਂ ਇਸ ਤਰ੍ਹਾਂ ਕਰਦੇ ਆ। ਇਹ ਤੁਸੀਂ ਉੱਥੇ ਪੰਜਾਬ 'ਚ ਬੈਠੇ ਆ, ਇੱਥੇ ਤਾਂ ਲੋਕੀ ਇਹਨੂੰ ਨਾ ਲੱਭ ਲੈਂਦੇ ਆ ਸਾਰਾ ਕੁਛ। ਤੇ ਨਾਲੇ ਅਸੀਂ ਕਾਹਦੇ ਲਈ ਉਹਨਾਂ ਨੂੰ ਪ੍ਰੋਟੈਕਟ ਕਰੀਏ? ਸਾਡੀਆਂ ਵੋਟਾਂ ਨਾਲ ਬਣੇ ਹੋਏ ਆ। ਦੇਖੋ ਕਈ ਸੰਸਥਾਵਾਂ ਬਣੀਆਂ ਸਾਡੇ ਨੋਟਾਂ ਨਾਲ। ਹਾਂ, ਨਾਲੇ ਉਹਨੇ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰ ਬੈਕ। ਲੋਕਾਂ ਨੂੰ ਮਤਲਬ ਕੱਢਦੇ ਆ ਨਾ ਪੋਲਿਟਾਂ ਤੋਂ। ਵੋਟਾਂ ਲੋਕਾਂ ਦੀਆਂ ਹੁੰਦੀਆਂ, ਨੋਟ ਵੀ ਲੋਕਾਂ ਦੇ ਹੁੰਦੇ। ਉਹ ਦੇ ਕੇ ਉੱਥੇ ਉਹਨਾਂ ਨੂੰ ਸਨਮਾਨਿਤ ਕਰਕੇ, ਆਪਣੇ ਉਹਨਾਂ ਦੀ ਫੰਡ ਰੇਜ਼ਿੰਗ ਕਰਕੇ, ਤੇ ਮਤਲਬ ਕਈ ਵਾਰੀ ਅਸੀਂ ਆਪਣੇ ਕਢਾ ਲੈਂਦੇ ਹਾਂ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਇਹੀ ਕਹਿਣਾ ਸੀ, ਜਿਹੜੇ ਤੁਸੀਂ ਕਹਿੰਦੇ ਨਾ ਪੋਸਟ ਤੋਂ ਡਰਦੇ ਆ, ਲੀਡਰਾਂ ਤੋਂ ਡਰਦੇ ਆ ਉੱਥੇ ਇੰਡੀਆ ਵਿੱਚ। ਜੀ ਮੈਂ ਤਾਂ 43 ਸਾਲ ਬਾਅਦ ਗਿਆ ਸੀ ਉੱਥੇ ਇੰਡੀਆ 'ਚ, 2 ਮਹੀਨੇ ਹੋ ਗਏ। ਤੇ ਮੋਰੇ ਜਿਵੇਂ ਪੁਲਿਸ ਵਾਲੇ ਖੜੇ ਹੁੰਦੇ ਆ, ਹਾਂਜੀ, ਉਹ ਮੈਨੂੰ ਕਹਿੰਦਾ, ਡਰਾਈਵਰ ਮੈਨੂੰ ਕਹਿੰਦਾ ਇਹਨਾਂ ਨੂੰ ਅੰਗਰੇਜ਼ੀ ਬੋਲੀ ਜਾਣੀ, ਇਹਨਾਂ ਨੂੰ ਕੋਈ ਸਮਝ ਨਹੀਂ ਆਉਣੀ, ਇਹਨਾਂ ਲੰਘ ਜਾਣਾ ਪੈਂਦਾ। ਮੈਂ ਏਦਾਂ ਹੀ ਕੀਤਾ। ਤੇ ਮੈਂ ਜੀ ਪਹਿਲਾਂ ਵੀ ਮੈਨੂੰ ਹਾਲੇ ਵੀ ਇੰਡੀਆ ਗਿਆ ਸੀ, ਮੈਨੂੰ ਚੰਗਾ ਨਹੀਂ ਲੱਗਿਆ। ਹਾਲੇ ਵੀ ਪਹਿਲਾਂ ਮੈਨੂੰ ਚੰਗਾ ਲੱਗਦਾ ਸੀਗਾ। ਤੇ ਬਾਕੀ ਇਹਨਾਂ ਦੀ ਕੋਈ ਆਮ ਸੌਰੀ ਪੈਰ ਸੰਭਾਲੀ। ਬਟ ਮੈਂ ਏਦਾਂ ਗੱਲ ਕਰਦਾ, ਜਿਹੜੇ ਪੁਲਿਸ ਵਾਲੇ ਖੜੇ ਹੁੰਦੇ ਨੇ ਝੜ ਕੱਢ ਕੇ, ਉਹ ਉਹਨਾਂ ਮੂਹਰੇ ਡਰਨਾ ਨਹੀਂ ਚਾਹੀਦਾ। ਠੀਕ ਹੈ ਜੀ, ਠੀਕ ਹੈ ਸਰਬਜੀਤ ਜੀ। ਮੈਂ ਤੇ ਇੱਥੇ ਦੀ ਪੁਲਿਸ ਦੀ ਗੱਲ ਕੀਤੀ ਆ, ਇੰਡੀਆ ਵਾਲੀ ਤੇ ਨਹੀਂ ਕੀਤੀ ਹੈਗੀ ਆਪਾਂ। ਇੰਡੀਆ ਦੀ ਪੁਲਿਸ ਦੀ ਅਸੀਂ ਕਰਨਾ ਜੀ, ਅਸੀਂ ਕਿਹੜਾ ਉੱਥੇ ਕਿਤੇ 2 ਦਿਨ ਜਾਂ ਕਿਸੇ ਨੇ ਜਦੋਂ 15 ਦਿਨ 20 ਦਿਨ ਜਾਣਾ ਹੁੰਦਾ, ਤੁਸੀਂ ਉਹਦੇ ਵਿੱਚ ਵੀ ਇੱਕ ਅੱਧਾ ਦਿਨ ਪੁਲਿਸ ਨੂੰ ਮਿਲਣਾ,
ਹਾਂਜੀ ਤੇ ਕਿਤੇ ਇੰਟਰੈਕਸ਼ਨ ਤੁਹਾਡੀ ਹੋਣੀ ਆ। ਇੱਥੇ ਦੀ ਗੱਲ ਕਰ ਰਹੇ ਆ ਜੀ। ਤੇ ਬਾਕੀ ਜੀ ਆ ਜਿਹੜੇ ਮੈਰੀਜੁਆਨਾ ਦਾ, ਇਹਦਾ 2 ਕਿਲੋ ਹੋਰ ਦੱਸ ਦਿੰਦਾ ਇਹਦੇ। ਕਹਿੰਦੇ ਜੀ ਮੈਰੀਜੁਆਨਾ ਜਿਹੜੀ ਆ ਉਹ ਤੁਹਾਡਾ ਦਿਲ ਦਾ ਜਿਹੜਾ ਰੇਟ ਆ, ਹਾਰਟ ਬੀਟ ਆ, ਉਹ ਜਿਹੜੀ ਆ ਉਹ 3 ਘੰਟੇ ਤੱਕ ਵਧਾ ਦਿੰਦੀ ਆ ਆਫਟਰ, ਜਦੋਂ ਕੋਈ ਸਮੋਕ ਕਰਦਾ ਵਾ। ਤੇ ਉਹਦੇ ਨਾਲ ਜੀ ਤੁਹਾਡਾ ਜੇ ਤੁਹਾਡਾ ਰਿਸਕ ਹੁੰਦਾ ਹਾਰਟ ਅਟੈਕ ਦਾ ਵੀ ਰਿਸਕ ਹੁੰਦਾ ਵਾ। ਤੇ ਬਾਕੀ ਕਹਿੰਦੇ ਜੀ ਜਿਹੜੇ ਯੰਗ ਨਿਆਣੇ ਨੇ, ਨਿਆਣੇ ਹੁਣ ਜਿੰਨੇ ਆਪਣੇ ਹੈਗੇ ਨੇ, ਵਿਆਹਣ ਤੋਂ ਪਹਿਲਾਂ ਨਿਆਣੇ ਹੁੰਦੇ ਸਾਰੇ, ਜੀ ਜੀ, ਤੇ ਉਹ ਜੇ ਉਹ ਭੰਗ ਭੁੰਗ ਪੀਂਦੇ ਨੇ ਤੇ ਇਹੋ ਜਿਹੇ ਕੰਮ ਕਰਦੇ ਨੇ, ਕਹਿੰਦੇ ਜੀ ਉਹਨਾਂ ਦਾ ਜਿਹੜਾ ਪਹਿਲੀ ਗੱਲ ਤੇ ਉਹਨਾਂ ਦੇ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਪੋਤੇ ਪੁੱਤਿਆਂ ਦੀ ਆਸ ਨਾ ਰੱਖਿਓ। ਜੇ ਹੋ ਵੀ ਆ ਤੇ ਉਹਦੇ ਵਿੱਚ ਜੀ ਉਹਨਾਂ ਦਾ ਹਾਈ ਰੇਟ ਜਿਹੜਾ ਆ ਰਿਹਾ, ਜਿਹੜੇ ਬੱਚੇ ਉਹਨਾਂ ਦੇ ਪੈਦਾ ਹੋ ਰਹੇ ਨੇ ਉਹ ਜਿਹੜੇ ਕਹਿਣ ਲੋਅਰ IQ, ਤੇ ਬਾਕੀ ਉਹ ਉਹਨਾਂ ਦੇ ਹੋਰ ਵੀ ਕਈ ਜਿਹੜੇ ਹੈਗੇ ਨੇ ਫੰਕਸ਼ਨ ਨੇ, ਉਹ ਜਿਹੜੇ ਉਹ ਨਹੀਂ ਅਪਰੋਪਰੀਏਟ ਨਹੀਂ ਚੱਲਦੇ। ਸੋ ਆਪਾਂ ਨੂੰ ਇਹ ਦੇਖਣਾ ਪੈਣਾ ਅਸੀਂ ਕਿੱਥੇ ਅਸੀਂ ਕੀ ਆਪਣੀ ਅਗਲੀ ਜਨਰੇਸ਼ਨ ਲਈ ਕਰ ਰਹੇ ਹਾਂ। ਤੇ ਫਿਰ ਆਪਾਂ ਇੰਨੀ ਰਿਸਰਚ ਕਿਉਂ ਕਰਦੇ ਹਾਂ ਦਵਾਈਆਂ ਤੇ? ਜੇ ਕਿਸੇ ਨੂੰ ਬਿਮਾਰੀ ਆ ਕੋਈ ਤਾਂ ਉਹ ਦਵਾਈਆਂ ਲੈ ਕੇ ਆਉਂਦੇ ਆ। ਇੰਨੀ ਰਿਸਰਚ ਤੇ ਪੈਸਾ ਖਰਚ ਰਿਹਾ ਅਮਰੀਕਾ। ਜੇ ਭੰਗ ਨਹੀਂ ਸਰਦਾ ਤੇ ਫਿਰ ਸਾਰੀਆਂ ਰਿਸਰਚਾਂ ਛੱਡੋ, ਸਾਰਾ ਪੈਸਾ ਜਿਹੜਾ ਨਾ ਭੰਗ ਤੇ ਹੀ ਲਾ ਦੋ। ਆਪਾਂ ਨਾ ਰਮਨ ਗਿੱਲ ਜੀ ਨੇ। ਜੀ ਰਮਨ ਜੀ। ਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੰਦੀਪ ਭਾਜੀ ਸਤਿ ਸ਼੍ਰੀ ਅਕਾਲ। ਹਾਂਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਸੁਣ ਰਹੀ ਸੀ, ਇੱਕ ਤਾਂ ਮੇਰਾ ਖਿਆਲ ਇੱਕ ਟੌਪਿਕ ਭੰਗ ਤੇ ਚੱਲਦਾ ਪਿਆ ਆ, ਹਨਾ, ਤਾਂ ਮੇਰੇ ਕੋਲ ਕਾਫੀ ਕੁਛ ਹੈ ਉਹਦੇ ਬਾਰੇ। ਸੋ ਮੈਂ ਫਿਰ ਕਿਸੇ ਦਿਨ ਤੁਹਾਡੇ ਨਾਲ ਗੱਲ ਕਰਾਂਗੀ, ਪਰ ਮੈਂ ਇੰਨੀ ਜ਼ਰੂਰ ਰਿਕੁਐਸਟ ਕਰੂੰਗੀ ਕਿਉਂਕਿ ਮੇਰਾ ਫੀਲਡ ਉਹੀ ਆ, ਹਨਾ, ਕਿਉਂਕਿ ਮੈਂ ਡਰੱਗ ਤੇ ਅਲਕੋਹਲ ਦੀ ਜਿਹੜੀ ਪ੍ਰੋਬਲਮ ਉਹਦੇ ਤੇ ਕੰਮ ਕਰਦੀ ਹਾਂ। ਸੋ ਉਹਦੇ ਬਾਰੇ ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਾਂਗੀ ਕਿ ਪਲੀਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ, ਕਿਉਂਕਿ ਅੱਜ ਕੱਲ੍ਹ ਕੈਲੀਫੋਰਨੀਆ 'ਚ ਕੀ ਚੱਲਦਾ ਪਿਆ ਹੈ ਕਿ ਫੈਂਟਨਲ, ਪਤਾ ਨਹੀਂ ਲੋਕਾਂ ਨੇ ਸੁਣਿਆ ਕਿ ਨਹੀਂ, ਜਿਹੜਾ ਫੈਂਟਨਲ ਆ ਇਟਸ ਅ ਵੈਰੀ ਡੈਡਲੀ ਡਰੱਗ। ਸੋ ਹੁਣ ਅੱਜ ਕੱਲ੍ਹ ਇੱਥੇ ਕੀ ਚੱਲਦਾ ਪਿਆ ਕਿ ਸਾਰੇ ਡਰੱਗਸ ਦੇ ਉੱਤੇ ਫੈਂਟਨਲ ਪਾ ਕੇ ਵੇਚਦੇ ਆ। ਹਾਂਜੀ, ਕਿਉਂਕਿ ਫਿਰ ਉਹਦਾ ਅਸਰ ਡਬਲ ਹੋ ਜਾਂਦਾ ਜਾਂ ਹੋਰ ਤਰ੍ਹਾਂ ਦਾ ਹੋ ਜਾਂਦਾ। ਹਾਂਜੀ, ਸੋ ਮਰਵਾਨਾ ਤੇ ਵੀ ਪਾਉਂਦੇ ਆ, ਲੇਸ ਕਰਦੇ ਆ ਉਹਨੂੰ। ਸੋ ਫੈਂਟਨਲ ਇਜ਼ ਵੈਰੀ ਵੈਰੀ ਡੈਡਲੀ। ਥੋੜਾ ਜਿਹਾ ਵੀ ਖਾਣ ਨਾਲ ਉਸੇ ਵੇਲੇ ਡੈਥ ਹੋ ਜਾਂਦੀ ਆ। ਸੋ ਪਲੀਜ਼ ਆਪਣੇ ਬੱਚਿਆਂ ਨੂੰ ਜ਼ਰੂਰ, ਹਾਂਜੀ, ਜਿੱਦਾਂ ਵੀ ਤੁਸੀਂ ਲੈਂਦੇ ਹੋ, ਹਾਂਜੀ ਵੀ ਕਰਦੇ ਆ, ਕਈ ਤੇ ਟੱਚ ਵੀ ਕਰਦੇ ਆ, ਉਹਦੇ ਨਾਲ ਵੀ ਉਹਨਾਂ ਨੂੰ ਬਹੁਤ ਭੈੜਾ ਰਿਐਕਸ਼ਨ ਹੁੰਦਾ। ਹਾਂਜੀ ਸੋ ਪਲੀਜ਼ ਆਪਣੇ ਬੱਚਿਆਂ ਨਾਲ ਜ਼ਰੂਰ ਗੱਲ ਕਰੋ, ਕਿਉਂਕਿ ਮੈਂ ਦੇਖਿਆ ਸਾਡੀ ਇੱਥੇ ਕਮਿਊਨਿਟੀ 'ਚ ਬਹੁਤ ਸਮਾਰਟ ਬੱਚਾ ਸੀਗਾ, ਪਤਾ ਨਹੀਂ ਕਿੱਦਾਂ, ਤੇ ਉਹ ਆ ਗਿਆ। ਕਿਉਂਕਿ ਇੱਦਾਂ ਦੇ ਜਿਹੜੇ ਲੋਕੀ ਹੁੰਦੇ ਆ ਬੱਚਿਆਂ ਨੂੰ ਲੱਭਦੇ ਆ, ਕਿਉਂਕਿ ਉਹਨਾਂ ਦੇ ਲੌਂਗ ਟਾਈਮ ਕਸਟਮਰ ਹੋਣਾ ਉਹਨਾਂ ਨੇ, ਹਨਾ। ਸੋ ਉਹ ਵਿਚਾਰਾ ਪਤਾ ਨਹੀਂ ਕਿੱਦਾਂ ਆ ਗਿਆ, 17 ਸਾਲ ਦਾ ਸੀਗਾ। ਹੀ ਵਾਜ਼ ਅ ਵੈਰੀ ਸਮਾਰਟ, ਸਪੋਰਟਸ 'ਚ ਵੀ, ਪੜ੍ਹਾਈ 'ਚ ਵੀ, ਉੱਦਾਂ ਵੀ ਮਿਊਜ਼ਿਕ 'ਚ ਵੀ। ਤਾਂ ਉਹਦੇ ਪੇਰੈਂਟਸ ਨੂੰ ਸਵੇਰੇ ਜਿੱਦਾਂ ਡੈਡ ਮਿਲਿਆ, ਸੋ ਉਹਦੇ ਪੇਰੈਂਟਸ ਨੇ ਕਾਫੀ ਵੱਡੀ ਕੰਪੇਨ ਚਲਾਈ ਹੋਈ ਆ ਐਜੂਕੇਟ ਕਰਨ ਨੂੰ ਨਾ। ਸੋ ਪਲੀਜ਼ ਆਪਣੇ ਬੱਚਿਆਂ ਨਾਲ ਗੱਲ ਕਰੋ, ਕਿਸੇ ਤੋਂ ਇੱਦਾਂ ਲੈ ਕੇ ਨਾ ਖਾਣ, ਹਨਾ, ਕਿਉਂਕਿ ਇਹ ਚੀਜ਼ਾਂ ਉਹਨਾਂ ਦੀ ਜਾਨ ਉਸੇ ਵੇਲੇ ਲੈ ਸਕਦੀਆਂ ਨੇ। ਤੇ ਬਾਕੀ ਭੈਣ ਜੀ ਮੈਂ SB 553 ਤੇ ਵੀ ਗੱਲ ਕਰਾਂਗੀ, ਹਨਾ। ਸੋ ਮੈਨੂੰ ਪਤਾ ਹੈ ਕਿ ਹੁਣ ਗਵਰਨਰ ਦੇ ਡੈਸਕ ਤੇ ਪਿਆ ਆ ਉਹ ਬਿੱਲ, ਚਲੇ ਗਿਆ ਉਹਦੇ ਕੋਲ, ਪਰ ਫਿਰ ਵੀ ਆਪਾਂ ਹਾਲੇ ਹਿੰਮਤ ਨਹੀਂ ਹਾਰਨੀ, ਹਨਾ। ਜਿਨ੍ਹਾਂ ਨੇ ਪ੍ਰੋਟੈਸਟ ਕਰਨਾ ਆ, ਪ੍ਰੋਟੈਸਟ ਦੇ ਵੀ ਮੈਂ ਹੱਕ 'ਚ ਆ, ਪਰ ਮੈਂ ਜਿੱਦਾਂ ਪਟੀਸ਼ਨ ਦੇ ਹੱਕ 'ਚ ਵੀ ਆ ਗਵਰਨਰ ਨੂੰ ਪਹੁੰਚਣ ਤੱਕ, ਹਨਾ, ਕਿ ਜਿੱਦਾਂ ਇੱਥੇ ਲੋਕੀ ਕਰਦੇ ਆ ਉਹ ਟੂਲ ਵੀ। ਸੋ ਉਹਦੇ ਲਈ ਮੈਂ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ, ਮੈਂ ਤੁਹਾਨੂੰ ਭੇਜਾਂਗੀ, ਤੁਸੀਂ ਪਲੀਜ਼ ਰੇਡੀਓ ਤੇ ਸ਼ੇਅਰ ਕਰ ਦਿਓ। ਤੇ ਉਹਦੇ ਤੇ ਹਾਂਜੀ ਅੱਜ ਵੀ ਮੈਂ ਡਿਲੀਵਰ ਕੀਤੀ ਹੈ, ਮੇਰੇ ਕੋਲ 460 ਸਿਗਨੇਚਰ ਸੀਗੇ, ਉਹ ਮੈਂ ਉਹਦੇ ਆਫਿਸ ਤੇ ਦੇ ਆਈ ਹਾਂ, ਪ੍ਰੋਪਰ ਸਟੈਂਪ ਵਗੈਰਾ ਲਗਾ ਕੇ। ਤੇ ਹੋਰ ਵੀ ਜੋ ਹੋਈਆਂ ਅਗਲੇ ਹਫਤੇ ਫਿਰ ਪਹੁੰਚਾ ਦੇਵਾਂਗੇ, ਹਨਾ। ਸੋ ਪਲੀਜ਼ ਅਸੀਂ ਜਿੰਨੀ ਦੇਰ ਤੱਕ ਲਾਅ ਨਹੀਂ ਬਣਦਾ ਅਸੀਂ ਹਿੰਮਤ ਨਾ ਹਾਰੀਏ, ਹਨਾ, ਟਰਾਈ ਕਰਦੇ ਰਹੀਏ ਕੁਛ ਨਾ ਕੁਛ। ਤੇ ਬਾਕੀ ਮੈਂ ਇਹ ਵੀ ਸੁਣਦੀ ਪਈ ਸੀਗੀ ਕਿ ਲੋਕਾਂ 'ਚ ਬਹੁਤ ਗੁੱਸਾ ਆ, ਹਨਾ, ਪਾਰਟੀਆਂ ਨੂੰ ਲੈ ਕੇ। ਪਰ ਮੈਂ ਫਿਰ ਅਗੇਨ ਇੱਕ ਬੇਨਤੀ ਕਰਾਂਗੀ ਕਿ ਪਲੀਜ਼ ਜਦੋਂ ਵੋਟਾਂ ਕਰਦੇ ਹੋ ਉਦੋਂ ਬੰਦੇ ਨੂੰ ਦੇਖਿਆ ਕਰੋ, ਉਹਦੀ ਕੁਆਲੀਫਿਕੇਸ਼ਨ, ਕਿ ਉਹਨੇ ਕੀ ਕੰਮ ਕੀਤੇ ਤੇ ਅੱਗੋਂ ਕੀ ਕੰਮ ਕਰੂਗਾ, ਹਨਾ। ਤਾਂ ਫਿਰ ਉਸ ਹਿਸਾਬ ਨਾਲ ਹੀ ਉਹਨਾਂ ਨੂੰ, ਹਾਲੇ ਤਾਂ ਆਪਣੇ ਕੋਲ ਟਾਈਮ ਹੈਗਾ ਆ ਵੋਟਾਂ ਲਈ, ਤਾਂ ਪਹਿਲਾਂ ਤਾਂ ਇਹ ਬਿੱਲ ਦਾ ਮਸਲਾ ਸੋਲਵ ਹੋ ਜੇ। ਹਾਂਜੀ, ਸੋ ਬਾਕੀ ਤੁਸੀਂ ਜੋ ਕਰਦੇ ਹੋ ਪਲੀਜ਼ ਕਰਦੇ ਰਹੋ, ਸਾਰੀ ਕਮਿਊਨਿਟੀ ਨੂੰ ਜਾਗਰੂਕ ਕਰਦੇ ਹੋ, ਤੁਸੀਂ ਕਰਦੇ ਰਹੋ। ਥੈਂਕ ਯੂ ਜੀ। ਬਹੁਤ ਤੇ ਸਰ ਆਪਣੇ
ਹੋਰ ਕਾਲ ਅਸੀਂ ਨਹੀਂ ਲੈ ਸਕਾਂਗੇ, ਮਿੰਟ ਸਾਡੇ ਕੋਲ 2 ਰਹਿੰਦੇ ਆ। ਆਪਣੇ ਸੰਦੀਪ ਸਿੰਘ ਜੀ, ਜਿਹੜਾ ਅੱਜ ਇਹ ਮਸਲਾ ਆਇਆ ਭੰਗ ਦਾ, ਜਿਹੜੇ ਸ਼ਹਿਰ ਦੀ ਉਹਨਾਂ ਨੇ ਗੱਲ ਕੀਤੀ ਆ, ਉਸ ਸ਼ਹਿਰ ਦੇ ਵਿੱਚ ਜਿੱਦਾਂ ਬੇਰੀਏ ਤੋਂ ਹੋਰ ਸ਼ਹਿਰਾਂ ਤੋਂ ਲੋਕ ਜਿਹੜੇ ਟਰੱਕਰ ਸੀਗੇ ਉਹਨਾਂ ਨੂੰ ਉਹ ਬਹੁਤ ਸੂਟ ਕਰਦਾ ਸੀ, ਕਿਉਂਕਿ ਉਹ 99 ਦੇ ਉੱਤੇ ਸੀਗਾ, ਉਹਨਾਂ ਨੇ ਤਾਂ ਬਾਹਰ ਹੀ ਰਹਿਣਾ ਆ। ਉਹ ਉਸ ਸ਼ਹਿਰ ਦੇ ਵਿੱਚ ਸਾਰੇ ਚਲੇ ਆਪਣੇ ਸੋਹਣਾ, ਸਾਰਿਆਂ ਨੂੰ ਖੁਸ਼ੀ ਹੁੰਦੀ ਆ, ਜੇ ਅਸੀਂ ਵੀ ਰਹਿੰਦੇ ਨਾ ਸਾਨੂੰ ਹੁੰਦੀ ਆ। ਇਹ ਇੱਕ ਸ਼ਹਿਰ ਦੇ ਵਿੱਚ ਪੰਜਾਬੀ ਬਹੁਤ ਚੱਲ ਗਏ। ਜਿਹੜਾ 2.5 ਲੱਖ ਦਾ ਘਰ ਸੀ ਨਾ, ਇਸ ਵੇਲੇ 9 ਲੱਖ ਦੇ। ਜੇ ਤੁਹਾਡੇ ਸ਼ਹਿਰ ਦੇ ਵਿੱਚ ਇੰਨੀ ਭੰਗ ਆ, ਤੁਹਾਡੇ ਨਿਆਣੇ ਖਰਾਬ ਹੋਣ ਲੱਗ ਪਏ, ਤੁਹਾਡੇ ਰੌਲੀ ਤਾਂ ਪੈਣੀ ਆ। ਕਿੰਨੀ ਕੁ ਚਿਰ ਤੁਸੀਂ ਇਸ ਨੂੰ ਬੰਦ ਕਰਕੇ ਰੱਖੋ, ਕਿਉਂਕਿ ਉੱਥੇ ਫਿਰ ਨਿਆਣੇ ਲੱਗ ਜਾਂਦੇ ਆ। ਜਿਸਲੇ ਖੁੱਲੇ ਆਮ, ਜਿਸਲੇ ਹੁਣ ਇੰਨੀ ਤੁਸੀਂ ਕਹੋਗੇ ਵੀ ਆਪਾਂ ਤਾਂ ਟਰੱਕਾਂ ਤੇ ਰਹਿੰਦੇ, ਨਿਆਣੇ ਦੇ ਨਾਲ ਵੱਜ ਨਹੀਂ ਸਕਦੇ। ਅਸੀਂ ਕਿੰਨੇ ਜਿਹੜੇ ਨਿਆਣੇ ਦੇ ਨਾਲ ਇੰਨੀਆਂ ਗੱਲਾਂ ਕਰਦੇ ਆ, ਤੇ ਤੁਹਾਡੇ ਘਰ ਫਿਰ ਮੁੜ ਕੇ ਨਾ 2.5 ਲੱਖ ਦੇ ਲੋਕੀ ਉੱਥੋਂ ਮੂਵ ਹੋਣਾ ਸ਼ੁਰੂ ਕਰ ਦਿੰਦੇ ਆ ਉਹ ਸ਼ਹਿਰ ਨੂੰ। ਏਦਾਂ ਦੇ ਸ਼ਹਿਰਾਂ ਦੇ ਵਿੱਚ ਜੀ ਹਾਂਜੀ, ਘਰ ਤੇ ਛੱਡੋ, ਤੁਹਾਡੀ ਅਗਲੀ ਜਨਰੇਸ਼ਨਾਂ ਨਹੀਂ ਰਹਿਣੀਆਂ। ਹਾਂ, ਉਹੀ ਤਾਂ ਦੱਸਿਆ ਨਾ, ਉਹ ਬੱਚੇ ਨਹੀਂ ਗਾਹਾਂ ਤੋਂ ਗਾਹਾਂ ਤੁਹਾਡਾ ਵਾਧਾ ਨਹੀਂ ਹੋਣਾ। ਹਾਂਜੀ, ਤੁਹਾਡੀ ਅਗਲੀਆਂ ਜਨਰੇਸ਼ਨਾਂ ਨਹੀਂ ਰਹਿਣੀਆਂ। ਤੇ ਬਾਕੀ ਜੀ ਇਹ ਡਰੱਗ ਜਿਹੜੇ ਨੇ ਨਸ਼ੇ ਆ, ਜਿੱਦਾਂ ਭੈਣ ਜੀ ਕਹਿ ਕੇ ਗਏ ਆ ਕਿ ਉਹ ਲੇਸਟ ਕਰ ਦਿੰਦੇ ਆ, ਇਹ ਸਿਰਫ ਇਹ ਨਾਲੇ ਉਹ ਜਿਹੜੇ ਟਾਰਗੇਟ ਕਰਦੇ ਉਹ ਬੱਚੇ ਉਹੀ ਟਾਰਗੇਟ ਕਰਦੇ ਜਿਹੜੇ ਅਮੀਰ ਘਰਾਂ ਦੇ ਨੇ। ਹੁਣ ਸਾਡੇ ਮਿਹਰ ਹੀ ਰੱਬ ਦੀ ਕਹਾਂਗੇ ਕਿ ਅਸੀਂ ਸਾਰੇ ਠੀਕ ਆ, ਘਰਾਂ ਤੋਂ ਨੇ ਅਸੀਂ ਮਿਹਨਤਾਂ ਕੀਤੀਆਂ ਨੇ, ਤੇ ਇਸ ਕਰਕੇ ਉਹ ਸਾਡੇ ਬੱਚਿਆਂ ਨੂੰ ਜ਼ਿਆਦਾ ਟਾਰਗੇਟ ਕਰਦੇ ਨੇ। ਸੋ ਸਾਨੂੰ ਦੇਖਣਾ ਪੈਣਾ ਕਿ ਅਸੀਂ ਇਹ ਜਿਹੜੀ ਚੀਜ਼ ਆ, ਇਹ ਅਸੀਂ ਹਮੇਸ਼ਾ ਬੱਚਿਆਂ ਤੇ ਉਹਨਾਂ ਤੇ ਧਿਆਨ ਰੱਖੀਏ, ਤੇ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਨੂੰ ਮੇਰੇ ਇੱਕ ਰੂਲ ਆ, ਅਸੀਂ ਕਹਿੰਦੇ ਹੁੰਦੇ ਆ ਕਿ ਟਰਸਟ ਵਿਦ ਅ ਵੈਰੀਫਿਕੇਸ਼ਨ। ਉਹਨਾਂ ਨਾਲ ਟਰਸਟ ਜ਼ਰੂਰ ਕਰੋ, ਪਰ ਵੈਰੀਫਾਈ ਕਰਦੇ ਰਹੋ। ਸੋ ਤੇ ਇਹ ਜਿਹੜੀਆਂ ਗੱਲਾਂ ਨੇ ਜੀ, ਇਹ ਆਪਾਂ ਆਪਣੇ ਵੱਲੋਂ 110% ਆਪਣੀ ਜਿਹੜੀ ਆ ਸਾਡੀ ਹੈਗੀ ਆ, ਆਪਣੀ ਜਿਹੜੀ ਹਿੰਮਤ ਆ, ਅਸੀਂ ਪੂਰੀ 110% ਅਸੀਂ ਆਪਣਾ ਜੋੜ ਲਾਉਣਾ ਵਾ ਕਿ ਅਸੀਂ ਸਾਡੇ ਨਿਆਣੇ ਜਿਹੜੇ ਆ ਜਾਂ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਵਾ, ਤੇ ਕਿ ਅਸੀਂ ਉਹਨਾਂ ਨੂੰ ਸਿੱਧੇ ਰਾਹ ਪਾ ਸਕੀਏ। ਬਾਕੀ ਕਹਿੰਦੇ ਬਾਕੀ ਜੀ ਜੋ ਪ੍ਰਮਾਤਮਾ ਚਾਹਵੇ ਉਹ ਹੁੰਦਾ, ਪਰ ਆਪਣੇ ਵੱਲੋਂ ਅਸੀਂ ਕੋਈ ਕਸਰ ਨਹੀਂ ਛੱਡਣੀ। ਜੋਰ ਲਾਉਂਦੇ ਰਹੋ, ਜੋਰ ਜਿੱਥੇ ਤੁਸੀਂ ਖੜੇ ਆ, ਤੁਸੀਂ ਜਿਸ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਆ ਨਾ, ਉੱਥੇ ਖੜੇ ਰਹੋ। ਠੀਕ ਆ, ਕੋਈ ਵੀ ਆ, ਤੁਸੀਂ ਵੋਟਾਂ ਪਾ ਕੇ ਬਣਾਏ ਆ, ਭਾਵੇਂ ਕੋਈ ਛੋਟੀ ਤੋਂ ਛੋਟੀ ਵੱਡੀ ਪੋਜੀਸ਼ਨ ਤੱਕ ਗਿਆ ਆ ਜਾਂ ਜਾਣਾ ਆ ਕਿਸੇ ਨੇ, ਉਹਨੂੰ ਤੁਹਾਡੀ ਲੋੜ ਆ। ਕਹਿੰਦੇ ਹੁੰਦੇ ਨਾ ਵੀ ਜੇ ਤੁਸੀਂ ਅੱਗੇ ਵਧਣਾ ਆ, ਜਾਂ ਕੋਈ ਸਿਟੀ ਦੇ ਵਿੱਚ ਆ, ਜਾਂ ਕੋਈ ਮੇਅਰ ਆ, ਜਾਂ ਕੋਈ ਅੱਗੇ ਲੰਘ ਗਿਆ ਉਹਦੇ ਤੋਂ, ਜਾਂ ਤੇ ਫਿਰ ਲੋਕਾਂ ਨੂੰ ਲਤਾੜ ਕੇ ਲੰਘ ਜਾਓ, ਜਾਂ ਫਿਰ ਲੋਕਾਂ ਨਾਲ ਰਲ ਕੇ ਚੱਲ ਲਓ। ਇਹ 2 ਚੀਜ਼ਾਂ ਦੇ ਨਾਲ ਹੀ ਤੁਸੀਂ ਅੱਗੇ ਵੱਧ ਸਕਦੇ ਆ। ਜੇ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਲੋਕਾਂ ਦੀ ਗੱਲ ਸੁਣਨੀ ਪਊਗੀ। ਤੁਹਾਡੇ ਕੋਲ ਕੋਈ ਆਉਂਦਾ ਆ, ਉਹਨਾਂ ਦੀ ਗੱਲ ਤੇ ਗੌਰ ਕਰਨਾ ਪਊਗਾ। ਸਿਰਫ ਤੇ ਇੱਕ ਫਾਇਦਾ ਨਹੀਂ, ਤੁਸੀਂ ਘਰਾਂ ਦੇ ਵਿੱਚ ਦੇਖੋ ਸਾਰੇ ਕੰਮ ਫਾਇਦੇ ਲਈ ਨਹੀਂ ਕਰਦੇ, ਕਈ ਵਾਰ ਤੁਹਾਨੂੰ ਨੁਕਸਾਨ ਵੀ ਉਠਾਉਣਾ ਪੈਂਦਾ, ਪਰ ਉਹ ਸਾਰੇ ਪਰਿਵਾਰ ਦੀ ਖਾਤਰ ਚੰਗਾ ਕੰਮ ਹੀ ਕਰਦੇ। ਤੇ ਅਗਲੀਆਂ ਖਬਰਾਂ ਦੇ ਵਿੱਚ ਜੋ ਵੈਸੇ ਤਾਂ ਬ੍ਰੇਕਿੰਗ ਨਿਊਜ਼ ਕਰ ਦਿੱਤੀ ਸੀਗੀ, ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਕੈਨੇਡਾ ਦੇ, ਉਹਨਾਂ ਦੱਸਿਆ ਸੀਗਾ ਵੀ ਜਿਹੜੇ ਹਰਦੀਪ ਸਿੰਘ ਨਿੱਜਰ ਦੀ ਗੋਲੀ ਮਾਰੀ ਗਈ, ਇੰਡੀਆ ਦਾ ਹੱਥਿਆ, ਤੇ ਉਹਦੀ ਜਿਹੜੀਆਂ ਹੋਰ ਡਿਟੇਲ ਦੇ ਵਿੱਚ ਖਬਰਾਂ ਹੈਗੀਆਂ, ਹੋਰ ਕੀ ਕੁਛ ਹੋਇਆ ਉਸ ਤੋਂ ਬਾਅਦ, ਉਹ ਸਾਨੂੰ ਆਪਣੀਆਂ ਅਗਲੀਆਂ ਖਬਰਾਂ ਦੇ ਵਿੱਚ ਦੱਸਿਆ ਜਾਊਗਾ। ਬਾਕੀ ਪੰਜਾਬੀ ਰੇਡੀਓ USA ਦਾ ਮਕਸਦ ਲੋਕਾਂ ਲਈ ਆ, ਲੋਕਾਂ ਲਈ ਚੱਲਦਾ ਰਹੂਗਾ। ਆਰਗੇਨਾਈਜੇਸ਼ਨਾਂ ਬਣਾਓ, ਜਿਹੜੀਆਂ ਬਣੀਆਂ ਉਹਨਾਂ ਨੂੰ ਸੁਧਾਰੋ, ਉਹਨਾਂ ਦੇ ਵਿੱਚ ਜੋ ਸੁਧਾਰ ਕਰਨ ਵਾਲਾ ਆ ਆਪਣੇ ਬੰਦੇ ਸਿੱਧੇ ਕਰੋ। ਇਹ ਨਹੀਂ ਕਿ ਗੌਰਮੈਂਟਾਂ ਨਾਲ ਇੱਥੇ ਦੀ ਨਾਲ ਵੀ ਹੱਥ ਮਿਲਾ ਲਿਆ, ਉੱਥੇ ਦੀ ਨਾਲ ਵੀ ਹੱਥ ਮਿਲਾ ਲਿਆ, ਆਪਣੇ ਫਾਇਦੇ ਦੇ ਲਈ ਗੱਲਾਂ ਬਾਤਾਂ ਕਰਦੇ ਰਹੇ, ਉਹ ਇੱਦਾਂ ਨਹੀਂ ਹੁੰਦਾ ਹੈਗਾ। ਸੋ ਆਪਾਂ ਹੁਣ ਚੱਲੀਏ ਜੀ। ਬਿਲਕੁਲ ਜੀ, ਆਪਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਇਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ, ਇਹਨਾਂ ਨੂੰ ਅਸੀਂ ਕਿੱਦਾਂ ਇਹਨਾਂ ਨੂੰ ਹੈਂਡਲ ਕਰਨਾ, ਉਹ ਸਾਡੇ ਤੇ ਨਿਰਭਰ ਕਰਦਾ ਵਾ। ਤੇ ਇਹਦੇ ਨਾਲ ਹੀ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।